हाँ जी जी सिर्फ दोस्तों ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਹਫ਼ਤਾਵਾਰੀ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਦੋਸਤੋ ਇਹ ਸਿਰਜਣਾਤਮਕ ਸਿੱਖਿਆ ਸੰਸਾਰ ਦਾ 92ਵਾਂ ਲਾਈਵ ਐਪੀਸੋਡ ਆ ਤੇ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਵਿਦਿਅਕ ਮੁਕਾਬਲਿਆਂ ਬਾਰੇ ਗੱਲਬਾਤ ਕੀਤੀ ਸੀਗੀ। ਪਹਿਲਾ ਭਾਗ ਸੀਗਾ। ਅੱਜ ਉਸੇ ਲੜੀ ਤਹਿਤ ਦੂਸਰਾ ਭਾਗ ਸੰਗੀਤ ਅਤੇ ਡਾਂਸ ਦੇ ਨਾਲ ਸੰਬੰਧਿਤ ਵਿਦਿਅਕ ਮੁਕਾਬਲਿਆਂ ਸੰਬੰਧੀ ਜੋ ਨੁਕਤੇ ਨੇ ਉਹ ਸਾਂਝੇ ਕੀਤੇ ਜਾਣਗੇ ਜਾਂ ਜਿਹੜੇ ਅਧਿਆਪਕ ਸਾਥੀ ਨੇ ਜਾਂ ਸਿੱਖਿਅਕ ਸਾਥੀ ਨੇ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਵਿਦਿਅਕ ਮੁਕਾਬਲਿਆਂ ਦੀ ਤਿਆਰੀ ਇਹਨਾਂ ਕਿਹੜੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕਰਵਾ ਸਕਦੇ ਨੇ ਤਾਂ ਜੋ ਉਹਨਾਂ ਦੇ ਵਿਦਿਆਰਥੀ ਅਗਾਂਹ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਜਾ ਸਕਦੇ ਨੇ। ਸੋ ਇਸ ਅੱਜ ਦੇ ਇਸ ਇਵੈਂਟ ਦੇ ਵਿੱਚ ਸਾਡੇ ਨਾਲ ਇਸ ਗਰੁੱਪ ਦੇ ਮੁੱਖ ਸੰਸਥਾਪਕ ਡਾਕਟਰ ਕੁਲਦੀਪ ਸਿੰਘ ਦੀਪ ਜੀ, ਪਾਲੀ ਖਾਦਮ ਜੀ ਤੇ ਭੁਪਿੰਦਰ ਉੜਪ ਜੀ ਸਾਡੇ ਸ਼ਾਮਲ ਨੇ। ਇਹ ਸਾਡੇ ਨਾਲ ਗੱਲਬਾਤ ਕਰਨਗੇ ਤੇ ਜਿਹੜੇ ਤਕਨੀਕੀ ਨੁਕਤੇ ਆ ਉਹ ਸਾਡੇ ਨਾਲ ਸਾਂਝੇ ਕਰਨਗੇ। ਮੇਰੇ ਨਾਲ ਨੇ ਇਸ ਮੰਚ ਤੇ ਮੈਡਮ ਰੁਪਿੰਦਰ ਕੌਰ ਤੇ ਮੈਡਮ ਮਨਿੰਦਰ ਜੀ ਤੇ ਨਾਲ ਹੀ ਇਸ ਗਰੁੱਪ ਦੇ ਐਡਮਿਨ ਸੁਖਜੀਵਨ ਜੀ, ਗੁਰਨੈਮ ਮਗਾਣੀਆ ਜੀ ਤੇ ਬਾਕੀ ਸਾਥੀ ਵੀ ਸਾਡੇ ਨਾਲ ਜੁੜ ਰਹੇ ਨੇ। ਤੇ ਕਿਉਂਕਿ ਇਹ ਡਾਕਟਰ ਕੁਲਦੀਪ ਸਿੰਘ ਦੀਪ ਇਸ ਗਰੁੱਪ ਦੇ ਮਹਿਮਾਨ ਵੀ ਨੇ ਤੇ ਮੇਜ਼ਬਾਨ ਵੀ ਨੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਡਾਕਟਰ ਕੁਲਦੀਪ ਸਿੰਘ ਦੀਪ ਸਾਹਿਤਕਾਰੀ, ਨਾਟਕਕਾਰੀ ਤੇ ਸਿਰਜਣਕਾਰੀ ਦੇ ਖੇਤਰ ਵਿੱਚ ਬਹੁਤ ਵੱਡੀ ਥਾਂ ਰੱਖਦੇ ਨੇ, ਬੜੀ ਵੱਡੀ ਪਛਾਣ ਹੈ ਇਹਨਾਂ ਦੀ। ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਮਹਿਮਾਨ ਵੀ ਨੇ ਇਹਨਾਂ ਦਾ ਜ਼ਰੂਰ ਸਵਾਗਤ ਕਰਾਉਣ ਤੇ ਫਿਰ ਆਪਾਂ ਅੱਗੇ ਪ੍ਰੋਗਰਾਮ ਲੈ ਕੇ ਚੱਲਾਂਗੇ। ਡਾਕਟਰ ਕੁਲਦੀਪ ਸਿੰਘ ਜੀ। ਬਹੁਤ ਸ਼ੁਕਰੀਆ ਧਾਮੀ ਸਾਹਿਬ। ਮੈਂ ਹੁਣ ਮਹਿਮਾਨ ਤੋਂ ਮੇਜ਼ਬਾਨ ਦੀ ਭੂਮਿਕਾ ਦੇ ਵਿੱਚ ਆਉਣਾ। ਜਿਵੇਂ ਧਾਮੀ ਸਾਹਿਬ ਨੇ ਦੱਸਿਆ ਕਿ ਆਪਾਂ ਪਿਛਲੇ ਹਫ਼ਤੇ ਤੋਂ ਇੱਕ ਲੜੀ ਸ਼ੁਰੂ ਕੀਤੀ ਸੀ ਕਿ ਵਿਦਿਅਕ ਮੁਕਾਬਲਿਆਂ ਦੇ ਜਿਹੜੇ ਤਕਨੀਕੀ ਨੁਕਤੇ ਨੇ ਉਹਨਾਂ ਬਾਰੇ ਆਪਣੇ ਅਧਿਆਪਕ ਸਾਹਿਬਾਨਾਂ ਨਾਲ ਚਰਚਾ ਕਰੀਏ। ਕਿਉਂਕਿ ਹੁਣ ਜਿਹੋ ਜਿਹਾ ਸਿਸਟਮ ਹੈ ਸਾਡੇ ਸਕੂਲਾਂ ਦਾ, ਉਹਦੇ ਵਿੱਚ ਵਿਦਿਅਕ ਮੁਕਾਬਲੇ ਬਹੁਤ ਅਹਿਮ ਨੇ। ਵੈਸੇ ਤਾਂ ਹਮੇਸ਼ਾ ਤੋਂ ਹੀ ਬੱਚੇ ਦੇ ਸਰਬਪੱਖੀ ਵਿਕਾਸ ਲਈ ਵਿਦਿਅਕ ਮੁਕਾਬਲਿਆਂ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ। ਪਰ ਪਹਿਲਾਂ ਵਿਦਿਅਕ ਮੁਕਾਬਲੇ ਸਾਲ ਦੇ ਵਿੱਚ 1-2 ਵਾਰ ਹੁੰਦੇ ਸੀ। ਮੇਨਲੀ ਤਾਂ ਇੱਕੋ ਵਾਰ ਹੁੰਦੇ ਸੀ ਸਹਿ ਵਿਦਿਅਕ ਮੁਕਾਬਲੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ। ਪਰ ਹੁਣ ਜਿਹੋ ਜਿਹਾ ਸਿਸਟਮ ਆਇਆ ਹੋਇਆ, ਲਗਭਗ ਹਰ ਹਫ਼ਤੇ ਜਾਂ ਹਰ 15 ਦਿਨਾਂ ਬਾਅਦ ਜਾਂ ਹਰ ਦੂਜੇ ਦਿਨ ਵੀ ਕਈ ਵਾਰੀ ਹੋ ਜਾਂਦਾ ਹੈ, ਕੋਈ ਨਾ ਕੋਈ ਮੁਕਾਬਲਾ ਸਾਡੇ ਸਿਰ ਤੇ ਆ ਜਾਂਦਾ ਹੈ। ਤੇ ਮੁਕਾਬਲੇ ਵੀ ਬਹੁਤ ਕਿਸਮ ਦੇ ਨੇ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਸਾਡੇ ਕੋਲੇ ਥੀਏਟਰ ਦੇ ਮੁਕਾਬਲੇ ਨੇ, ਸਾਡੇ ਕੋਲੇ ਮਿਊਜ਼ਿਕ ਦੇ ਮੁਕਾਬਲੇ ਨੇ, ਸਾਡੇ ਕੋਲੇ ਡਾਂਸ ਦੇ ਮੁਕਾਬਲੇ ਨੇ, ਸਾਡੇ ਕੋਲੇ ਵਿਜ਼ੂਅਲ ਆਰਟਸ ਨੇ, ਸਾਡੇ ਕੋਲੇ ਲਿਟਰੇਰੀ ਆਰਟਸ ਨੇ। ਇਹਨਾਂ ਸਾਰਿਆਂ ਬਾਰੇ ਸਾਡੇ ਅਧਿਆਪਕਾਂ ਕੋਲੇ ਤਕਨੀਕੀ ਸਮਝ ਦੀ ਬਹੁਤ ਘਾਟ ਹੈ, ਪਰ ਮਿਹਨਤ ਦੀ ਬਹੁਤ ਪ੍ਰਫੁੱਲਤ ਹੈ। ਸਾਡੇ ਅਧਿਆਪਕ ਮਿਹਨਤ ਬਹੁਤ ਕਰਦੇ ਨੇ, ਪਰ ਉਹਦੇ ਮੁਕਾਬਲੇ ਤਕਨੀਕੀ ਸਮਝ ਘੱਟ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਮੁਕਾਬਲਿਆਂ ਬਾਰੇ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਜਾਣ। ਤੇ ਪਿਛਲੀ ਵਾਰੀ ਮੈਂ ਥੀਏਟਰ ਦੇ ਮੁਕਾਬਲਿਆਂ ਸੰਬੰਧੀ ਕਾਫੀ ਸਾਰੀਆਂ ਗੱਲਾਂ ਕੀਤੀਆਂ ਸੀ ਤੇ ਇਸ ਵਾਰੀ ਅਸੀਂ ਚਾਹਾਂਗੇ ਕਿ ਜੇ ਕੋਈ ਥੀਏਟਰ ਨਾਲ ਸੰਬੰਧਿਤ ਸਵਾਲ ਹੈ ਉਹ ਵੀ ਆਪਾਂ ਭਾਵੇਂ ਉਹ ਤੇ ਚਰਚਾ ਕਰ ਲਈਏ, ਕੋਈ ਪ੍ਰੋਬਲਮ ਨਹੀਂ ਹੈਗੀ। ਜੋ ਕੋਈ ਸਵਾਲ ਆਡੀਅנס ਦਾ ਆਉਂਦਾ ਹੈ ਜਾਂ ਸਾਡੇ ਮਹਿਮਾਨਾਂ ਦਾ ਕੋਈ ਸਵਾਲ ਹੈ, ਪਰ ਮੁੱਖ ਤੌਰ ਤੇ ਅੱਜ ਆਪਾਂ ਚਾਹਾਂਗੇ ਕਿ ਸਾਡੇ ਕੋਲੇ ਡਾਂਸ ਦੇ ਐਕਸਪਰਟ ਨੇ ਪਾਲੀ ਖਾਦਮ, ਬਹੁਤ ਅੱਛੇ ਅਧਿਆਪਕ ਨੇ, ਵੈਸੇ ਕੰਪਿਊਟਰ ਟੀਚਰ ਨੇ, ਪਰ ਸ਼ੌਂਕ ਵਜੋਂ ਪੰਜਾਬੀ ਦੇ ਬਹੁਤ ਅੱਛੇ ਸ਼ਾਇਰ ਨੇ, ਪੰਜਾਬੀ ਦੇ ਬਹੁਤ ਅੱਛੇ ਜਿਹੜੇ ਹੈਗੇ ਨੇ ਅਲਗੋਜ਼ਾ ਵਾਦਕ ਨੇ, ਬਹੁਤ ਅੱਛੇ ਭੰਗੜੇ ਦੇ ਤੇ ਲੋਕ ਨਾਚਾਂ ਦੇ ਆਪ ਵੀ ਬਹੁਤ ਅੱਛੇ ਪਲੇਅਰ ਨੇ ਤੇ ਨਾਲ ਨਾਲ ਬਹੁਤ ਅੱਛੇ ਐਕਸਪਰਟ ਵੀ ਨੇ, ਕੋਚ ਵੀ ਨੇ, ਟ੍ਰੇਨਿੰਗ ਵੀ ਦਿੰਦੇ ਨੇ ਆਪਣੇ ਬੱਚਿਆਂ ਨੂੰ। ਸੋ ਇੱਕ ਸਾਈਡ ਹੈ ਜਿਹੜੀ ਅਸੀਂ ਇਹਨਾਂ ਤੋਂ ਕਵਰ ਕਰਵਾਵਾਂਗੇ ਤਾਂ ਕਿ ਜਿਹੜੀਆਂ ਡਾਂਸਿਸ ਨਾਲ ਸੰਬੰਧਿਤ, ਨਾਚਾਂ ਨਾਲ ਸੰਬੰਧਿਤ ਜਿਹੜੀਆਂ ਵੀ ਜਾਣਕਾਰੀਆਂ ਨੇ ਉਹ ਪਾਲੀ ਖਾਦਮ ਹੋਰੀ ਡੀਲ ਕਰਨ। ਉਹਨਾਂ ਨੂੰ ਜਿਹੜੇ ਵੀ ਉਹਦੇ ਨਾਲ ਸੰਬੰਧਿਤ ਸਵਾਲ ਹੋਣਗੇ ਜਾਂ ਤਕਨੀਕੀ ਗੱਲਾਂ ਹੋਣਗੀਆਂ ਉਹਨਾਂ ਮੁਕਾਬਲਿਆਂ ਨਾਲ ਸੰਬੰਧਿਤ, ਉਹ ਪਾਲੀ ਖਾਦਮ ਹੋਰੀ ਕਰਨਗੇ। ਤੇ ਦੂਜੇ ਪਾਸੇ ਇੱਕ ਬਹੁਤ ਅਹਿਮ ਜਿਹੜੇ ਮੁਕਾਬਲੇ ਹੁੰਦੇ ਨੇ ਸਾਡੇ ਕੋਲੇ, ਉਹ ਹੈਗੇ ਨੇ ਗੀਤਾਂ ਦੇ ਮੁਕਾਬਲੇ। ਮਿਊਜ਼ਿਕ ਦਾ ਫੀਲਡ ਹੈ ਜਿਹੜਾ ਸਾਡੇ ਕੋਲੇ। ਮਿਊਜ਼ਿਕ ਦੇ ਫੀਲਡ ਦੇ ਵਿੱਚ ਸਾਡੇ ਕੋਲੇ ਕੀਰਤਨ ਦੇ ਮੁਕਾਬਲੇ ਹੁੰਦੇ ਨੇ, ਸ਼ਬਦ ਗਿਆਨ ਜਿਹਨੂੰ ਅਸੀਂ ਕਹਿ ਦਿੰਦੇ ਆ। ਇਸੇ ਤਰ੍ਹਾਂ ਸੋਲੋ ਸੌਂਗ, ਇਸ ਤਰ੍ਹਾਂ ਗਰੁੱਪ ਸੌਂਗ, ਇਸ ਤਰ੍ਹਾਂ ਡਿਊਟ ਸੌਂਗ, ਹੋਰ ਬਹੁਤ ਤਰ੍ਹਾਂ ਦੇ ਜਿਹੜੇ ਮੁਕਾਬਲੇ ਨੇ। ਈਵਨ ਕਵਿਤਾ ਉਚਾਰਨ ਤੇ ਕਵਿਤਾ ਗਾਇਨ ਦਾ ਜਦੋਂ ਮੁਕਾਬਲਾ ਹੁੰਦਾ ਉਹ ਵੀ ਇਸ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਆਰਕੈਸਟਰਾ ਇਹਦੇ ਵਿੱਚ ਆ ਜਾਂਦਾ ਹੈ, ਵੋਕਲ ਮਿਊਜ਼ਿਕ, ਇੰਸਟਰੂਮੈਂਟਲ, ਬਹੁਤ ਸਾਰੇ ਰੂਪ ਨੇ ਇਹਦੇ। ਇਹਨਾਂ ਸਾਰੇ ਮੁਕਾਬਲਿਆਂ ਤੇ ਗੱਲ ਕਰਨ ਲਈ ਸਾਡੇ ਨਾਲ
ਮਿਊਜ਼ਿਕ ਖੇਤਰ ਦੇ ਜਿਹੜੇ ਉੱਭਰਦੇ ਹੋਏ ਸਿਤਾਰੇ ਨੇ, ਅਧਿਆਪਕ ਵੀ ਨੇ ਤੇ ਕਲਾਕਾਰ ਵੀ ਨੇ, ਗਾਇਕ ਵੀ ਨੇ। ਭੁਪਿੰਦਰ ਉੱਡਤ ਮੇਰਾ ਬਹੁਤ ਅੱਛਾ ਆਰਟਿਸਟ ਹੈ, ਮੇਰਾ ਬਹੁਤ ਅੱਛਾ ਸ਼ਾਗਿਰਦ ਹੈ, ਮੇਰੀ ਟੀਮ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ ਹੈ ਤੇ ਅੱਜ ਖੁੱਲੇ ਅਖਾੜੇ ਦੇ ਵਿੱਚ, ਖੁੱਲੇ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਹੈ। ਬਹੁਤ ਸੋਹਣੀ ਆਵਾਜ਼ ਹੈ ਇਹਦੇ ਕੋਲੇ, ਬਹੁਤ ਬੁਲੰਦ ਆਵਾਜ਼ ਹੈ, ਸੰਗੀਤ ਦੀ ਬਹੁਤ ਸਮਝ ਹੈ। ਇੱਕ ਅਧਿਆਪਕ ਹੋਣ ਦੇ ਨਾਤੇ ਮੁਕਾਬਲਿਆਂ ਦੀ ਵੀ ਇਹਦੇ ਕੋਲੇ ਬਹੁਤ ਸਮਝ ਹੈ। ਸੋ ਜਿੰਨੇ ਵੀ ਮੁਕਾਬਲੇ ਹੈਗੇ ਨੇ ਮਿਊਜ਼ਿਕ ਨਾਲ ਸੰਬੰਧਿਤ, ਉਹਨਾਂ ਬਾਰੇ ਗੱਲਾਂ ਮੇਨਲੀ ਭੁਪਿੰਦਰ ਉੱਡਤ ਕਰਨਗੇ। ਡਾਂਸ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਪਾਲੀ ਖਾਦਮ ਕਰਨਗੇ। ਮੈਂ ਪੰਜਵੇਂ ਟਾਇਰ ਦੇ ਰੂਪ ਦੇ ਵਿੱਚ, ਸਟਿੱਪਣੀ ਦੇ ਰੂਪ ਦੇ ਵਿੱਚ, ਜਿੱਥੇ ਜੇ ਠੀਕ ਲੱਗੂਗਾ ਕੋਈ ਗੱਲ ਕਰਨੀ ਹੈ ਮੈਂ ਨਾਲ ਉਹ ਵੀ ਗੱਲ ਕਰੂੰਗਾ। ਤੇ ਸਾਡੇ ਨਾਲ ਸਾਡੇ ਐਡਮਿਨ ਤਾਂ ਹੈਗੇ ਨੇ ਅੱਜ ਜਿਨ੍ਹਾਂ ਨੇ ਸਵਾਲ ਕਰਨੇ ਨੇ, ਰੁਪਿੰਦਰ ਮੈਡਮ ਹੈ, ਧਾਮੀ ਸਾਹਿਬ ਨੇ, ਪਰ ਨਾਲ ਅਸੀਂ ਇੱਕ ਬਹੁਤ ਮਿਹਨਤੀ ਅਧਿਆਪਕ ਨੂੰ ਅੱਜ ਸ਼ਾਮਲ ਕੀਤਾ ਹੈ, ਜਿਹੜੇ ਪਿਛਲੇ 15-20 ਸਾਲਾਂ ਤੋਂ ਜਦੋਂ ਤੋਂ ਜੌਬ ਦੇ ਵਿੱਚ ਆਏ ਨੇ ਉਦੋਂ ਤੋਂ ਇਹਨਾਂ ਮੁਕਾਬਲਿਆਂ ਦੇ ਨਾਲ ਜੁੜੇ ਹੋਏ ਨੇ। ਮੈਡਮ ਸਾਡੇ ਨਾਲ ਨੇ ਮਨਿੰਦਰ ਕੌਰ, ਇਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਟੀਮ ਵੀ ਸਕਿੱਟ ਦੀ ਜਿਹੜੀ ਫਸਟ ਆਈ ਹੈ ਆਪਣੇ ਬਲਾਕ ਦੇ ਵਿੱਚੋਂ, ਇਹ ਵੀ ਸਾਡੇ ਨਾਲ ਨੇ। ਇਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੇ ਸਵਾਲ ਨੇ, ਚਾਹੇ ਉਹ ਥੀਏਟਰ ਨਾਲ ਸੰਬੰਧ, ਚਾਹੇ ਮਿਊਜ਼ਿਕ ਨਾਲ ਸੰਬੰਧ, ਚਾਹੇ ਡਾਂਸ ਨਾਲ ਸੰਬੰਧ, ਕੋਈ ਵੀ ਸਵਾਲ ਨੇ ਉਹ ਵੀ ਸਾਡੇ ਨਾਲ ਸਾਂਝੇ ਕਰਨਗੇ ਤੇ ਆਪਾਂ ਰਲ ਮਿਲ ਕੇ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਮੈਂ ਸਾਡੇ ਸਾਰੇ ਹੋਸਟ ਟੀਮ ਤੇ ਸਾਰੀ ਗੈਸਟ ਟੀਮ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਗੁਰਨੈਬ ਸਾਡੇ ਕੋਲ ਬਹੁਤ ਅੱਛੇ ਐਕਸਪਰਟ ਨੇ, ਇਹਨਾਂ ਨੂੰ ਅਸੀਂ ਅਗਲੇ ਤੀਜੇ ਭਾਗ ਦੇ ਵਿੱਚ ਲਵਾਂਗੇ। ਉਹਦੇ ਵਿੱਚ ਬਹੁਤ ਸਾਰੀਆਂ ਲਿਟਰੇਰੀ ਆਰਟਸ ਨੇ ਜਿਹੜੀਆਂ, ਉਹਨਾਂ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ, ਜਿਹਦੇ ਵਿੱਚ ਕਵਿਤਾ, ਭਾਸ਼ਣ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਸੋ ਇਹ ਸਿਲਸਿਲਾ ਚੱਲਦਾ ਰਹੂਗਾ, 3 ਭਾਗ 4 ਭਾਗ ਜਿੰਨੇ ਵੀ ਆਪਾਂ ਠੀਕ ਸਮਝਾਂਗੇ ਤੇ ਕਰਾਂਗੇ, ਤਾਂ ਕਿ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਹੋ ਸਕੇ। ਤੇ ਮੈਂ ਚਾਹੂੰਗਾ ਕਿ ਜਿਹੜੇ ਦੋਸਤ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮਨਾਂ ਦੇ ਵਿੱਚ ਜੇ ਕੋਈ ਸਵਾਲ ਹੈਗੇ ਨੇ, ਉਹ ਸਵਾਲ ਵੀ ਸਾਡੇ ਨਾਲ ਸਾਂਝੇ ਕਰਨ। ਉੱਥੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ, ਇੱਥੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਮੈਡਮ ਬਲਜਿੰਦਰ ਕੌਰ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ, ਇਹਨਾਂ ਦੀ ਪਹਿਲਾਂ ਵੀ ਅਸੀਂ ਡਿਊਟੀ ਲਾਈ ਸੀ ਤੇ ਇਸ ਵਾਰੀ ਵੀ ਇਹਨਾਂ ਦੀ ਡਿਊਟੀ ਹੈ ਕਿ ਫੇਸਬੁੱਕ ਤੇ ਜੋ ਕੋਈ ਸਵਾਲ ਹੁੰਦਾ ਹੈ ਤਾਂ ਉਸ ਸਵਾਲ ਨੂੰ ਤੁਰੰਤ ਉਹ ਇਧਰਲੇ ਪਾਸੇ ਲਿਆ ਕੇ ਉਹ ਸਵਾਲ ਕਰਨ, ਤਾਂ ਕਿ ਉਹਨਾਂ ਦੇ ਜਿਹੜੇ ਖਦਸ਼ੇ ਨੇ, ਉਹਨਾਂ ਦੇ ਜਿਹੜੇ ਸਵਾਲ ਨੇ, ਉਹ ਵੀ ਆਪਾਂ ਨਾਲ ਲੈ ਸਕੀਏ। ਸੋ ਬਲਜਿੰਦਰ ਮੈਡਮ ਸਾਡੇ ਐਡਮਿਨ ਨੇ, ਇਹ ਵੀ ਸਾਡੇ ਸ਼ਾਮਲ ਹੋ ਚੁੱਕੇ ਨੇ। ਮੈਂ ਇਹਨਾਂ ਦਾ ਵੀ ਸਵਾਗਤ ਕਰਦਾ ਤੇ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਪਿਛਲੀ ਵਾਰ ਵਾਂਗੂ ਸਵਾਲ ਜਿਹੜੇ ਉਧਰ ਹੈਗੇ ਨੇ ਉਹਨਾਂ ਸਵਾਲਾਂ ਨੂੰ ਉਹ ਇੱਧਰ ਲੈ ਕੇ ਆਉਣਗੇ। ਤੇ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਧਾਮੀ ਸਾਹਿਬ ਤੇ ਬਾਕੀ ਸਾਡੀ ਹੋਸਟ ਟੀਮ ਹੈ ਜਿਹੜੀ ਉਹ ਚਲਾਓ। ਬਹੁਤ ਸ਼ੁਕਰੀਆ ਸਰ, ਬੜਾ ਬਾਰੀਕੀ ਨਾਲ, ਵਿਸਥਾਰ ਨਾਲ ਤੁਸੀਂ ਦੱਸਿਆ ਕਿ ਇਹ ਜਿਹੜਾ ਸਾਡਾ ਸਿਲਸਿਲਾ ਚੱਲਦਾ ਪਿਆ, ਜਾਂ ਇਹ ਅਗਾਂਹ ਜਿੰਨੇ ਵੀ ਭਾਗ ਹੋਣਗੇ, ਜਿੰਨੇ ਵੀ ਨੁਕਤੇ ਸਾਂਝੇ ਕੀਤੇ ਜਾਣਗੇ, ਸਾਡੇ ਅਧਿਆਪਕ ਸਾਥੀ, ਸਿੱਖਿਅਕ ਸਾਥੀ ਤੇ ਵਿਦਿਆਰਥੀ ਉਹ ਬਹੁਤ ਲਾਭ ਲੈਣਗੇ। ਕਿਉਂਕਿ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ ਸ਼ਾਇਦ ਕਦੇ ਵੀ ਇਸ ਤਰ੍ਹਾਂ ਦੇ ਨੁਕਤਿਆਂ ਬਾਰੇ ਕੋਈ ਵਿਸਥਾਰ ਸ਼ਾਇਦ ਗੱਲਾਂ ਨਹੀਂ ਹੋਈਆਂ। ਵਿਭਾਗ ਵੱਲੋਂ ਕੋਈ ਨਾ ਕੋਈ ਛੋਟੇ ਇਹੋ ਜਿਹੀ ਕਿਤਾਬ ਤਾਂ ਜ਼ਰੂਰ ਜਾਰੀ ਕੀਤੇ ਜਾਂਦੇ ਨੇ, ਪਰੰਤੂ ਉਹਨਾਂ ਨੁਕਤਿਆਂ ਨੂੰ ਇਸ ਤਰ੍ਹਾਂ ਵਿਸਥਾਰ ਦਿੱਤਾ ਬਹੁਤ ਘੱਟ ਜਾਂਦਾ। ਮੈਨੂੰ ਲੱਗਦਾ ਕਿ ਬਹੁਤ ਵਧੀਆ ਰਹੇਗਾ। ਥੋੜਾ ਜਿਹਾ ਉੱਚੀ ਬੋਲੋ ਧਾਮੀ ਸਾਹਿਬ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਹੈ। ਹਾਂਜੀ, ਆਵਾਜ਼ ਘੱਟ ਆ ਰਹੀ ਹੈ। ਹਾਂਜੀ ਸਰ, ਹੁਣ ਠੀਕ ਹੈ ਜੀ? ਹਾਂ ਠੀਕ ਹੈ, ਬਸ ਪਰ ਥੋੜਾ ਜਿਹਾ ਉੱਚੀ ਬੋਲੋ ਪਲੀਜ਼। ਸੋ ਆਪਾਂ ਆਪਣੇ ਇਸ ਪ੍ਰੋਗਰਾਮ ਨੂੰ ਅਗਾਂਹ ਲੈ ਕੇ ਜਾਂਦੇ ਹਾਂ ਸਵਾਲ ਜਵਾਬ ਦੇ ਸਿਲਸਿਲੇ ਵਿੱਚ। ਮੈਂ ਬੇਨਤੀ ਕਰਾਂਗਾ ਮੈਡਮ ਰੁਪਿੰਦਰ ਕੌਰ ਹੋਰਾਂ ਨੂੰ ਕਿ ਉਹ ਆਪਣਾ ਸਵਾਲ ਭੁਪਿੰਦਰ ਉੱਡਤ ਹੋਰਾਂ ਨੂੰ ਰੱਖਣ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਹੀ ਬਹੁਤ-ਬਹੁਤ ਜੀ ਆਇਆਂ ਨੂੰ। ਬੜੀ ਇਸ ਸਮੇਂ ਇਹਨਾਂ ਵਿਦਿਅਕ ਮੁਕਾਬਲਿਆਂ ਦੇ ਅਹਿਮ ਨੁਕਤਿਆਂ ਤੇ ਗੱਲਬਾਤ ਕਰਨੀ ਜਿਹੜੀ ਹੈ ਬੜੀ ਸਾਰਥਕ ਸਾਬਤ ਹੋਊਗੀ। ਤੇ ਮੈਂ ਭੁਪਿੰਦਰ ਜੀ ਤੋਂ ਪਹਿਲਾ ਸਵਾਲ ਕਰਨਾ ਚਾਹਾਂਗੀ ਕਿ ਸੰਗੀਤ ਦੇ ਮੁੱਖ ਕਿਹੜੇ ਮੁਕਾਬਲੇ ਕਿਹੜੇ ਹਨ ਅਤੇ ਇਹ ਕਿਹੜੇ ਪੱਧਰ ਤੱਕ ਹੁੰਦੇ ਹਨ? ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਗਰੁੱਪ ਵਿੱਚ ਸਾਰੇ ਹੀ ਸੂਝਵਾਨ ਜੋ ਸਾਡੇ ਪਹੁੰਚੇ ਹੋਏ ਨੇ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਗੱਲ ਕਰੀਏ ਆਪਾਂ ਮੁਕਾਬਲਿਆਂ ਦੀ, ਜਿੱਦਾਂ ਮੈਡਮ ਜੀ ਨੇ ਕੁਐਸਚਨ ਕੀਤਾ, ਗੀਤ, ਲੋਕ ਗੀਤ, ਵਾਰ ਗਾਇਨ, ਕਵੀਸ਼ਰੀ, ਇਸ ਤੋਂ ਬਿਨਾਂ ਕਾਫੀ ਆਈਟਮਾਂ ਹੋਰ ਆ ਜਾਂਦੀਆਂ ਨੇ ਜਿਹੜੀਆਂ ਕਿ ਗਿੱਧਾ, ਭੰਗੜਾ, ਜਿਹਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਜਾਂ ਲੋਕ ਗੀਤ ਗਾਏ ਜਾਂਦੇ ਨੇ। ਇਹ ਜਦੋਂ ਅਸੀਂ ਸਕੂਲ ਪੱਧਰ ਤੋਂ ਸ਼ੁਰੂ ਕਾਫੀ ਕੀਤੇ ਆ। ਪਹਿਲਾਂ ਅਸੀਂ ਸਕੂਲ ਪੱਧਰ ਤੇ ਜਾਂਦੇ ਹਾਂ ਜੀ, ਜਿਸ ਤਰ੍ਹਾਂ ਹੁਣ ਸਾਡਾ ਪ੍ਰਾਇਮਰੀ ਕੈਡਰ ਹੈ, ਇਸ ਦੇ ਵਿੱਚ ਪਹਿਲਾਂ ਸਕੂਲ ਪੱਧਰ ਹੁੰਦਾ ਹੈ, ਫਿਰ ਉਸ ਤੋਂ ਬਾਅਦ ਅਸੀਂ ਕਲਸਟਰ ਪੱਧਰ ਤੇ ਜਾਂਦੇ ਹਾਂ, ਫਿਰ ਸਾਡਾ ਬਲਾਕ ਪੱਧਰ ਹੈ, ਜ਼ਿਲ੍ਹਾ ਪੱਧਰ ਹੈ, ਫਿਰ ਪੰਜਾਬ ਪੱਧਰ ਹੈ। ਇਸ ਤਰ੍ਹਾਂ ਅਸੀਂ ਪੜਾਅ ਦਰ ਪੜਾਅ ਅੱਗੇ ਵਧਦੇ ਹਾਂ ਇਹਨਾਂ ਮੁਕਾਬਲਿਆਂ ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਲੈਵਲ ਤੋਂ ਬਾਅਦ ਜਿੱਦਾਂ ਯੂਨੀਵਰਸਿਟੀਆਂ ਦੇ ਕੰਪੀਟੀਸ਼ਨ ਹੈਗੇ ਨੇ, ਉਹ ਫਿਰ ਨੈਸ਼ਨਲ ਤੱਕ ਚਲੇ ਜਾਂਦੇ ਨੇ ਜੀ।
ਥੈਂਕ ਯੂ ਸਰ। ਹਾਂ ਜੀ ਸਰ, ਬਹੁਤ ਵਧੀਆ ਮੈਡਮ ਹੋਰਾਂ ਦਾ ਸਵਾਲ ਸੀਗਾ, ਤੁਸੀਂ ਉਹਨੂੰ ਬੜੀ ਹੀ ਖੂਬਸੂਰਤੀ ਨਾਲ ਉਹਦਾ ਜਵਾਬ ਦਿੱਤਾ। ਤੇ ਮੈਡਮ ਮਨਿੰਦਰ ਕੌਰ ਹੋਰਾਂ ਨੂੰ ਬੇਨਤੀ ਹੈ ਕਿ ਉਹ ਹੁਣ ਆਪਣਾ ਅਗਲਾ ਸਵਾਲ ਰੱਖਣ। ਮੈਡਮ ਮਨਿੰਦਰ ਕੌਰ, ਮੈਡਮ ਤੁਹਾਡਾ ਮਾਈਕ ਮਿਊਟ ਜੇ, ਇਹਨੂੰ ਅਨਮਿਊਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਿਰਜਣਾਤਮਕ ਸਿੱਖਿਆ ਸੰਸਾਰ ਦਾ ਇਹ ਜੋ ਉਪਰਾਲਾ ਹੈ, ਬਹੁਤ ਸਾਰੇ ਮਿਹਨਤੀ ਅਧਿਆਪਕਾਂ ਦਾ ਰਾਹ ਰੁਸ਼ਨਾਵੇਗਾ। ਸਰ, ਮੇਰਾ ਸਵਾਲ ਹੈ ਕਿ ਡਾਂਸ ਦੇ ਮੁੱਖ ਮੁਕਾਬਲੇ ਕਿਹੜੇ-ਕਿਹੜੇ ਹੁੰਦੇ ਨੇ ਤੇ ਕਿਹੜੇ-ਕਿਹੜੇ ਪੱਧਰ ਤੱਕ ਹੁੰਦੇ ਨੇ? ਪਾਲੀ ਜੀ, ਸਿਰਜਣਾਤਮਕ ਸਿੱਖਿਆ ਸੰਸਾਰ ਤੇ ਅੱਜ ਬਹੁਤ ਹੀ ਵਧੀਆ ਵਿਸ਼ੇ ਤੇ ਅਹਿਮ ਚਰਚਾ ਹੋ ਰਹੀ ਹੈ ਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਕਿਉਂਕਿ ਇਸ ਦੀ ਲੋੜ ਬਹੁਤ ਜ਼ਿਆਦਾ ਸੀ। ਕਾਫੀ ਅਧਿਆਪਕ ਜਿਹੜੇ ਨੇਗੇ ਦੇਖਣ ਚ ਆਇਆ, ਜਿਵੇਂ ਅੱਜ ਵੀ ਜੱਜਮੈਂਟ ਤੇ ਸੀ, ਤੇ ਕਾਫੀ ਅਧਿਆਪਕਾਂ ਨੂੰ ਮੁਕਾਬਲਿਆਂ ਬਾਰੇ ਹਲੇ ਅਧੂਰੀ ਜਾਣਕਾਰੀ ਹੈ। ਹੁਣ ਜਿਵੇਂ ਮੈਡਮ ਜੀ ਨੇ ਡਾਂਸ ਦੀ ਗੱਲ ਕੀਤੀ ਆ, ਤਾਂ ਜਦੋਂ ਅਸੀਂ ਡਾਂਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਲੋਕ ਨਾਚ ਜਿਹੜੇ ਨੇ ਉਹ ਮੁਕਾਬਲਿਆਂ ਦੇ ਵਿੱਚ ਆਉਂਦੇ ਨੇ ਦੋ ਤਰ੍ਹਾਂ ਦੇ। ਪਹਿਲਾ ਹੈਗਾ ਜੀ ਭੰਗੜਾ, ਦੂਸਰਾ ਹੈ ਲੜਕੀਆਂ ਦਾ ਗਿੱਧਾ, ਔਰ ਤੀਸਰਾ ਹੈ ਲੋਕ ਨਾਚ। ਇਹ ਤਿੰਨ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿ ਵਿਦਿਅਕ ਮੁਕਾਬਲਿਆਂ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ। ਗਿੱਧੇ ਦੇ ਵਿੱਚ ਲੜਕੀਆਂ ਦਾ ਗਿੱਧਾ ਪਰਫਾਰਮ ਕੀਤਾ ਜਾਂਦਾ, ਤੇ ਦੂਸਰਾ ਭੰਗੜਾ, ਉਹਦੇ ਵਿੱਚ ਲੜਕਿਆਂ ਦਾ ਭੰਗੜਾ ਜਿਹੜਾ ਉਹ 9ਵੀਂ ਤੋਂ 12ਵੀਂ ਤੱਕ ਦੇ ਪੱਧਰ ਦਾ ਹੁੰਦਾ। 6ਵੀਂ ਤੋਂ 8ਵੀਂ ਦਾ ਕੋਈ ਪੱਧਰ ਨਹੀਂ ਹੈਗਾ ਇਹਦੇ ਵਿੱਚ। 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਆ ਪਾਰਟਿਸਿਪੇਟ ਕਰ ਸਕਦੇ ਨੇ। ਹੁਣ 6ਵੀਂ ਤੋਂ 8ਵੀਂ ਦਾ ਭੰਗੜਾ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸਹਿ ਵਿਦਿਅਕ ਮੁਕਾਬਲਿਆਂ ਦੇ ਵਿੱਚ। ਦੋ ਇਹ ਟੀਮਾਂ ਜਿਹੜੀਆਂ ਖਾਸ ਆ। ਹੁਣ ਜਦੋਂ ਅਸੀਂ ਲੋਕ ਨਾਚਾਂ ਦੀ ਗੱਲ ਕਰਦੇ ਹਾਂ ਤਾਂ ਲੋਕ ਨਾਚਾਂ ਦੇ ਵਿੱਚ ਸਾਡੇ ਕੋਲੇ ਮਿਕਸ ਜਿਹੜੇ ਲੋਕ ਨਾਚ ਨੇ ਉਹ ਕਰਾਏ ਜਾਂਦੇ ਨੇ। ਜਿਵੇਂ ਯੂਨੀਵਰਸਿਟੀ ਦੇ ਵਿੱਚ ਖੁੱਲੇ ਆ, ਕੋਈ ਵੀ ਲੋਕ ਨਾਚ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਲੁੱਡੀ ਆ, ਝੂਮਰ ਆ, ਮਲਵਈ ਗਿੱਧਾ, ਜਿੰਦੂਆ, ਇਸ ਤਰੀਕੇ ਦੇ ਕੋਈ ਵੀ ਜਿਹੜੇ ਲੋਕ ਨਾਚ ਨੇ ਤੁਸੀਂ ਕਰ ਸਕਦੇ ਹੋ। ਪਰ ਜਦੋਂ ਅਸੀਂ ਬੋਰਡ ਦੇ ਵਿਦਿਅਕ ਮੁਕਾਬਲਿਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਮਲਵਈ ਗਿੱਧਾ, ਝੂਮਰ, ਲੁੱਡੀ, ਸੰਮੀ, ਇਹ ਚਾਰ ਜਿਹੜੇ ਲੋਕ ਨਾਚ ਨੇ ਉਹ ਜ਼ਿਆਦਾਤਰ ਕਰਾਏ ਜਾਂਦੇ ਨੇ। ਜਦੋਂ ਅਸੀਂ ਲੋਕ ਨਾਚਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਜਦੋਂ ਸਾਡੇ ਪੰਜਾਬ ਦੀ ਵੰਡ ਨਹੀਂ ਹੋਈ ਸੀ ਤਾਂ ਵੰਡ ਤੋਂ ਪਹਿਲਾਂ ਸਾਡੇ ਕੋਲੇ 40 ਲੋਕ ਨਾਚ ਸੀਗੇ। 40 ਲੋਕ ਨਾਚ ਜਿਹੜੇ ਕਿ ਹੁਣ ਅਸੀਂ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸਦਾ। ਜਿਵੇਂ ਹੇਮੜੀ ਸੀਗਾ, ਬਾਘਾ ਬਾਘੀ ਸੀਗਾ, ਫੁੰਮਣੀਆਂ ਸੀ, ਪਠਾਣੀਆਂ ਸੀ, ਤੇ ਹੇਮੜੀ ਸਾਡੇ ਕੋਲ ਹੈਗਾ ਸੀ। ਤੇ ਇਸ ਤਰੀਕੇ ਦੇ ਜਿਨ੍ਹਾਂ ਦੇ ਸਾਨੂੰ ਨਾਮ ਵੀ ਨਹੀਂ ਹਲੇ ਤੱਕ ਪਤਾ ਹੈਗੇ, ਇਸ ਤਰੀਕੇ ਦੇ ਲੋਕ ਨਾਚ ਵੀ ਜਿਹੜੇ ਸੀਗੇ ਉਹ ਕੁੱਲ ਮਿਲਾ ਕੇ 40 ਲੋਕ ਨਾਚ ਜਿਹੜੇ ਸਾਡੇ ਬਣਦੇ ਨੇ। ਪਰ ਹੁਣੇ ਸੁੰਗੜ ਕੇ ਮਹਿਜ ਸਿਰਫ 4 ਲੋਕ ਨਾਚ ਜਿਹੜੇ ਅਹਿਮ ਰਹਿ ਚੁੱਕੇ ਨੇ, ਜਿਹੜੇ ਯੂਨੀਵਰਸਿਟੀਆਂ ਤੱਕ ਸਾਨੂੰ ਦੇਖਣ ਨੂੰ ਮਿਲਦੇ ਨੇ। ਅੱਗੇ ਮੈਂ ਕਿਸੇ ਟਾਈਮ ਡਾਂਸ ਦੇਖਿਆ ਸੀਗਾ, ਡੰਡਾਸ ਵੀ ਸਾਡੇ ਪੰਜਾਬ ਦਾ ਲੋਕ ਨਾਚ ਆ। ਉਹ ਬਹੁਤ ਘੱਟ, ਮੈਂ ਯੂਨੀਵਰਸਿਟੀ ਦੇ ਵਿੱਚ ਇੱਕ ਵਾਰੀ ਇਹਦੇ ਮੁਕਾਬਲੇ 'ਚ ਦੇਖਿਆ। ਜਿੰਦੂਆ ਵੀ ਸਾਡੇ ਮੁਕਾਬਲਿਆਂ 'ਚੋਂ ਗਾਇਬ ਹੋ ਗਿਆ। ਹੁਣ ਸਿਰਫ 4 ਮੁਕਾਬਲੇ ਜਿਹੜੇ ਦੇਖਣ ਨੂੰ ਮਿਲਦੇ ਨੇ ਲੋਕ ਨਾਚਾਂ ਦੇ ਵਿੱਚ। ਪਹਿਲਾ ਝੂਮਰ, ਦੂਜਾ ਸੰਮੀ, ਤੀਜਾ ਲੁੱਡੀ ਤੇ ਚੌਥਾ ਮਲਵਈ ਗਿੱਧਾ। ਇਹ ਸਿਰਫ 4 ਹੀ ਲੋਕ ਨਾਚ ਜਿਹੜੇ ਨੇ ਉਹ ਸਾਨੂੰ ਹੁਣ ਦੇਖਣ ਨੂੰ ਮਿਲ ਰਹੇ ਨੇ, ਤੇ ਬਾਕੀ ਹੌਲੀ ਹੌਲੀ ਜਿਹੜੇ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ ਤੇ ਮੁਕਾਬਲਿਆਂ ਦੇ ਵਿੱਚੋਂ ਵੀ ਬਾਹਰ ਹੁੰਦੇ ਜਾ ਰਹੇ ਨੇ। ਜਿਹੜਾ ਹੁਣ ਆਜ਼ਾਦੀ ਦਾ ਹੈਗਾ ਸਾਡੇ ਕੋਲੇ ਮੁਕਾਬਲਾ ਚੱਲ ਰਿਹਾ, ਉਹਦੇ ਵਿੱਚ ਡਾਂਸ ਦਾ ਕੋਈ ਮੁਕਾਬਲਾ ਨਹੀਂ, ਲੋਕ ਨਾਚਾਂ ਦਾ ਕੋਈ ਵੰਨਗੀ ਜਿਹੜੀ ਆ ਉਹ ਨਹੀਂ ਰੱਖੀ ਗਈ ਹੈ ਜੀ। ਪਰ ਪਾਲੀ ਇਹਦੇ ਵਿੱਚ ਜਿਹੜੀ ਗੱਲ ਮੈਂ ਥੋੜੀ ਜਿਹੀ ਐਡ ਕਰਨਾ ਚਾਹੁੰਦਾ, ਜਾਂ ਆਪਾਂ ਡਿਸਕਸ ਕਰੀਏ ਜਿਹੜੀ ਗੱਲ ਕਿ ਤੁਸੀਂ ਜਿਹੜੇ ਮੁਕਾਬਲਿਆਂ ਦੀ ਗੱਲ ਕੀਤੀ ਹੈ, ਇਹ ਫੋਕ ਡਾਂਸ ਹੈ। ਮਤਲਬ ਫੋਕ ਡਾਂਸ ਦੀਆਂ ਸਾਰੀਆਂ ਵੰਨਗੀਆਂ ਨੇ, ਜਿਹਦੇ ਵਿੱਚ ਭੰਗੜਾ ਹੈ, ਗਿੱਧਾ ਹੈ, ਲੁੱਡੀ ਹੈ, ਸੰਮੀ ਹੈ, ਝੂਮਰ ਹੈ, ਮਲਵਈ ਗਿੱਧਾ ਹੈ ਨਾ। ਪਰ ਇਹਨਾਂ ਫੋਕ ਡਾਂਸਿਸ ਦੇ ਮੁਕਾਬਲੇ ਸਾਡੇ ਕੋਲੇ ਡਾਂਸਿਸ ਦੀਆਂ ਹੋਰ ਬਹੁਤ ਸਾਰੀਆਂ ਫਾਰਮਸ ਨੇ। ਜਿਵੇਂ ਮਤਲਬ ਇਹਨਾਂ ਮੁਕਾਬਲਿਆਂ ਦੇ ਵਿੱਚ ਹੀ ਸੋਲੋ ਡਾਂਸ ਇੱਕ ਮੁਕਾਬਲਾ ਹੁੰਦਾ ਹੈ, ਗਰੁੱਪ ਡਾਂਸ ਇੱਕ ਮੁਕਾਬਲਾ ਹੁੰਦਾ ਹੈ, ਜਾਂ ਫਿਰ ਜਿਵੇਂ ਜਿਵੇਂ ਇਹਨਾਂ ਦੇ ਵਿੱਚ ਵਿਗਾੜ ਪੈਦਾ ਹੋਇਆ
ਤਾਂ ਅਸੀਂ ਕੁਝ ਵੇਰੜੀਆਂ ਜਿਹੜੀਆਂ ਨਸਲਾਂ ਨੇ ਉਹ ਵੀ ਲਿਆਂਦੀਆਂ, ਜਿਵੇਂ ਮਤਲਬ ਐਕਸ਼ਨ Song ਹੈ, ਉਹ ਵੀ ਮਤਲਬ ਇੱਕ ਡਾਂਸ ਦੀ ਫਾਰਮ ਬਣ ਗਈ ਹੁਣ। ਭਾਵੇਂ ਉਹ ਮਜਬੂਰੀ 'ਚ ਪੈਦਾ ਹੋਈ, ਸਾਡੇ ਕੋਲੇ ਢੋਲ ਦੇ ਤੇ ਅਸੀਂ ਪਾ ਨਹੀਂ ਸਕਦੇ ਸੀ, ਅਸੀਂ ਸਿੱਖ ਨਹੀਂ ਸਕਦੇ ਸੀ, ਅਸੀਂ ਗੀਤਾਂ ਤੇ ਪਾਉਣ ਲੱਗੇ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਮੁਕਾਬਲਿਆਂ ਦੇ ਵਿੱਚ ਜਿਹੜੇ ਇਸ ਵੇਲੇ ਮੁਕਾਬਲੇ ਆ ਰਹੇ ਨੇ, ਉਹਨਾਂ ਦੇ ਵਿੱਚ ਸੋਲੋ ਡਾਂਸ ਦਾ ਮੁਕਾਬਲਾ ਵੀ ਆ ਰਿਹਾ ਹੈ, ਉਹਨਾਂ ਦੇ ਵਿੱਚ ਗਰੁੱਪ ਡਾਂਸ ਦਾ ਮੁਕਾਬਲਾ ਵੀ ਆ ਰਿਹਾ ਹੈ, ਉਹਨਾਂ ਦੇ ਵਿੱਚ ਐਕਸ਼ਨ Song ਦਾ ਮੁਕਾਬਲਾ ਵੀ ਆ ਰਿਹਾ ਹੈ। ਥੋੜਾ ਜਿਹਾ ਇਹਨਾਂ ਮੁਕਾਬਲਿਆਂ ਬਾਰੇ ਵੀ ਮੈਂ ਚਾਹੂੰਗਾ ਕਿ ਤੁਸੀਂ ਡਿਟੇਲ ਦੇ ਵਿੱਚ ਚਾਨਣਾ ਪਾਓ, ਤਾਂ ਕਿ ਕਿਉਂਕਿ ਜੱਜਮੈਂਟ ਤਾਂ ਜਦੋਂ ਹੁੰਦੀ ਹੈ ਇਹਨਾਂ ਮੁਕਾਬਲਿਆਂ ਦੀ ਵੀ ਹੁੰਦੀ ਹੈ, ਜੋ ਤਿਆਰੀ ਕਰਨੀ ਹੁੰਦੀ ਹੈ ਇਹਨਾਂ ਮੁਕਾਬਲਿਆਂ ਦੀ ਵੀ ਕਰਾਉਣੀ ਹੁੰਦੀ ਹੈ, ਤੇ ਇੱਥੇ ਆ ਕੇ ਪੇਚ ਫਸਦਾ ਹੈ ਕਿ ਜਦੋਂ ਐਕਸ਼ਨ Song ਦਾ ਮੁਕਾਬਲਾ ਹੈ ਉੱਥੇ ਕੋਈ ਕੋਰੀਓਗ੍ਰਾਫੀ ਕਰ ਦਿੰਦਾ ਹੈ, ਕੋਰੀਓਗ੍ਰਾਫੀ ਦੇ ਨਾਂ ਤੇ ਕੋਈ ਐਕਸ਼ਨ Song ਕਰ ਦਿੰਦਾ ਹੈ। ਸੋ ਇਹਨੂੰ ਵੀ ਆਪਾਂ ਡਿਫਾਈਨ ਕਰਨਾ ਪਊਗਾ ਆਪਾਂ ਨੂੰ ਕਿ ਇਹ ਮੁਕਾਬਲੇ ਕਿਸ ਨੇਚਰ ਦੇ ਮੁਕਾਬਲੇ ਨੇ ਤੇ ਇਹਨਾਂ 'ਚ ਕੀ ਹੈ। ਜੀ ਡਾਕਟਰ ਸਾਹਿਬ, ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਜਿਵੇਂ ਹੁਣ ਤੁਸੀਂ 3 ਮੁਕਾਬਲਿਆਂ ਦੀ ਗੱਲ ਕੀਤੀ ਹੈ, ਜਿਵੇਂ ਆਪਾਂ ਪਹਿਲਾਂ ਸੋਲੋ ਡਾਂਸ ਦੀ ਗੱਲ ਕਰਦੇ ਹਾਂ, ਸੋਲੋ ਡਾਂਸ ਮੁਕਾਬਲੇ ਦੇ ਵਿੱਚ ਹੁਣ ਇੱਕ ਜਿਹੜਾ ਸਹਿ ਵਿਦਿਅਕ ਮੁਕਾਬਲੇ ਆਪਣੇ ਪੰਜਾਬ ਬੋਰਡ ਦੇ ਆ, ਉਹਦੇ ਵਿੱਚ ਤਾਂ ਨਿਰੋਲ, ਭੰਗੜਾ ਔਰ ਗਿੱਧਾ ਹੀ ਹੋਊਗਾ। ਉਹਦੇ ਵਿੱਚ ਤੁਸੀਂ ਹੋਰ ਕੋਈ ਡਾਂਸ ਨਹੀਂ ਕਰ ਸਕਦੇ, ਸਿਰਫ ਪੰਜਾਬ ਦਾ ਲੋਕ ਨਾਚ ਹੀ ਪਰਫਾਰਮ ਕੀਤਾ ਜਾਣਾ। ਬਾਕੀ ਬੈਕਗਰਾਉਂਡ ਜਿਹੜਾ ਮਿਊਜ਼ਿਕ ਆ ਉਹਦੀ ਬੋਰਡ ਵੱਲੋਂ ਹਲੇ ਤੱਕ ਕੋਈ ਹਦਾਇਤ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਕਿਹਾ ਹੋਇਆ ਕਿ ਸੱਭਿਆਚਾਰਕ ਜਿਹੜਾ ਗੀਤ ਆ ਉਹ ਹੋ ਸਕਦਾ ਵਾ। ਸੋ ਸੱਭਿਆਚਾਰਕ ਗੀਤ ਦੇ ਵਿੱਚ ਜਿਵੇਂ ਆਪਣੇ ਜਿਵੇਂ ਮਤਲਬ ਆਪਾਂ ਭੰਗੜੇ ਦੀ ਗੱਲ ਕਰਦੇ ਆ, ਤਾਂ ਭੰਗੜੇ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਸਾਡੇ ਬੈਠੇ ਨੇ, ਤਾਂ ਉਹ ਸਿਰਫ ਤੇ ਸਿਰਫ ਭੰਗੜੇ ਵਾਲੇ ਨੂੰ ਹੀ ਅੱਗੇ ਜਾਣ ਦਿੰਦੇ ਨੇ। ਜਿਵੇਂ ਤੁਸੀਂ ਕੋਰੀਓਗ੍ਰਾਫੀ ਦੀ ਗੱਲ ਕੀਤੀ ਆ, ਕੋਈ ਬੱਚਾ ਆ ਤੇ ਉਹ ਭੰਗੜੇ ਦੇ ਕੋਈ ਸਟੈਪ ਨਹੀਂ ਕਰ ਰਿਹਾ, ਕੋਈ ਉਹਦੇ ਕੋਲ ਭੰਗੜੇ ਕੋਈ ਸਟੈਪ ਵਿੱਚ ਨਹੀਂ ਹੈਗਾ, ਪਰ ਉਹ ਡਾਂਸ ਜਾਂ ਕੋਰੀਓਗ੍ਰਾਫੀ ਟਾਈਪ ਕਰ ਰਿਹਾ, ਤਾਂ ਜਿਹੜੇ ਜੱਜ ਸਾਹਿਬਾਨ ਬੈਠੇ ਨੇ ਉਹ ਬੜੇ ਪਾਰਖੂ ਹੁੰਦੇ ਨੇ, ਉਹਨਾਂ ਨੇ ਆਪਣੇ ਆਪ ਹੀ ਉਹਨੂੰ ਡਿਸਕੁਆਲੀਫਾਈ ਕਰ ਦੇਣਾ। ਕਿਉਂਕਿ ਭੰਗੜਾ ਹੈ ਤਾਂ ਸੋਲੋ ਡਾਂਸ ਦੇ ਵਿੱਚ ਸਿਰਫ ਭੰਗੜਾ ਹੀ ਹੋਊਗਾ। ਅਗਰ ਕੋਈ ਗਿੱਧਾ ਜਾਂ ਹੁਣ ਜਿਵੇਂ ਗਿੱਧੇ ਦੀ ਗੱਲ ਕਰਦੇ, ਹੁਣ ਗਿੱਧਾ ਕੱਲੀ ਕੁੜੀ ਨਹੀਂ ਪਾ ਸਕਦੀ। ਸੋਲੋ ਡਾਂਸ ਦੇ ਵਿੱਚ ਲੜਕੀਆਂ ਜਿਹੜੀਆਂ ਉਹ ਆਪਣੇ ਸਟੈਪ ਜਿਹੜੇ ਨੇ ਉਹ ਫੋਕ ਹੀ ਰੱਖ ਸਕਦੀਆਂ ਨੇ, ਲੜਕੀਆਂ ਪਰਫਾਰਮ ਕਰ ਲੈਂਦੀਆਂ ਨੇਗੀਆਂ। ਹੁਣ ਜਦੋਂ ਆਪਾਂ ਇੱਕ ਕਲਾ ਉਤਸਵ ਦਾ ਮੁਕਾਬਲਾ ਵਾ, ਨੈਸ਼ਨਲ ਪੱਧਰ ਦਾ ਮੁਕਾਬਲਾ, ਉਹ ਨੈਸ਼ਨਲ ਪੱਧਰ ਦੇ ਮੁਕਾਬਲੇ ਦੇ ਵਿੱਚ ਬਹੁਤ ਘੱਟ ਪਾਰਟਿਸਿਪੇਸ਼ਨ ਹੁੰਦੀ ਆ। ਉਹਦੇ ਵਿੱਚ ਹੁਣ ਆਨਲਾਈਨ ਮੁਕਾਬਲੇ ਚੱਲ ਰਹੇ ਨੇ ਉਹਨਾਂ ਦੇ, ਉਹ ਜ਼ਿਆਦਾਤਰ ਆਨਲਾਈਨ ਕਰਾਉਂਦੇ ਨੇ। ਹੁਣ ਸ਼ਾਇਦ ਇਸ ਵਾਰ ਆਫਲਾਈਨ ਹੋਵੇ। ਉਹਦੇ ਵਿੱਚ ਇੱਕ ਡਾਂਸ ਦਾ ਮੁਕਾਬਲਾ ਹੁੰਦਾ, ਉਹਦੇ ਡਾਂਸ ਦੇ ਮੁਕਾਬਲੇ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਡਾਂਸ ਪਰਫਾਰਮ ਕਰ ਸਕਦੇ ਹਾਂ। ਉਹਦੇ ਵਿੱਚ 2 ਵੰਨਗੀਆਂ ਨੇ ਕਲਾ ਉਤਸਵ ਮੁਕਾਬਲੇ ਦੇ ਵਿੱਚ, ਇੱਕ ਫੋਕ ਡਾਂਸ ਦੀ ਵੰਨਗੀ ਆ, ਇੱਕ ਕਲਾਸੀਕਲ ਡਾਂਸ ਦੀ ਵੰਨਗੀ ਆ। ਤੁਸੀਂ ਫੋਕ ਡਾਂਸ ਦੇ ਵਿੱਚ ਕਿਸੇ ਵੀ ਸਟੇਟ ਦਾ ਫੋਕ ਡਾਂਸ ਪਰਫਾਰਮ ਕਰ ਸਕਦੇ ਹੋ। ਕਲਾ ਉਤਸਵ ਮੁਕਾਬਲੇ ਦੇ ਵਿੱਚ ਫੋਕ ਡਾਂਸ ਕੈਟਾਗਰੀ ਦੇ ਵਿੱਚ ਕਿਸੇ ਵੀ ਸਟੇਟ ਦਾ ਤੁਸੀਂ ਫੋਕ ਡਾਂਸ ਪਰਫਾਰਮ ਕਰ ਸਕਦੇ ਹੋ, ਚਾਹੇ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ, ਕਿਉਂਕਿ ਇਹ ਪੂਰੇ ਇੰਡੀਆ ਦੇ ਵਿੱਚ ਹੁੰਦਾ ਵਾ। ਹੁਣ ਆ ਗਿਆ ਕਲਾਸੀਕਲ ਦਾ। ਕਲਾਸੀਕਲ ਦੇ ਵਿੱਚ ਸੋਲੋ ਡਾਂਸ ਮੁਕਾਬਲੇ ਦੇ ਵਿੱਚ ਬੱਚਾ ਕਲਾਸੀਕਲ ਸਿਰਫ ਡਾਂਸ ਪੇਸ਼ ਕਰ ਸਕਦਾ। ਇਹ ਜਿਹੜੀਆਂ 2 ਵੰਨਗੀਆਂ ਨੇਗੀਆਂ, ਇਹ ਸਿਰਫ ਕਲਾ ਉਤਸਵ ਮੁਕਾਬਲੇ ਦੇ ਵਿੱਚ ਹੁੰਦੀਆਂ ਨੇ। ਸੋ ਹੁਣ ਜਿਹੜੀ ਆ ਗਈ ਗਰੁੱਪ ਦੀ ਗੱਲ, ਗਰੁੱਪ ਦੇ ਵਿੱਚ ਤਾਂ ਨੈਚੁਰਲੀ ਆ, ਜਦੋਂ ਹੁਣ ਆਪਾਂ ਢੋਲ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤੁਸੀਂ ਨਿਯਮ ਜਿਹੜੇ ਨੇ ਉਹ ਬਹੁਤ ਸਟ੍ਰਿਕਟ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ, ਕਿ ਭੰਗੜਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਢੋਲ ਤੇ ਹੀ ਹੋਏਗਾ। ਔਰ ਦੂਸਰੀ ਇੱਕ ਬਹੁਤ ਵੱਡੀ ਵਧੀਆ ਗੱਲ ਜਿਹੜੀ ਉਹ ਇਹ ਆ ਕਿ ਜਿਹੜਾ ਬੋਲੀਆਂ ਪਾਉਣ ਵਾਲਾ ਬੱਚਾ ਵਾ ਉਹ ਤੁਹਾਡੇ ਆਪਣੇ ਸਕੂਲ ਦਾ ਹੋਣਾ ਚਾਹੀਦਾ। ਇਹ ਬਹੁਤ ਹੀ ਬਿਹਤਰੀਨ ਗੱਲ ਆ ਇਹਨਾਂ ਦੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਮੁਕਾਬਲੇ ਨੇ ਭੰਗੜੇ ਦੇ ਵਿੱਚ, ਢੋਲ ਤੇ ਭੰਗੜਾ, ਔਰ ਦੂਜੀ ਗੱਲ ਬੱਚਾ ਜਿਹੜਾ ਬੋਲੀਆਂ ਵਾਲਾ ਉਹ ਤੁਹਾਡੇ ਸਕੂਲ ਦਾ ਹੋਊਗਾ। ਇਸੇ ਤਰੀਕੇ ਨਾਲ ਗਰੁੱਪ ਡਾਂਸ ਦੇ ਵਿੱਚ ਜਦੋਂ ਲੋਕ ਨਾਚਾਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਮਲਵਈ ਗਿੱਧਾ ਵਾ, ਮਲਵਈ ਗਿੱਧਾ ਢੋਲਕੀ ਤੇ ਹੀ ਪੈਂਦਾ ਆ ਸਭ ਤੋਂ। ਇਹ ਬਹੁਤ ਵਧੀਆ ਬਕਾਇਦਾ ਬੋਰਡ ਨੇ ਬਕਾਇਦਾ ਲਿਖ ਕੇ ਲਾਇਆ ਕਿ ਮਲਵਈ ਗਿੱਧਾ ਜਿਹੜਾ ਉਹ ਢੋਲ ਤੇ ਨਹੀਂ ਪਏਗਾ, ਢੋਲਕੀ ਤੇ ਹੀ ਪਏਗਾ। ਹੁਣ ਜਿੰਨੇ ਵੀ ਮਲਵਈ ਗਿੱਧੇ ਦੇ ਮੁਕਾਬਲੇ ਹੁੰਦੇ ਆ ਸਿਰਫ ਤੇ ਸਿਰਫ ਢੋਲਕੀ ਤੇ ਹੀ ਹੁੰਦੇ। ਸੋ ਇਸ ਤਰੀਕੇ ਨਾਲ ਕਾਫੀ ਵਧੀਆ ਜਿਹੜੇ ਨਿਯਮ ਜਿਹੜੇ ਨੇ ਬਣਾਏ ਹੋਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ। ਪਰ ਇਹਦੇ ਵਿੱਚ ਮੈਨੂੰ ਨਾ ਪ੍ਰੈਕਟੀਕਲ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਜਦੋਂ ਮੈਂ ਮਤਲਬ ਕਈ ਵਾਰੀ ਜੱਜਮੈਂਟ ਤੇ ਵੀ ਜਾਈਦਾ, ਉੱਥੇ ਸਾਰੇ ਮੁਕਾਬਲੇ ਹੁੰਦੇ ਨੇ। ਮੰਨ ਲਓ ਸੋਲੋ ਡਾਂਸ ਦੇ ਨਾਂ ਤੇ ਤੁਸੀਂ ਕਿਸੇ ਗੀਤ ਤੇ ਡਾਂਸ ਕਰ ਰਹੇ ਹੋ। ਐਕਚੁਅਲੀ ਮੈਨੂੰ ਲੱਗਦਾ ਕਿ
ਜੇ ਸੋਲੋ ਡਾਂਸ ਹੈ ਤਾਂ ਡਾਂਸ ਦਾ ਮੁਕਾਬਲਾ ਹੈ। ਜਿਵੇਂ ਆਪਾਂ ਭੰਗੜੇ 'ਚ ਆਪਾਂ ਕਹਿੰਦੇ ਆ ਕਿ ਉਹਦੇ ਵਿੱਚ ਬੋਲੀਆਂ ਹੁੰਦੀਆਂ ਤਾਂ ਹੈਗੀਆਂ ਨੇ, ਪਰ ਬੋਲੀਆਂ ਦਾ ਰੋਲ ਸਪਲੀਮੈਂਟਰੀ ਹੁੰਦਾ ਹੈ। ਬੋਲੀਆਂ ਦਾ ਰੋਲ ਨੰਬਰ 1 ਤੇ ਨਹੀਂ ਹੁੰਦਾ, ਨੰਬਰ 1 ਤੇ ਡਾਂਸ ਹੀ ਹੁੰਦਾ ਉਹਦੇ ਵਿੱਚ। ਤੇ ਜਦੋਂ ਅਸੀਂ ਇਕੱਲੇ ਗੀਤਾਂ ਤੇ ਪਾਉਣ ਲੱਗ ਜਾਂਦੇ ਆ ਤਾਂ ਉਦੋਂ ਫਿਰ ਐਕਸ਼ਨ ਸੌਂਗ ਤੇ ਸੋਲੋ ਡਾਂਸ ਜਾਂ ਐਕਸ਼ਨ ਸੌਂਗ ਤੇ ਗਰੁੱਪ ਡਾਂਸ ਦੇ ਵਿੱਚ ਮੈਨੂੰ ਲੱਗਦਾ ਕੋਈ ਫਰਕ ਨਹੀਂ ਰਹਿੰਦਾ ਹੈਗਾ। ਇਹ ਵੀ ਥੋੜਾ ਜਿਹਾ ਇੱਥੇ ਵੀ ਥੋੜਾ ਜਿਹਾ ਤੁਸੀਂ ਗੱਲ ਕਲੀਅਰ ਕਰੋ ਪਲੀਜ਼। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਮੇਰੇ ਖਿਆਲ ਨਾਲ ਇਹ ਬੋਰਡ ਨੂੰ ਥੋੜਾ ਜਿਹਾ ਕਲੀਅਰ ਕਰਨਾ ਚਾਹੀਦਾ। ਬੋਰਡ ਨੂੰ ਕਲੀਅਰ ਕਰਨਾ ਏਦਾਂ ਚਾਹੀਦਾ, ਜਦੋਂ ਅਸੀਂ ਡਾਂਸ ਸ਼ਬਦ ਯੂਜ਼ ਕਰ ਲਿਆ ਤਾਂ ਫਿਰ ਡਾਂਸ ਦੇ ਵਿੱਚ ਤਾਂ ਸਾਰੇ ਡਾਂਸ ਆ ਗਏ। ਜਿਵੇਂ ਹੁਣ ਮੈਂ ਪਹਿਲਾਂ ਕਲਾ ਉਤਸਵ ਮੁਕਾਬਲੇ ਦੀ ਗੱਲ ਕੀਤੀ ਆ, ਉਹਦੇ ਵਿੱਚ ਉਹ ਡਾਂਸ ਦੇ ਮੁਕਾਬਲੇ ਨੇ, ਪਰ ਉਹਨਾਂ ਨੂੰ ਦੋ ਬੰਦਗੀਆਂ ਦੇ ਵਿੱਚ ਜਿਹੜਾ ਉਹ ਡਿਵਾਈਡ ਕਰ ਦਿੱਤਾ ਵੀ ਇੱਕ ਫੋਕ ਦੀ ਆ, ਇੱਕ ਕਲਾਸੀਕਲ ਦੀ ਆ। ਪਰ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਸੋਲੋ ਡਾਂਸ ਦਾ ਮੁਕਾਬਲਾ ਆਪਾਂ ਦੇਖਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ, ਤਾਂ ਉਹਦੇ ਵਿੱਚ ਇਹੋ ਜਿਹੀ ਕੋਈ ਸ਼ਰਤ ਨਹੀਂ ਹੈ। ਤਾਂ ਮੇਰੇ ਖਿਆਲ ਨਾਲ ਜੇ ਇਹਨੂੰ ਤੁਹਾਡੀ ਗੱਲ ਮੁਤਾਬਕ ਵਧੀਆ ਬਣਾਉਣਾ ਆਪਾਂ ਨੂੰ ਹੋਏ ਤਾਂ ਆਪਾਂ ਸੁਝਾਅ ਉਹਨਾਂ ਨੂੰ ਦੇ ਸਕਦੇ ਹਾਂ। ਕਮੇਟੀ ਤੱਕ ਇਹ ਸੁਝਾਅ ਪਹੁੰਚਾਇਆ ਜਾ ਸਕਦਾ ਵੀ ਇਹਨੂੰ ਕੈਟਾਗਰੀ 'ਚ ਡਿਵਾਈਡ ਕੀਤਾ ਜਾ ਸਕਦਾ। ਹੁਣ ਗਰੁੱਪ ਦੀ ਗੱਲ ਸੁਣੋ ਸਰ, ਗਰੁੱਪ ਦੇ ਵਿੱਚ ਇੱਕ ਦਿੱਕਤ ਆਉਂਦੀ ਆ। ਹੁਣ ਜਦੋਂ ਅਸੀਂ ਮੁਕਾਬਲੇ ਦੀ ਡਾਂਸ ਲੋਕ ਨਾਚਾਂ ਦੇ ਮੁਕਾਬਲੇ ਦੀ ਗੱਲ ਕਰਦੇ ਆ ਤਾਂ ਲੋਕ ਨਾਚਾਂ ਦੇ ਮੁਕਾਬਲੇ ਦੇ ਵਿੱਚ ਮਲਵਈ ਗਿੱਧਾ, ਸੰਮੀ, ਲੁੱਡੀ ਤੇ ਝੂਮਰ, ਇਹ 4 ਮੁਕਾਬਲੇ ਆਉਂਦੇ ਆ। ਹੁਣ ਇਹਨਾਂ ਚਾਰੇ ਮੁਕਾਬਲਿਆਂ ਦਾ ਆਪਸ ਦੇ ਵਿੱਚ ਕੋਈ ਮੁਕਾਬਲਾ ਹੀ ਹੈ ਨਹੀਂ। ਹੁਣ ਮਲਵਈ ਗਿੱਧਾ ਬੋਲੀਆਂ ਤੇ ਆਧਾਰਿਤ ਆ, ਤੇ ਜਿਹੜਾ ਝੂਮਰ ਆ ਉਹਦੇ ਵਿੱਚ ਨਖਰਾ ਵਾ, ਤੇ ਜਿਹੜੀ ਸੰਮੀ ਆ ਉਹ ਇੱਕ ਪੀੜ ਤੋਂ ਸਿਰਜਿਆ ਹੋਇਆ ਨਾਚ ਆ, ਉਹਦੇ ਵਿੱਚ ਸੰਮੀ ਦੀ ਆਪਣੀ ਵੇਦਨਾ ਵਾ, ਉਹਦਾ ਰੁਦਨ ਆ। ਤੇ ਇਸ ਤਰੀਕੇ ਨਾਲ ਇਹਨਾਂ ਚਾਰੇ ਲੋਕ ਨਾਚਾਂ ਦਾ ਅਸੀਂ ਇੱਕ ਦੂਸਰੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਹ ਅਸੀਂ ਬੋਰਡ ਨੂੰ ਬਹੁਤ ਮੇਰੀ ਚਿੱਠੀਆਂ ਲਿਖੀਆਂ, ਬੋਰਡ ਨੂੰ ਦੱਸਿਆ ਵੀ ਆ ਵੀ ਇਹਨਾਂ ਚਾਰੇ ਮੁਕਾਬਲਿਆਂ ਨੂੰ ਤੁਸੀਂ ਅਲੱਗ ਕਰੋ ਜੀ। ਪਰ ਮਤਲਬ ਸੰਮੀ ਵਾਲਾ ਥੋੜਾ ਰਿਪੀਟ ਕਰ ਦੋ ਜੀ। ਸੰਮੀ ਵਾਲਾ ਨਾ ਰਿਪੀਟ ਕਰਿਓ, ਥੋੜਾ ਨੈਟਵਰਕ ਦੀ ਪ੍ਰੋਬਲਮ ਸੀਗੀ। ਹਾਂ, ਸੰਮੀ ਰੁਦਨ ਚੋਂ ਪ੍ਰਗਟ ਹੋਇਆ ਸੰਦਲ ਬਾਗ ਦਾ ਲੋਕ ਨਾਚ ਆ। ਸੰਮੀ ਜਦੋਂ ਢੋਲ ਵਾਸਤੇ ਰੁਦਨ ਕਰਦੀ ਆ, ਉਹ ਇੱਕ ਰੁਦਨ ਦਾ ਇੱਕੋ ਇੱਕ ਲੋਕ ਨਾਚ ਆ। ਬਾਕੀ ਸਾਰੇ ਲੋਕ ਨਾਚ ਜਿਹੜੇ ਨੇ ਉਹ ਸਾਡੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ, ਪਰ ਜਿਹੜਾ ਸੰਮੀ ਲੋਕ ਨਾਚ ਆ ਉਹ ਰੁਦਨ ਦੇ ਵਿੱਚੋਂ ਪੈਦਾ ਹੋਇਆ ਲੋਕ ਨਾਚ। ਬਾਕੀ ਸਾਰੇ ਜਿੰਨੇ ਵੀ ਨੇ ਉਹ ਸਾਡੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲੇ ਲੋਕ ਨਾਚ ਨੇ। ਸੋ ਇਹਨਾਂ ਚਾਰੇ ਲੋਕ ਨਾਚਾਂ ਦਾ ਆਪਸ ਦੇ ਵਿੱਚ ਕੋਈ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਅਸੀਂ ਇਹਨੂੰ ਇੱਕ ਮੁਕਾਬਲੇ 'ਚ ਰੱਖਦੇ ਆ, ਇਕੱਠਾ ਕਰਕੇ ਰੱਖਦੇ ਆ, ਪਰੰਤੂ ਅਸੀਂ ਇਹਨਾਂ ਦੀ ਜਦੋਂ ਜੱਜਮੈਂਟ ਕਰਦੇ ਆ ਅਸੀਂ ਇਹਨਾਂ ਨੂੰ ਇਕੱਠਾ ਕਰਕੇ ਨਹੀਂ ਜੱਜਮੈਂਟ ਕਰ ਸਕਦੇ। ਸੋ ਇਹਦੇ ਬਾਰੇ ਵੀ ਬੋਰਡ ਨੂੰ ਆਪਾਂ ਨੂੰ ਕੁਛ ਨਾ ਕੁਛ ਲਿਖ ਕੇ ਦੇਣਾ ਜ਼ਰੂਰ ਚਾਹੀਦਾ। ਚਲੋ ਆਪਾਂ ਅੱਗੇ ਤੁਰਦੇ ਹਾਂ, ਹੋਰ ਸਵਾਲ ਲੈਣੇ। ਹਾਂਜੀ ਹਾਂ ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਡੇ ਕੋਲ ਹੈ ਅਗਲਾ। ਇਹ 2 ਮੁਕਾਬਲੇ ਜਾਂ ਕਵਿਤਾ ਗਾਇਨ ਤੇ ਕਵਿਤਾ ਉਚਾਰਨ ਜੀ, ਕੀ ਇਹਨਾਂ ਦੇ ਵਿੱਚ ਕੋਈ ਅੰਤਰ ਆ ਕਿ ਜਾਂ ਦੋਨੋਂ ਇੱਕ ਹੀ ਆ? ਜੇ ਅੰਤਰ ਹੈ ਤੇ ਕਿਸ ਤਰ੍ਹਾਂ ਦਾ, ਜਾਂ ਕਿਹੜੇ ਇਹਨਾਂ ਵਿੱਚ ਵਖਰੇਵੇਂ ਨੇ ਜਾਂ ਕਿਹੜੀਆਂ ਸਾਂਝਾਂ ਨੇ? ਕਵਿਤਾ ਗਾਇਨ ਤੇ ਕਵਿਤਾ ਉਚਾਰਨ ਨੂੰ ਦੇ 2 ਨਜ਼ਰੀਏ ਨੇ ਆਪਣੇ ਕੋਲੇ। ਇੱਕ ਨਜ਼ਰੀਆ ਤਾਂ ਲਿਟਰੇਰੀ ਫਾਰਮ ਦੇ ਐਂਗਲ ਤੋਂ ਮੈਂ ਡਿਸਕਸ ਕਰੂੰਗਾ, ਇੱਕ ਫਿਰ ਕੰਪੀਟੀਸ਼ਨ ਦੇ ਐਂਗਲ ਤੋਂ ਡਿਸਕਸ ਕਰੂੰਗਾ। ਜੇ ਆਪਾਂ ਲਿਟਰੇਰੀ ਫਾਰਮ ਦੀ ਗੱਲ ਕਰੀਏ ਤਾਂ ਕਵਿਤਾ ਇੱਕ ਕਾਮਨ ਟਰਮ ਹੈ, ਗੀਤ ਵੀ ਕਵਿਤਾ ਦਾ ਇੱਕ ਪਾਰਟ ਹੈ। ਚਾਹੇ ਉਹ ਗਜ਼ਲ ਹੈ, ਚਾਹੇ ਉਹ ਨਜ਼ਮ ਹੈ, ਚਾਹੇ ਉਹ ਰੁਬਾਈ ਹੈ, ਚਾਹੇ ਉਹ ਦੋਹਾ ਹੈ, ਚਾਹੇ ਉਹ ਗੀਤ ਹੈ, ਇਹ ਸਾਰੇ ਕਵਿਤਾ ਨੇ। ਮਤਲਬ ਸਾਡੇ ਕੋਲੇ ਲਿਟਰੇਚਰ ਦੀਆਂ 2 ਹੀ ਫਾਰਮਾਂ ਨੇ ਬੇਸਿਕਲੀ। ਇੱਕ ਜਿਹਨੂੰ ਆਪਾਂ ਗੱਦ ਕਹਿ ਦਿੰਦੇ ਆ, ਇੱਕ ਪਦ ਕਹਿ ਦਿੰਦੇ ਆ। ਇੱਕ ਮਤਲਬ ਆਪਾਂ ਕਹਿੰਦੇ ਆ ਵਾਰਤਕ ਹੈ ਸਾਡੇ ਕੋਲੇ, ਇੱਕ ਹੈਗੀ ਸਾਡੇ ਕੋਲੇ ਕਵਿਤਾ। ਇਹਦਾ ਮਤਲਬ ਜਿਹੜੀ ਗੀਤ ਹੈ ਉਹ ਬੇਸਿਕਲੀ ਕਵਿਤਾ ਦਾ ਇੱਕ ਪਾਰਟ ਹੈ ਸਿਧਾਂਤਕ ਤੌਰ ਤੇ। ਮਤਲਬ ਜਿਹੜੀ ਗੱਲ ਮੈਂ ਕਲੀਅਰ ਕਰਦਾ ਵੀ ਇਸ ਕਰਕੇ ਗੀਤ ਕਵਿਤਾ ਦੇ ਵਿੱਚ ਆ ਜਾਂਦਾ ਹੈ। ਕਵਿਤਾ ਦੇ ਮੁਕਾਬਲੇ ਦੇ ਵਿੱਚ ਜੇ ਕੋਈ ਬੱਚਾ ਗੀਤ ਬੋਲਦਾ ਹੈ ਤਾਂ ਤੁਸੀਂ ਉਹਨੂੰ ਡਿਸਕੁਆਲੀਫਾਈ ਨਹੀਂ ਕਰ ਸਕਦੇ ਹੈਗੇ ਸਿਧਾਂਤਕ ਤੌਰ ਤੇ। ਜਦੋਂ ਅਸੀਂ ਕੰਪੀਟੀਸ਼ਨ ਦੇ ਐਂਗਲ ਤੋਂ ਆਉਂਦੇ ਆ ਤਾਂ ਉੱਥੇ ਫਿਰ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਰੂਲ ਬਣਾ ਲਏ ਜਾਂਦੇ ਨੇ। ਅਸੀਂ ਕਵਿਤਾ ਦੇ 2 ਮੁਕਾਬਲੇ ਡਿਜ਼ਾਈਨ ਕਰ ਲਏ। ਇੱਕ ਮੁਕਾਬਲਾ ਕਰ ਲਿਆ ਕਵਿਤਾ ਗਾਇਨ ਦਾ, ਇੱਕ ਮੁਕਾਬਲਾ ਕਰ ਲਿਆ ਕਵਿਤਾ ਉਚਾਰਨ ਦਾ। ਹੁਣ ਕਵਿਤਾ ਉਚਾਰਨ ਇੱਕ ਵੱਖਰੇ ਤਰੀਕੇ ਦੀ ਪੇਸ਼ਕਾਰੀ ਹੈ, ਕਵਿਤਾ ਗਾਇਨ ਇੱਕ ਵੱਖਰੇ ਤਰੀਕੇ ਦੀ ਪੇਸ਼ਕਾਰੀ ਹੈ।
ਜੇ ਤਾਂ ਤੁਸੀਂ ਇਹਨਾਂ ਦੋਨੇ ਮੁਕਾਬਲਿਆਂ ਨੂੰ ਵੱਖਰਾ ਵੱਖਰਾ ਕਰ ਰਹੇ ਹੋ ਤਾਂ ਫਿਰ ਜਿਹੜੇ ਚ ਕਵਿਤਾ ਗਾਈ ਜਾਊਗੀ ਉੱਥੇ ਸਿਰਫ ਗਾਈ ਜਾਊਗੀ, ਤੇ ਜਿਹੜੇ ਦੇ ਵਿੱਚ ਲੈ ਤਾਲ ਦੇ ਵਿੱਚ ਬੋਲੀ ਜਾਊਗੀ। ਬੋਲਣਾ ਮਤਲਬ ਕੱਲਾ ਪੜ੍ਹਨਾ ਨਹੀਂ ਹੁੰਦਾ ਹੈਗਾ, ਬੋਲਣ ਦਾ ਮਤਲਬ ਉਹਦੇ ਵਿੱਚ ਵੀ ਇੱਕ ਰਿਦਮ ਹੁੰਦੀ ਹੈ। ਬੋਲਣ ਦੇ ਵਿੱਚ ਵੀ ਬਹੁਤ ਸਾਰੇ ਉਤਰਾਅ ਚੜਾਅ ਹੁੰਦੇ ਨੇ। ਬੋਲਣ ਦਾ ਵੀ ਆਪਣੀ ਇੱਕ ਲੈ ਤਾਲ ਹੁੰਦੀ ਹੈ। ਜਦੋਂ ਤੁਸੀਂ ਕਿਸੇ ਕਵਿਤਾ ਨੂੰ ਉਹਦੀ ਪ੍ਰੋਪਰ ਲੈ ਤਾਲ ਦੇ ਵਿੱਚ ਉਹਦੇ ਰਸ ਦੇ ਮੁਤਾਬਕ, ਉਹਦੇ ਹਾਵਾਂ ਭਾਵਾਂ ਦੇ ਮੁਤਾਬਕ ਉਸ ਨੂੰ ਰਿਸਾਈਟ ਕਰਦੇ ਹੋ, ਉਸਦੀ ਪੇਸ਼ਕਾਰੀ ਕਰਦੇ ਹੋ, ਤਾਂ ਉਹ ਕਵਿਤਾ ਉਚਾਰਨ ਦਾ ਮੁਕਾਬਲਾ ਹੈ। ਜਦੋਂ ਤੁਸੀਂ ਉਸ ਕਵਿਤਾ ਨੂੰ ਗਾ ਕੇ ਪੇਸ਼ ਕਰਦੇ ਹੋ ਤਾਂ ਕਵਿਤਾ ਗਾਇਨ ਦਾ ਮੁਕਾਬਲਾ ਹੈ। ਤੇ ਕਵਿਤਾ ਗਾਇਨ ਦੇ ਵਿੱਚ ਅਸੀਂ ਜਿਹੜੇ ਬਹੁਤ ਸਾਰੇ ਸਾਡੇ ਲਿਟਰੇਰੀ ਗੀਤ ਨੇ, ਜਿਵੇਂ ਸੰਤ ਰਾਮ ਉਦਾਸੀ ਦੇ ਗੀਤ ਨੇ, ਜਿਵੇਂ ਨੰਦ ਲਾਲ ਨੂਰਪੁਰੀ ਦੇ ਗੀਤ ਨੇ, ਜਿਵੇਂ ਸੁਰਜੀਤ ਪਾਤਰ ਦੇ ਗੀਤ ਨੇ, ਅਸੀਂ ਉਹਨਾਂ ਨੂੰ ਕਵਿਤਾ ਗਾਇਨ ਦੇ ਵਿੱਚ ਸ਼ਾਮਲ ਕਰ ਲੈਂਦੇ ਆ। ਉੱਥੇ ਕੋਈ ਟੈਕਨੀਕਲ ਹਿੱਚ ਨਹੀਂ ਹੈਗੀ ਇਸ ਕਿਸਮ ਦੀ। ਅਸੀਂ ਉਹਨਾਂ ਨੂੰ ਮਤਲਬ ਬਿਨਾਂ ਸਾਜ਼ਾਂ ਤੋਂ ਜਦੋਂ ਅਸੀਂ ਗਾਉਂਦੇ ਆ ਤਾਂ ਉਹ ਕਵਿਤਾ ਗਾਇਨ ਦੀ ਕੈਟਾਗਰੀ 'ਚ ਸਾਰੇ ਗੀਤ ਸ਼ਾਮਲ ਹੋ ਜਾਂਦੇ ਨੇ, ਕਿਉਂਕਿ ਗੀਤ ਬੇਸਿਕਲੀ ਕਵਿਤਾ ਦੀ ਫਾਰਮ ਹੈ। ਬਸ ਇਹ ਹੈ ਕਿ ਜੇ ਅਸੀਂ ਉਹਨਾਂ ਲਿਟਰੇਰੀ ਗੀਤਾਂ ਨੂੰ ਸਾਜ਼ਾਂ ਦੇ ਨਾਲ ਗਾਵਾਂਗੇ ਫਿਰ ਉਹ ਗੀਤ ਦੀ ਕੈਟਾਗਰੀ 'ਚ ਆ ਜਾਣਗੇ। ਅਗਰ ਬਿਨਾਂ ਸਾਜ਼ਾਂ ਤੋਂ ਆਪਾਂ ਗਾਵਾਂਗੇ ਤਾਂ ਉਹ ਕਵਿਤਾ ਗਾਇਨ ਦੀ ਕੈਟਾਗਰੀ 'ਚ ਆ ਜਾਣਗੇ। ਸੋ ਕਵਿਤਾ ਉਚਾਰਨ ਵੱਖਰਾ ਮੁਕਾਬਲਾ ਹੋ ਗਿਆ, ਕਵਿਤਾ ਗਾਇਨ ਵੱਖਰਾ ਮੁਕਾਬਲਾ ਹੋ ਗਿਆ, ਗੀਤ ਵੱਖਰਾ ਮੁਕਾਬਲਾ ਹੋ ਗਿਆ, ਜਿਹਦੇ ਬਾਰੇ ਭੁਪਿੰਦਰ ਗੱਲ ਕਰੂਗਾ। ਮੈਂ ਮੋਟੇ ਤੌਰ ਤੇ ਜਿਹੜਾ ਫਰਕ ਦੱਸ ਰਿਹਾ ਇਹਨਾਂ ਦਾ ਕਿ ਗੀਤ ਉਹ ਹੈ ਜਦੋਂ ਅਸੀਂ ਕਿਸੇ ਗੀਤ ਨੂੰ ਸਾਜ਼ਾਂ ਦੇ ਨਾਲ ਪ੍ਰੋਪਰ ਗਾਉਂਦੇ ਆ ਤਾਂ ਗੀਤ ਹੈ। ਜੇ ਅਸੀਂ ਲਿਟਰੇਰੀ ਗੀਤਾਂ ਨੂੰ ਬਿਨਾਂ ਸਾਜ਼ਾਂ ਤੋਂ ਗਾਉਂਦੇ ਆ ਤਾਂ ਉਹ ਕਵਿਤਾ ਗਾਇਨ ਦੀ ਕੈਟਾਗਰੀ ਦੇ ਵਿੱਚ ਵੀ ਸ਼ਾਮਲ ਹੋ ਜਾਂਦੇ ਨੇ। ਪਰ ਕਵਿਤਾ ਉਚਾਰਨ ਬਿਲਕੁਲ ਵੱਖਰੀ ਬਣ ਗਈ ਹੈ। ਪਰ ਬੋਰਡ ਨੇ ਇੱਕ ਜਿਹੜੀ ਗਲਤੀ ਕੀਤੀ ਹੋਈ ਹੈ ਇਹਦੇ ਵਿੱਚ, ਜਦੋਂ ਬੋਰਡ ਦੇ ਵਿਦਿਅਕ ਮੁਕਾਬਲੇ ਆਉਂਦੇ ਨੇ ਤਾਂ ਉਹਦੇ ਵਿੱਚ ਇਹ ਪਾ ਦਿੱਤਾ ਜਾਂਦਾ ਹੈ ਕਿ ਤੁਸੀਂ ਕਵਿਤਾ ਦਾ ਗਾਇਨ ਵੀ ਕਰ ਸਕਦੇ ਹੋ ਪਰ ਤੁਹਾਨੂੰ ਗਾਇਨ ਦੇ ਵੱਖਰੇ ਅੰਕ ਨਹੀਂ ਦਿੱਤੇ ਜਾਣਗੇ। ਇੱਕ ਬੜੀ ਪ੍ਰੋਬਲਮ ਕ੍ਰੀਏਟਰ ਗੱਲ ਹੈ ਜੀ ਇਹ ਜਿਹੜੀ ਸ਼ਰਤ ਪਾਈ ਹੋਈ ਹੈ, ਕਿਉਂਕਿ ਕਵਿਤਾ ਜਦੋਂ ਗਾਇਨ ਕਰਦਾ ਇੱਕ ਬੱਚਾ ਉਹਦਾ ਪ੍ਰਭਾਵ ਹੀ ਵੱਖਰਾ ਹੁੰਦਾ ਹੈ, ਉਹਦਾ ਔਰਾ ਹੀ ਵੱਖਰਾ ਹੋ ਜਾਂਦਾ ਹੈ। ਉਹਦੇ ਕੋਲੇ ਬਹੁਤ ਖੂਬਸੂਰਤ ਆਵਾਜ਼ ਹੈ, ਤੁਸੀਂ ਵੱਖਰੇ ਨੰਬਰ ਨਾ ਦਿਓ ਉਸ ਨੂੰ, ਫਿਰ ਵੀ ਉਹ ਜੱਜਾਂ ਨੂੰ ਤੇ ਆਡੀਅנס ਨੂੰ ਪ੍ਰਭਾਵਿਤ ਕਰੂਗੀ ਉਹ। ਸੋ ਜੇ ਤੁਸੀਂ ਉਹਦੇ ਵਿੱਚ ਕਵਿਤਾ ਗਾਇਨ ਸ਼ਾਮਲ ਨਹੀਂ ਕਰਨੀ ਚਾਹੀਦੀ, ਕਿਸੇ ਵੀ ਹਾਲਤ ਨਹੀਂ ਕਰਨੀ ਚਾਹੀਦੀ। ਕਵਿਤਾ ਉਚਾਰਨ ਹੈ ਤਾਂ ਕਵਿਤਾ ਉਚਾਰਨ ਹੈ, ਕਵਿਤਾ ਗਾਇਨ ਹੈ ਤਾਂ ਕਵਿਤਾ ਗਾਇਨ ਹੈ। ਜਦੋਂ ਕਵਿਤਾ ਉਚਾਰਨ ਦੇ ਵੀ ਤੁਸੀਂ ਇਹ ਲੈਣ ਪਾਤੀ ਕਿ ਕਵਿਤਾ ਗਾਈ ਵੀ ਜਾ ਸਕਦੀ ਹੈ, ਪਤਾ ਨਹੀਂ ਸਾਡੀ ਕੀ ਮਜਬੂਰੀ ਹੈ, ਅਸੀਂ ਕਿਉਂ ਲੈਣ ਪਾ ਰਹੇ ਹਾਂ। ਤੁਸੀਂ ਮੁਕਾਬਲਾ ਵੱਖਰਾ ਕਰ ਦਿਓ, ਤੁਸੀਂ ਕਰ ਦਿਓ ਕਿ ਆ ਕਵਿਤਾ ਉਚਾਰਨ ਦਾ ਮੁਕਾਬਲਾ ਹੈ, ਕਵਿਤਾ ਗਾਇਨ ਦਾ ਮੁਕਾਬਲਾ ਹੈ। ਸੋ ਇਹ ਬੋਰਡ ਨੇ ਬਹੁਤ ਭੰਬਲ ਭੂਸਾ ਪਾਇਆ ਹੋਇਆ ਹੈ। ਇਹਦੇ ਕਰਕੇ ਬਹੁਤ ਸਾਰੇ ਇਤਰਾਜ਼ ਫਿਰ ਸਕੂਲਾਂ 'ਚ ਆ ਜਾਂਦੇ ਨੇ। ਮੈਂ ਇਸ ਵਾਰੀ ਜਜਮੈਂਟ ਕਰਕੇ ਆਇਆ ਕਵਿਤਾ ਦੀ ਇੱਕ ਥਾਂ ਤੇ, ਇੱਕ ਬੱਚੇ ਨੇ ਮਤਲਬ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਬੋਲਤਾ, ਮੈਂ ਉਹਨੂੰ ਕੰਸੀਡਰ ਕਰ ਲਿਆ ਉਸ ਐਂਗਲ ਤੋਂ। ਉਹ ਕਹਿੰਦੇ ਇਹ ਤਾਂ ਗੀਤ ਹੈ। ਉਹਨੂੰ ਮੈਂ ਸਮਝਾਇਆ ਵੀ ਗੀਤ ਵੀ ਕਵਿਤਾ ਦੀ ਫਾਰਮ ਹੈ। ਪਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਵੀ ਕੋਈ ਬੱਚਾ ਉਚਾਰਨ ਦੇ ਮੁਕਾਬਲਿਆਂ 'ਚ ਗਾਇਨ ਕਰਦਾ ਹੈ, ਜੇ ਉਹਦੀ ਆਵਾਜ਼ ਸੱਚਮੁੱਚ ਸੋਹਣੀ ਹੈ ਤਾਂ ਉਹ ਦੂਜਿਆਂ ਨਾਲੋਂ ਵੱਧ ਨੰਬਰ ਲੈ ਜਾਂਦਾ ਹੈ, ਜਿਹੜੀ ਕਿ ਬਾਕੀ ਬੱਚਿਆਂ ਨਾਲ ਬੇਇਨਸਾਫੀ ਹੈ। ਇਹ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਕਵਿਤਾ ਉਚਾਰਨ ਦਾ ਬਿਲਕੁਲ ਸੈਪਰੇਟ ਮੁਕਾਬਲਾ ਹੋਣਾ ਚਾਹੀਦਾ ਹੈ, ਕਵਿਤਾ ਗਾਇਨ ਦਾ ਬਿਲਕੁਲ ਸੈਪਰੇਟ ਮੁਕਾਬਲਾ ਹੋਣਾ ਚਾਹੀਦਾ ਹੈ, ਤੇ ਗੀਤ ਦਾ ਮੁਕਾਬਲਾ ਬਿਲਕੁਲ ਵੱਖਰਾ ਹੋਣਾ ਚਾਹੀਦਾ ਹੈ। ਸੋ ਤਿੰਨ ਮੁਕਾਬਲੇ ਵੱਖ-ਵੱਖ ਨੇਚਰ ਦੇ ਮੁਕਾਬਲੇ। ਬਹੁਤ ਵਧੀਆ ਡਾਕਟਰ ਸਾਹਿਬ। ਇੱਕ ਸਵਾਲ ਜੀ ਸੌਰੀ, ਆਜ਼ਾਦੀ ਦਿਵਸ ਹੁਣ 75 ਸਾਲਾਂ ਤੇ ਨਾ ਕਾਵ ਰਚਨਾ ਹੈਡਿੰਗ ਤੇ ਮੁਕਾਬਲਾ ਕਰਾਇਆ ਜਾ ਰਿਹਾ ਜੀ। ਹੁਣ ਕਾਵ ਰਚਨਾ ਮਤਲਬ ਕੀ ਉਹ ਕਵਿਤਾ ਉਚਾਰਨ ਦਾ ਮੁਕਾਬਲਾ ਹੈ ਜਾਂ ਉਹ ਕਵਿਤਾ ਲਿਖਣ ਦਾ ਮੁਕਾਬਲਾ? ਕਾਵ ਰਚਨਾ ਤਾਂ ਬਿਲਕੁਲ ਹੀ ਵੱਖਰਾ ਮੁਕਾਬਲਾ ਹੈ। ਕਾਵ ਰਚਨਾ ਤਾਂ ਕ੍ਰੀਏਟ ਕਰਨਾ ਹੋ ਗਿਆ ਕਵਿਤਾ। ਹਾਂਜੀ, ਪਰ ਉਹਦੇ ਵਿੱਚ ਦੇਖੋ ਲਿਖਿਆ ਹੈ ਬੱਚਾ ਪੇਸ਼ਕਾਰੀ ਕਰੇਗਾ 3 ਤੋਂ 5 ਮਿੰਟ ਦੀ ਹੋਏਗੀ। ਇਹੀ ਤਾਂ ਪ੍ਰੋਬਲਮ ਹੈ ਨਾ, ਜਦੋਂ ਉਹ ਨਿਯਮ ਰੂਲ ਬਣਾਉਂਦੇ ਨੇ ਲੋਕ ਨਾ, ਉਹਨਾਂ ਨੂੰ ਮਤਲਬ ਇਹਨਾਂ ਵਿਧਾ ਦੀਆਂ ਤਕਨੀਕੀ ਗੱਲਾਂ ਸਮਝ ਹੀ ਨਹੀਂ ਹੁੰਦੀਆਂ ਹੈਗੀਆਂ। ਉੱਥੇ ਮਤਲਬ ਬੰਦੇ ਜਿਹੜੇ ਬਿਠਾਏ ਨੇ, ਪਤਾ ਨਹੀਂ ਕੌਣ ਬਿਠਾਏ ਹੋਏ ਨੇ, ਉਹ ਚੀਜ਼ ਦੀ ਨੇਚਰ ਹੀ ਬਦਲ ਦਿੰਦੇ ਨੇ। ਜਦੋਂ ਕਿ ਟੈਕਨੀਕਲੀ ਹੁਣ ਕਾਵ ਰਚਨਾ ਦਾ ਇਹ ਮੁਕਾਬਲਾ ਉਹ ਲਿਖਤ ਦਾ ਮੁਕਾਬਲਾ ਹੋ ਗਿਆ, ਸਿਰਜਣਾ ਦਾ ਮੁਕਾਬਲਾ ਹੋ ਗਿਆ। ਉਹ ਆਪਾਂ ਸਿਰਜਣਾ ਦੇ ਮੁਕਾਬਲਿਆਂ ਬਾਰੇ ਅਗਲੇ ਰਾਉਂਡ ਦੇ ਵਿੱਚ ਗੱਲ ਕਰਾਂਗੇ ਆਪਾਂ, ਜਿਹਦੇ ਵਿੱਚ ਵਿਜ਼ੂਅਲ ਆਰਟਸ ਤੇ ਹੋਰ ਚੀਜ਼ਾਂ ਜਿਹੜੀਆਂ ਆਪਾਂ ਕ੍ਰੀਏਟ ਕਰਦੇ ਹਾਂ। ਸੋ ਉਹ ਬਿਲਕੁਲ ਵੱਖਰਾ ਮੁਕਾਬਲਾ ਹੋ ਗਿਆ ਫਿਰ ਕਾਵ ਰਚਨਾ। ਕਾਵ ਰਚਨਾ ਮੀਨ ਕਾਵ ਸਿਰਜਣਾ, ਕਵਿਤਾ ਨੂੰ ਤੁਸੀਂ ਕ੍ਰੀਏਟ ਕਰਨਾ, ਆਪਣੇ ਕੋਲੋਂ ਕਵਿਤਾ ਲਿਖਣਾ, ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਂਦੇ ਨੇ ਜੀ। ਡਾਕਟਰ ਸਾਹਿਬ ਰੋਲ ਪਲੇ ਦਾ ਇਹਨਾਂ ਨੇ ਦੇਤਾ ਹੁਣ ਨਵਾਂ, ਹੁਣ ਅਗਲਾ ਕਹੂਗਾ ਅਸੀਂ ਨਾਟਕ ਕਰੀਏ ਜਾਂ ਰੋਲ ਪਲੇ ਕਰੀਏ, ਕੀ ਇਹਨਾਂ 'ਚ ਡਿਫਰੈਂਸ ਆ? ਹਾਂ, ਰੋਲ ਪਲੇ ਬਾਰੇ ਮੈਂ ਪਿਛਲੀ ਵਾਰੀ ਬਹੁਤ ਡਿਟੇਲ 'ਚ ਗੱਲ ਕੀਤੀ ਸੀ ਕਿ ਬੇਸਿਕਲੀ ਰੋਲ ਪਲੇ ਦਾ ਕੋਈ ਮੁਕਾਬਲਾ ਨਹੀਂ ਹੋਣਾ ਚਾਹੀਦਾ। ਰੋਲ ਪਲੇ ਸਿੰਪਲੀ ਤੁਸੀਂ ਜਦੋਂ ਪੜ੍ਹਾ ਰਹੇ ਹੋ ਕਲਾਸ ਦੇ ਵਿੱਚ
ਤਾਂ ਪੜਾਉਂਦੇ ਕੋਈ ਜਿਹੜੇ ਹਾਰਡ ਸਪੌਟ ਆਉਂਦੇ ਨੇ ਤੁਹਾਡੇ ਸਿਲੇਬਸ ਦੇ ਵਿੱਚ। ਮੰਨ ਲਓ ਤੁਸੀਂ ਬੱਚਿਆਂ ਨੂੰ ਸਮਝਾ ਨਹੀਂ ਪਾ ਰਹੇ ਕਿ ਸੂਰਜ ਗ੍ਰਹਿਣ ਕਿਵੇਂ ਲੱਗਦਾ ਹੈ ਨਾ, ਤੁਸੀਂ ਉੱਥੇ 3 ਬੱਚੇ ਖੜੇ ਕੀਤੇ ਵੀ ਤੂੰ ਧਰਤੀ ਬਣ ਜਾ, ਤੂੰ ਸੂਰਜ ਬਣ ਜਾ, ਤੂੰ ਚੰਨ ਬਣ ਜਾ। ਜਿਹੜੀ ਧਰਤੀ ਹੈ ਉਹ ਸੂਰਜ ਦੇ ਆਲੇ ਦੁਆਲੇ ਗੇੜੇ ਕੱਟ ਰਹੀ ਹੈ, ਜਿਹੜਾ ਚੰਨ ਹੈ ਧਰਤੀ ਦੇ ਆਲੇ ਦੁਆਲੇ ਗੇੜੇ ਕੱਟ ਜਾਂਦਾ। ਜਦੋਂ ਚੰਨ ਗੇੜੇ ਕੱਟਦਾ ਉਹਦੇ ਵਿਚਾਲੇ ਆ ਜਾਂਦਾ ਤੇ ਗ੍ਰਹਿਣ ਲੱਗ ਜਾਂਦਾ ਹੈ। ਇਸ ਸਿੰਪਲ ਤਰੀਕੇ ਨਾਲ ਨਾਟਕੀ ਫਾਰਮ ਦੇ ਨਾਲ ਤੁਸੀਂ ਆਪਣੀ ਗੱਲ ਸਮਝਾਉਣੀ ਹੈ। ਇਹ ਨਾਟਕ ਹੈ ਨਹੀਂ, ਇਹ ਨਾਟਕ ਦੀ ਵਿਧਾ ਨਹੀਂ ਕੋਈ ਹੈਗੀ, ਇਹ ਅਸੀਂ ਨਾਟਕ ਦਾ ਤਰੀਕਾ ਵਰਤ ਲਿਆ ਟੌਪਿਕ ਨੂੰ ਪੜਾਉਣ ਵਾਸਤੇ। ਸੋ ਇਹ ਥੀਮ ਓਰੀਐਂਟਡ ਨਾਟਕੀ ਸ਼ੈਲੀ ਦਾ ਇੱਕ ਟ੍ਰੀਟਮੈਂਟ ਹੈ, ਸਿਲੇਬਸ ਦਾ ਟ੍ਰੀਟਮੈਂਟ ਹੈ, ਪਰ ਅਸੀਂ ਉਹਨੂੰ ਵੀ ਕੰਪੀਟੀਸ਼ਨਾਂ ਦੇ ਵਿੱਚ ਲਿਆਂਦਾ। ਇਹੀ ਚੀਜ਼ਾਂ ਨੇ ਅਸਲ ਦੇ ਵਿੱਚ। ਤੁਸੀਂ ਜੋ ਧੱਕੇ ਨਾਲ ਕੋਈ ਚੀਜ਼ ਘਸੋੜ ਦਿੰਦੇ ਹੋ ਨਾ, ਉਹ ਬਹੁਤ ਖਤਰਨਾਕ ਚੀਜ਼ ਹੁੰਦੀ ਹੈ। ਉਹ ਮਤਲਬ ਰੋਲ ਪਲੇ ਕੋਈ ਵਿਧਾ ਬਣਦੀ ਨਹੀਂ ਹੈਗੀ। ਰੋਲ ਪਲੇ ਜੇ ਹੋਣੀ ਵੀ ਚਾਹੀਦੀ ਹੈ ਨਾ, ਤਾਂ ਫਿਰ ਉੱਥੇ 20 ਥੀਮ ਦਿੱਤੇ ਹੋਣੇ ਚਾਹੀਦੇ ਨੇ ਕਿ ਆਹ 20 ਥੀਮ ਨੇ ਜੀ, ਇਹਦੇ ਵਿੱਚ ਸੂਰਜ ਗ੍ਰਹਿਣ ਹੈ, ਚੰਨ ਗ੍ਰਹਿਣ ਹੈ, ਫਲਾਣਾ ਥੀਮ ਹੈ। ਵੀ ਇਹਨਾਂ ਥੀਮਾਂ ਤੇ ਜਿਹੜਾ ਬੱਚਾ ਵਧੀਆ ਤਰੀਕੇ ਨਾਲ ਸਮਝਾ ਦੂਗਾ, ਜਿਹੜੀ ਟੀਮ ਉਹ ਰੋਲ ਪਲੇ ਦਾ ਮੁਕਾਬਲਾ ਜਿੱਤੂਗੀ। ਹਾਂ, ਬਹੁਤ ਇਸ ਵਧੀਆ, ਤਰ੍ਹਾਂ ਦਾ ਬਹੁਤ ਮੁਕਾਬਲਾ ਹੋਣਾ ਚਾਹੀਦਾ, ਜੋ ਹੋਣਾ ਵੀ ਚਾਹੀਦਾ ਤਾਂ। ਹਾਂਜੀ ਹਾਂਜੀ। ਜੀ ਹੁਣ ਮੈਂ ਮੈਡਮ ਸਿੰਦਰ ਹੋਣਾ ਕਹਾਂਗਾ ਕਿ ਉਹ ਆਪਣਾ ਸਵਾਲ ਭੁਪਿੰਦਰ ਹੋਣਾ ਤੋਂ ਨਾ ਕੋ ਰੱਖਣ। ਮੈਨੂੰ ਲੱਗਦਾ ਕਿ ਹਾਂਜੀ। ਪਹਿਲੀ ਜਿਹੜੀ ਚਰਚਾ ਚੱਲੀ ਉਹਦੇ ਨਾਲ ਕਾਫੀ ਮਿਲਦਾ ਜੁਲਦੀ ਗੱਲ ਹੋਵੇਗੀ। ਜੀ ਮੇਰਾ ਭੁਪਿੰਦਰ ਜੀ ਤੋਂ ਸਵਾਲ ਹੈ ਕਿ ਆਪਾਂ ਦੇਖਦੇ ਹਾਂ ਗੀਤ ਮੁਕਾਬਲੇ ਵੀ ਹੁੰਦੇ ਆ, ਲੋਕ ਗੀਤ ਮੁਕਾਬਲੇ ਵੀ ਹੁੰਦੇ ਆ, ਤੇ ਇਹਨਾਂ ਦੋਵਾਂ ਮੁਕਾਬਲਿਆਂ ਦੇ ਵਿੱਚ ਸਰ ਵਖਰੇਵਾਂ ਕੀ, ਫਰਕ ਕੀ ਹੈ ਇਹਨਾਂ ਦੋਵਾਂ ਮੁਕਾਬਲਿਆਂ ਵਿੱਚ? ਹੈਲੋ ਜੀ ਮੈਡਮ, ਥੋੜਾ ਨਾ ਨੈਟਵਰਕ ਦੀ ਪ੍ਰੋਬਲਮ ਆ, ਥੋੜਾ ਦੁਬਾਰੇ ਜੀ, ਰਿਪੀਟ ਜੀ। ਕਰੋਗੇ ਜੀ ਜੀ ਕੁਐਸਚਨ? ਜੀ ਜੀ ਸਰ, ਮੈਂ ਕਿਹਾ ਆਪਣੇ ਜਿਵੇਂ ਗੀਤਾਂ ਦੇ ਮੁਕਾਬਲੇ ਵੀ ਹੁੰਦੇ ਆ ਤੇ ਲੋਕ ਗੀਤਾਂ ਦੇ ਮੁਕਾਬਲੇ ਵੀ ਹੁੰਦੇ ਆ, ਇਹਨਾਂ ਦੋਵਾਂ ਮੁਕਾਬਲਿਆਂ ਵਿੱਚ ਕੀ ਵਖਰੇਵਾਂ ਹੈ, ਕੀ ਫਰਕ ਹੈ ਦੋਵਾਂ ਮੁਕਾਬਲਿਆਂ ਵਿੱਚ? ਹਾਂਜੀ ਮੈਡਮ, ਗੱਲ ਕਰੀਏ ਆਪਾਂ ਗੀਤ ਦੀ, ਗੀਤ ਤੁਸੀਂ ਕੋਈ ਵੀ ਲੈ ਸਕਦੇ ਹੋ, ਠੀਕ ਹੈ ਜੀ। ਜਿੱਦਾਂ ਆਮ ਚੱਲਦੇ ਇਹਨੂੰ ਅਸੀਂ ਗੀਤ ਕਹਿੰਦੇ ਆ, ਵੀ ਗੀਤ ਦਾ ਮੁਕਾਬਲਾ, ਕੋਈ ਵੀ ਗਾਣਾ ਕਿਸੇ ਕਲਾਕਾਰ ਦਾ ਤੁਸੀਂ ਗਾ ਸਕਦੇ ਹੋ, ਉਹ ਗੀਤ ਹੈ ਆਪਣੇ ਆਪ ਦੇ ਵਿੱਚ। ਪਰ ਜੇ ਅਸੀਂ ਲੋਕ ਗੀਤ ਦੀ ਗੱਲ ਕਰੀਏ ਤਾਂ ਉਹ ਇੱਕ ਵੱਖਰੀ ਕਿਸਮ ਦਾ ਹੈ, ਜਿਹਦੇ ਵਿੱਚ ਸਾਡਾ ਸੱਭਿਆਚਾਰ, ਸਾਡਾ ਨਹੀਂ, ਕਿਸੇ ਵੀ ਸਟੇਟ ਦਾ ਲੈ ਲਓ, ਉਹ ਇੱਕ ਇਸ ਤਰ੍ਹਾਂ ਦਾ ਗੀਤ ਹੁੰਦਾ, ਲੋਕ ਗੀਤ, ਜਿਹੜੇ ਦਾ ਰਚੇਤਾ ਆਪਾਂ ਮੰਨਿਆ ਵੀ ਗਾਇਬ ਹੋ ਜਾਂਦਾ ਹੈ, ਪਰ ਉਹ ਹਰ ਇੱਕ ਨੂੰ ਲੱਗਦਾ ਹੈ ਕਿ ਉਹ ਮੇਰਾ ਗੀਤ ਹੈ। ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਾਡਾ ਗੀਤ ਹੈ। ਜਿੱਦਾਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉੱਡ ਜਾਣਾ, ਹੀਰ ਜੇ ਆਪਾਂ ਗੱਲ ਕਰੀਏ, ਮੰਨ ਲਓ ਕਿਸੇ ਰਚੇਤੇ ਦਾ ਸਾਨੂੰ ਪਤਾ ਵੀ ਹੈ, ਬਟ ਉਹ ਸਾਰਿਆਂ ਨੂੰ ਲੱਗਦਾ ਹੈ ਕਿ ਸਾਡਾ ਗੀਤ ਹੈ, ਔਰ ਸਾਰੇ ਜਦੋਂ ਗਾਉਂਦੇ ਆ ਤਾਂ ਉਹਦੇ ਵਿੱਚੋਂ ਸਾਡੇ ਇੱਕ ਵੱਖਰੇ ਸੱਭਿਆਚਾਰ ਦੀ ਝਲਕ ਪੈਂਦੀ ਹੈ। ਇਸ ਕਰਕੇ ਗੀਤ ਦਾ ਤੇ ਲੋਕ ਗੀਤ ਨੂੰ ਅਸੀਂ ਇਕੱਠੇ ਨਹੀਂ ਕਰ ਸਕਦੇ। ਤੁਸੀਂ ਕਿਸੇ ਦਾ ਵੀ ਲੈ ਲਓ, ਕਿੰਨੇ ਸਿੰਗਰ ਨੇ ਹੁਣ ਆਪਣੇ, ਉਹ ਸਾਰੇ ਗੀਤ ਨੇ, ਪਰ ਲੋਕ ਗੀਤ ਉਹ ਹੈ ਜੋ ਲੋਕਾਂ ਦੇ ਮਨਾਂ ਤੇ ਰਾਜ ਕਰਦਾ ਹੈ ਤੇ ਸਾਡੇ ਸੱਭਿਆਚਾਰ ਨੂੰ ਪੇਸ਼ ਕਰਦਾ ਹੈ। ਜੀ ਭੁਪਿੰਦਰ ਜੀ, ਮੇਰਾ ਇਹਦੇ ਨਾਲ ਹੀ ਜੁੜਿਆ ਸਵਾਲ ਆ। ਤੁਸੀਂ ਹੁਣੇ ਗੱਲ ਕੀਤੀ ਆ ਕਿ ਜਿਹੜੇ ਲੋਕ ਗੀਤ ਆ ਉਹਨਾਂ ਦਾ ਰਚੈਤਾ ਕੋਈ ਉਹ ਬੰਦਾ ਜਿਹਦਾ ਨਾਮ ਨਹੀਂ ਪਤਾ ਜਾਂ ਲੋਕਾਈ ਵਾਸਤੇ। ਹਾਂਜੀ ਜੀ ਆਵਾਜ਼ ਹਾਂ, ਤੁਸੀਂ ਜ਼ਿਕਰ ਕੀਤਾ ਕਿ ਲੋਕ ਗੀਤ ਤੇ ਗੀਤਾਂ ਦਾ ਹੁਣੇ ਅੰਤਰ ਦੱਸਿਆ। ਤੁਸੀਂ ਹੀਰ ਜਾਂ ਮਿਰਜ਼ਾ ਸਾਹਿਬਾਂ ਦੀ ਗੱਲ ਕੀਤੀ ਆ। ਸਵਾਲ ਹੈ ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਹੀਰ ਵਾਰਿਸ ਸ਼ਾਹ ਦੀ ਲਿਖੀ ਆ, ਜਾਂ ਬਹੁਤ ਸਾਰੇ ਸਾਡੇ ਅਧਿਆਪਕ ਸਾਹਿਬਾਨ ਵੱਲੋਂ ਇਹ ਆਮ ਸਵਾਲ ਉੱਠ ਜਾਂਦਾ ਹੈ, ਇਹਨੂੰ ਅਸੀਂ ਲੋਕ ਗੀਤ ਕਿਵੇਂ ਮੰਨ ਲੈਂਦੇ ਹਾਂ? ਹੀਰ ਨੂੰ ਜਾਂ ਮਿਰਜ਼ੇ ਨੂੰ ਜਾਂ ਇਹੋ ਜਿਹੇ ਨੂੰ ਕਿਵੇਂ ਮੰਨਿਆ ਜਾਂਦਾ, ਜਿੰਨਾ ਕਿ ਆਪਾਂ ਨੂੰ ਲੱਗਦਾ ਵੀ ਇਹਨਾਂ ਦੇ ਲੇਖਕ ਤਾਂ ਮੌਜੂਦ ਨਹੀਂ ਜਾਂ ਇਹਨਾਂ ਦੇ ਲੇਖਕ ਦਾ ਨਾਮ ਪਤਾ ਹੈ? ਹਾਂਜੀ, ਅਸੀਂ ਇਹਨਾਂ ਨੂੰ ਆਪਣੇ ਨਾਇਕ ਪੁਰਾਣੇ ਸਮੇਂ ਤੋਂ ਦੇਖੋ ਮੰਨਦੇ ਆ, ਹੀਰ ਰਾਂਝਾ। ਅਸੀਂ ਅੱਜ ਵੀ ਹੈਲੋ ਹਾਂਜੀ ਹਾਂਜੀ, ਆਵਾਜ਼ ਆ ਰਹੀ ਤੁਹਾਡੀ? ਹੈ ਹੈਲੋ, ਆਪ ਭੁਪਿੰਦਰ ਬੋਲੋ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ ਹਾਂਜੀ, ਅਸੀਂ ਵਨ ਦੇ ਵਿੱਚ ਜਾਂ 2 ਦੇ ਵਿੱਚ ਅਸੀਂ ਇਹ ਚੀਜ਼ਾਂ ਅੱਜ ਵੀ ਪੜ੍ਹਾਉਂਦੇ ਆ। ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਲੋਕ ਨਾਇਕਾਂ ਦੇ ਤੌਰ ਤੇ ਵਰਤਦੇ ਆ ਰਹੇ ਹਾਂ। ਤੇ ਜਿਹੜੀਆਂ ਗੀਤ ਦੀ ਗੱਲਾਂ ਅਸੀਂ ਇਸ ਕਰਕੇ ਇਹਨਾਂ ਨੂੰ ਲੋਕ ਗੀਤ ਮੰਨਦੇ ਆ ਵੀ ਸਾਡੇ ਉਹ ਲੋਕ ਨੇ ਜਿਹੜੇ ਉਸ ਟਾਈਮ ਤੋਂ ਵਾਰਸ਼ ਤੋਂ ਚੱਲੇ ਆ ਰਹੇ ਨੇ। ਕੁਝ ਗੱਲਾਂ ਇਸ ਤਰ੍ਹਾਂ ਦੀਆਂ ਸੀ, ਜਾਂ ਪਿਆਰ ਮੁਹੱਬਤ ਦੀਆਂ ਗੱਲਾਂ, ਕਿਸ ਤਰ੍ਹਾਂ ਸੱਚਾ ਪਿਆਰ, ਜਾਂ ਇਹ ਗੱਲਾਂ ਕਰਦੇ ਸੀਗੇ, ਉਹ ਕੀ ਹੁੰਦਾ ਸੀ। ਪਰ ਜੇ ਅੱਜ ਅਸੀਂ ਗੀਤ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਸਮਾਜਿਕ ਗੱਲਾਂ ਨੂੰ ਅਸੀਂ ਗੱਲਾਂ ਕਰਦੇ ਹਾਂ। ਹਾਂਜੀ, ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਭੁਪਿੰਦਰ ਦੀ ਗੱਲ ਦੇ ਵਿੱਚ। ਇਹਨੇ ਮਤਲਬ ਕਾਫੀ ਅੱਛੇ ਤਰੀਕੇ ਨਾਲ ਜਿਹੜਾ ਕਨਸੈਪਟ ਕਲੀਅਰ ਕੀਤਾ ਹੈ ਕਿ ਗੀਤ ਬਨਾਮ ਲੋਕ ਗੀਤ। ਗੀਤ ਤਾਂ ਕਾਮਨ ਟਰਮ ਹੈ। ਦੇਖੋ, ਕੋਈ ਵੀ ਲੋਕ ਗੀਤ ਵੀ ਗੀਤ ਹੁੰਦੇ ਨੇ,
ਤੁਸੀਂ ਗੀਤਾਂ ਦੇ ਵਿੱਚ ਜੇ ਲੋਕ ਗੀਤ ਗਾ ਦੋਗੇ ਉਹਨੂੰ ਟੈਕਨੀਕਲ ਤੌਰ ਤੇ ਬਾਹਰ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਲੋਕ ਗੀਤ ਵੀ ਗੀਤ ਹੈ। ਪਰ ਲੋਕ ਗੀਤਾਂ ਦੇ ਵਿੱਚ ਗੀਤ ਕੋਈ ਵੀ ਗੀਤ ਨਹੀਂ ਗਾਇਆ ਜਾ ਸਕਦਾ ਹੈਗਾ। ਲੋਕ ਗੀਤਾਂ ਦੇ ਵਿੱਚ ਉਹ ਗੀਤ ਹੀ ਗਾਏ ਜਾ ਸਕਦੇ ਨੇ ਜਿਹੜੇ ਮਤਲਬ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਸਮੂਹਕ ਸਿਰਜਣਾ ਦੇ ਤੌਰ ਤੇ ਸਾਡੇ ਨਾਲ ਚੱਲਦੇ ਨੇ। ਜਿਹੜਾ ਧਾਮੀ ਸਾਹਿਬ ਦਾ ਸਵਾਲ ਹੈ, ਇਹ ਬਹੁਤ ਇੰਪੋਰਟੈਂਟ ਸਵਾਲ ਹੈ ਤੇ ਇਹ ਸੱਚਮੁੱਚ ਹੀ ਸਵਾਲ ਇਸ ਤਰ੍ਹਾਂ ਦੇ ਉੱਠਦੇ ਨੇ। ਇੱਥੇ ਆਪਾਂ ਨੂੰ ਬਹੁਤ ਕੁਝ ਕਲੀਅਰ ਕਰਕੇ ਤੁਰਨਾ ਪੈਣਾ ਹੈ। ਬੇਸਿਕਲੀ ਬਿਨਾਂ ਸ਼ੱਕ ਮਤਲਬ ਉਹ ਤਕਨੀਕੀ ਤੌਰ ਤੇ ਤੁਸੀਂ ਵਾਰਿਸ ਸ਼ਾਹ ਦੀ ਹੀਰ ਨੂੰ ਲੋਕ ਗੀਤਾਂ 'ਚ ਨਹੀਂ ਸ਼ਾਮਲ ਕਰ ਸਕਦੇ ਹੈਗੇ। ਨਮੂਦਰ ਦੇ ਕਿੱਸੇ ਨੂੰ ਤੁਸੀਂ ਲੋਕ ਗੀਤਾਂ 'ਚ ਨਹੀਂ ਸ਼ਾਮਲ ਕਰ ਸਕਦੇ ਹੈਗੇ। ਸੁਰਿੰਦਰ ਕੌਰ ਨੇ ਬਹੁਤ ਸਾਰੇ ਗੀਤ ਗਾਏ ਨੇ ਜਿਹੜੇ ਹੁਣ ਲੋਕ ਗੀਤਾਂ ਵਰਗੇ ਲੱਗਦੇ ਨੇ। ਹੋਰ ਬਹੁਤ ਸਾਰੇ ਇਹੋ ਜਿਹੇ ਗੀਤ ਨੇ ਜਿਨ੍ਹਾਂ ਬਾਰੇ ਮਤਲਬ ਸਾਨੂੰ ਜਿਨ੍ਹਾਂ ਦੇ ਗੀਤਕਾਰ ਸਾਡੇ ਯਾਦ ਨਹੀਂ ਹੈਗੇ ਹੋਣਾ। ਇਹ ਨਹੀਂ ਕਿ ਗੀਤਕਾਰ ਨਹੀਂ ਹੈਗੇ, ਉਹਨਾਂ ਦੇ ਗੀਤਕਾਰ ਹੈਗੇ ਨੇ, ਉਹ ਬਕਾਇਦਾ ਰਿਕਾਰਡਡ ਨੇ, ਤਵੇ ਨੇ ਬਕਾਇਦਾ ਉਹਨਾਂ ਦੇ, ਤੇ ਪਰ ਸਾਨੂੰ ਮਤਲਬ ਉਹ ਲੋਕ ਗੀਤਾਂ ਵਰਗੇ ਗੀਤ ਲੱਗਦੇ ਨੇ। ਈਵਨ ਸ਼ਿਵ ਕੁਮਾਰ ਦੇ ਗੀਤ ਵੀ ਕਈ ਸਾਨੂੰ ਲੋਕ ਗੀਤਾਂ ਵਰਗੇ ਲੱਗਦੇ ਨੇ। ਇੱਥੇ ਬੜਾ ਕੁਝ ਮਤਲਬ ਬੋਰਡ ਨੂੰ ਨਾ ਇਹਨਾਂ ਤੇ ਵਰਕ ਕਰਨਾ ਚਾਹੀਦਾ ਹੈ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਸਾਡੇ ਕੋਲੇ ਸਾਨੂੰ ਇਹਨਾਂ ਤੇ ਬਹੁਤ ਸਾਰੀਆਂ ਕਿਤਾਬਾਂ ਬੋਰਡ ਵੱਲੋਂ ਤਿਆਰ ਕਰਨੀਆਂ ਚਾਹੀਦੀਆਂ ਨੇ। ਬਹੁਤ ਡਿਟੇਲ ਜਾਣਕਾਰੀ ਤਿਆਰ ਕਰਨੀ ਚਾਹੀਦੀ ਹੁੰਦੀ ਹੈ। ਇੱਕ ਤਕਨੀਕੀ ਬੰਦਿਆਂ ਦਾ, ਐਕਸਪਰਟ ਬੰਦਿਆਂ ਦਾ ਪੂਲ ਤਿਆਰ ਕਰਨਾ ਚਾਹੀਦਾ ਹੁੰਦਾ ਹੈ ਕਿ ਕਿਹੜੇ ਗੀਤ ਨੇ, ਕਿਹੜੇ ਗੀਤ ਲੋਕ ਗੀਤ ਨੇ ਤੇ ਕਿਹੜੇ ਵਿਰਾਸਤੀ ਗੀਤ ਨੇ। ਇਹਨਾਂ ਗੀਤਾਂ ਨੂੰ ਅਸੀਂ ਵਿਰਾਸਤੀ ਗਾਇਕੀ ਦੇ ਵਿੱਚ ਮੰਨ ਲੈਂਦੇ ਹਾਂ, ਜਿਵੇਂ ਸਾਡੀ ਕਵਿਸ਼ਰੀ ਹੈ, ਬਹੁਤ ਸਾਰੀਆਂ ਕਵਿਸ਼ਰੀਆਂ ਨੇ। ਬਾਬੂ ਰਜ਼ਬਲੀ ਦੇ ਗੀਤਾਂ ਨੂੰ ਵੀ ਅਸੀਂ ਲੋਕ ਗੀਤ ਦੇ ਤੌਰ ਤੇ ਗਾ ਲੈਂਦੇ ਹਾਂ, ਕਿਉਂਕਿ ਇਹ ਜਿਹੜੀਆਂ ਵੰਨਗੀਆਂ ਨੇ, ਜਿਵੇਂ ਕਵਿਸ਼ਰੀ ਬਣ ਗਈ ਹੈ, ਵੰਨਗੀ ਲੋਕ ਗੀਤ ਦੀ ਹੈ ਇਹ। ਪਰ ਲੋਕ ਗੀਤ ਦੇ ਵਿੱਚ ਜੇ ਅਸੀਂ ਬਾਬੂ ਰਜ਼ਬਲੀ ਦਾ ਗੀਤ ਗਾਵਾਂਗੇ ਤਾਂ ਟੈਕਨੀਕਲ ਤੌਰ ਤੇ ਲੋਕ ਗੀਤ ਨਹੀਂ ਬਣਦਾ ਹੈਗਾ, ਪਰ ਵੰਨਗੀ ਦੇ ਤੌਰ ਤੇ ਲੋਕ ਗੀਤ ਬਣ ਜਾਂਦਾ ਉਹ। ਜਦੋਂ ਅਸੀਂ ਹੀਰ ਗਾਉਂਦੇ ਹਾਂ ਉਹ ਬੈਂਤ ਛੰਦ ਦੇ ਵਿੱਚ ਹੈ, ਬੈਂਤ ਛੰਦ ਸਾਡੀ ਲੋਕ ਵੰਨਗੀ ਹੈ। ਜਦੋਂ ਅਸੀਂ ਲੋਕ ਵੰਨਗੀ ਦੇ ਵਿੱਚ ਗੀਤ ਗਾ ਰਹੇ ਹਾਂ ਤਾਂ ਅਸੀਂ ਉਹਨੂੰ ਲੋਕ ਗੀਤ ਮੰਨ ਲੈਂਦੇ ਹਾਂ, ਪਰ ਜਦੋਂ ਅਸੀਂ ਉਹਨੂੰ ਰਾਈਟਰ ਦੇ ਤੌਰ ਤੇ ਦੇਖਾਂਗੇ ਫਿਰ ਉਹ ਲੋਕ ਗੀਤ ਨਹੀਂ ਬਣਦਾ ਹੈਗਾ। ਸੋ ਇਹ ਪ੍ਰੋਬਲਮ ਉੱਥੇ ਹੀ ਕ੍ਰੀਏਟ ਹੁੰਦੀ ਹੈ ਜਿਹੜੇ ਲੋਕ ਗੀਤਾਂ ਦੀ ਸ਼ੈਲੀ 'ਚ ਗੀਤ ਗਾਏ ਹੋਏ ਨੇ। ਜਿਹੜੇ ਵੀ ਮਤਲਬ ਜਿਵੇਂ ਛੱਲਾ ਮਤਲਬ ਸਾਡਾ ਲੋਕ ਗੀਤ ਹੈ, ਪਰ ਅੱਜ ਕੱਲ ਬਹੁਤ ਸਾਰੇ ਛੱਲੇ ਬਹੁਤ ਸਾਰੇ ਕਲਾਕਾਰਾਂ ਨੇ ਤੋੜ ਮਰੋੜ ਕੇ ਗਾਤੇ, ਆਪਣੇ ਤਰੀਕੇ ਨਾਲ ਲਿਖਤੇ, ਨਵੇਂ ਮਾਡਰਨ ਦੌਰ ਦੇ ਛੱਲੇ ਲਿਖਤੇ। ਤੁਸੀਂ ਉਹਨਾਂ ਸਾਰੇ ਛੱਲਿਆਂ ਨੂੰ ਲੋਕ ਗੀਤ ਸ਼ਾਮਲ ਨਹੀਂ ਕਰ ਸਕਦੇ ਹੈਗੇ। ਜਿਹੜਾ ਛੱਲਾ ਸਾਡਾ ਰਵਾਇਤੀ ਛੱਲਾ ਹੈ, ਅਸੀਂ ਸਿਰਫ ਉਸ ਛੱਲੇ ਨੂੰ ਹੀ ਲੋਕ ਗੀਤਾਂ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਸੋ ਇਸ ਸਮੇਂ ਬਹੁਤ ਸਾਰੀ ਕਲੈਰਿਟੀ ਦੇਣ ਦੀ ਜ਼ਰੂਰਤ ਹੈ ਉਹਨਾਂ ਅਦਾਰਿਆਂ ਵੱਲੋਂ, ਜਿਹੜੇ ਅਦਾਰੇ ਮੁਕਾਬਲੇ ਕਰਾਉਂਦੇ ਨੇ, ਕਿ ਕਿਹੜੀਆਂ ਵੰਨਗੀਆਂ ਕਦੋਂ ਲੋਕ ਗੀਤ ਹੁੰਦੀਆਂ ਨੇ ਤੇ ਕਦੋਂ ਉਹ ਲੋਕ ਗੀਤ ਨਹੀਂ ਹੁੰਦੀਆਂ ਹੈਗੀਆਂ। ਇਹ ਬੜਾ ਰੋਲ ਘਚੋਲਾ ਤੇ ਥੱਲੇ ਫਿਰ ਜਦੋਂ ਸਵਾਲ ਹੁੰਦੇ ਨੇ ਫਿਰ ਨਾ ਜੱਜਾਂ ਕੋਲੇ ਜਵਾਬ ਹੁੰਦੇ ਨੇ ਨਾ ਪ੍ਰਬੰਧਕਾਂ ਕੋਲੇ ਜਵਾਬ ਹੁੰਦੇ ਨੇ ਇਹਨਾਂ ਗੱਲਾਂ ਦੇ। ਸੋ ਇਹ ਬੜਾ ਗੰਭੀਰ ਮਸਲਾ ਹੈ। ਜਦੋਂ ਤੁਸੀਂ ਲੋਕ ਗੀਤ ਦਾ ਮੁਕਾਬਲਾ ਕਰਾਉਂਦੇ ਹੋ, ਸਾਡੇ ਕੋਲੇ ਇਸ ਤੋਂ ਅੱਗੇ ਵੀ ਬਹੁਤ ਸਾਰੀਆਂ ਟਰਮਾਂ ਨੇ। ਅਸੀਂ ਲੰਮੀ ਹਿੱਕ ਦੇ ਗੀਤ ਅਸੀਂ ਵੱਖਰੇ ਕਰ ਲੈਂਦੇ ਹਾਂ, ਅਸੀਂ ਜਿਹੜੇ ਬੋਲੀਆਂ ਵੱਖਰੀਆਂ ਕਰ ਸਕਦੇ ਹਾਂ, ਅਸੀਂ ਟੱਪੇ, ਢੋਲੇ, ਮਾਹੀਏ, ਉਹ ਕਿੰਨੀਆਂ ਵੰਨਗੀਆਂ ਨੇ ਲੋਕ ਗੀਤਾਂ ਦੀਆਂ। ਲੋਕ ਗੀਤ ਦਾ ਮੁਕਾਬਲਾ ਕੋਈ ਇੱਕ ਮੁਕਾਬਲਾ ਨਹੀਂ ਹੁੰਦਾ। ਲੋਕ ਗੀਤ ਦੇ ਵਿੱਚ ਅੱਗੇ ਫਿਰ 50, 60, 70, 80 ਵੰਨਗੀਆਂ ਹੋ ਸਕਦੀਆਂ ਨੇ। ਜਿਹੜੀਆਂ ਕਵਿਸ਼ਰੀ ਦੀਆਂ ਵੰਨਗੀਆਂ ਨੇ ਉਹ 50 ਛੰਦ ਨੇ, ਅਸੀਂ ਉਹਨਾਂ ਨੂੰ ਵੀ ਲੋਕ ਗੀਤ ਸ਼ਾਮਲ ਕਰ ਸਕਦੇ ਹਾਂ। ਪਰ ਜਦੋਂ ਉਹ ਕਿਸੇ ਨੇ ਖਾਸ ਪ੍ਰੋਪਰ ਬੰਦੇ ਨੇ ਲਿਖੀਆਂ ਨੇ ਫਿਰ ਲੋਕ ਗੀਤਾਂ ਚੋਂ ਬਾਹਰ ਨਿਕਲ ਜਾਣਗੀਆਂ। ਸੋ ਇਹਨਾਂ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਲਗਾਤਾਰ ਕਲੈਰਿਟੀ ਦੇਣ ਦੀ ਜ਼ਰੂਰਤ ਹੈ ਤਾਂ ਕਿ ਥੱਲੇ ਰੋਲ ਘਚੋਲਾ ਨਾ ਜਾਵੇ। ਬਿਲਕੁਲ ਸਰ, ਬਹੁਤ ਵਧੀਆ ਖੂਬਸੂਰਤ ਢੰਗ ਨਾਲ ਤੁਸੀਂ ਮੇਰੇ ਪ੍ਰਸ਼ਨ ਦਾ ਜਵਾਬ ਦਿੱਤਾ। ਔਰ ਮੈਨੂੰ ਆਪ ਵੀ ਆ ਕਿ ਭਵਿੱਖ ਵਿੱਚ ਸ਼ਾਇਦ ਸੰਬੰਧਿਤ ਵਿਭਾਗ ਜਾਂ ਜਦੋਂ ਵੀ ਇਹੋ ਜਿਹੀਆਂ ਮੁਕਾਬਲੇ ਹੁੰਦੇ ਆ ਤੇ ਸਪਸ਼ਟਤਾ ਜ਼ਰੂਰ ਆਵੇਗੀ। ਹੁਣ ਮੈਡਮ ਮਨਿੰਦਰ ਹੋਣਾ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਅਗਲਾ ਸਵਾਲ ਪਾਲੀ ਖਾਦਮ ਜੀ ਉਹਨਾਂ ਨੂੰ ਪੁੱਛਣ। ਮੈਡਮ ਮਨਿੰਦਰ। ਬਹੁਤ ਹੀ ਵੱਡਮੁੱਲੀ ਜਾਣਕਾਰੀ ਮਿਲਦੀ ਹੈ ਸਾਨੂੰ ਇਸ ਜ਼ਰੀਏ, ਆਪ ਸਭ ਜ਼ਰੀਏ। ਤੇ ਪਾਲੀ ਸਰ, ਮੇਰਾ ਸਵਾਲ ਹੈ, ਤੁਸੀਂ ਲੋਕ ਨਾਚ ਬਾਰੇ ਬਹੁਤ ਕੁਝ ਦੱਸਿਆ, ਬਹੁਤ ਵਧੀਆ ਲੱਗਿਆ ਕਿ 40 ਤਰ੍ਹਾਂ ਦੇ ਲੋਕ ਨਾਚ ਹੁੰਦੇ ਨੇ, ਹੁਣ 4 ਰਹਿ ਗਏ ਨੇ। ਤੇ ਮੇਰਾ ਸਵਾਲ ਹੈ ਕਿ ਨਾਚ ਤੇ ਲੋਕ ਨਾਚ ਵਿੱਚ ਕੀ ਫਰਕ ਹੈ? ਹਾਂਜੀ ਪਾਲੀ ਸਰ, ਮੇਰੀ ਆਵਾਜ਼ ਆ ਰਹੀ ਹੈ? ਅਨਮਿਊਟ ਕਰ ਲਓ ਪਾਲੀ ਆਪਣੇ ਆਪ ਨੂੰ। ਜੀ ਇਹਦਾ ਜਵਾਬ ਜਿਹੜਾ ਡਾਕਟਰ ਸਾਹਿਬ ਦੀ ਗੱਲ, ਜਿਹੜੀ ਡਾਕਟਰ ਦੀਪ ਜੀ ਨੇ ਗੱਲ ਕਹੀ ਆ, ਉਹ ਇਹਦੇ ਨਾਲ ਮਿਲਦਾ ਜੁਲਦਾ ਸੇਮ ਲੋਕ ਗੀਤ ਵਾਲਾ ਹੀ ਮਸਲਾ। ਡਾਂਸ ਜਾਂ ਨਾਚ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਕਿਸੇ ਵੀ ਸਟੇਟ ਦਾ ਹੋ ਸਕਦਾ ਵਾ, ਔਰ ਉਹ ਕਿਸੇ ਵੀ ਤਰ੍ਹਾਂ ਨਾਲ ਪਰਫਾਰਮ ਕੀਤਾ ਜਾ ਸਕਦਾ ਵਾ। ਜਦੋਂ ਅਸੀਂ ਲੋਕ ਨਾਚ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਹਦੀਆਂ ਇੱਕ ਖਾਸ ਮੁਦਰਾਵਾਂ ਜਿਹੜੀਆਂ ਸਾਡੇ ਲੋਕਾਂ ਦੇ ਵਿੱਚ, ਸਾਡੇ ਬਜ਼ੁਰਗਾਂ ਦੇ ਵਿੱਚ ਪ੍ਰਚਲਿਤ ਹੁੰਦੀਆਂ। ਹੁਣ ਜਿਵੇਂ ਆਪਾਂ ਮਲਵਈ ਗਿੱਧੇ ਦੀ ਗੱਲ ਕਰਦੇ ਹਾਂ, ਮਲਵਈ ਗਿੱਧੇ ਨੂੰ ਕਹਿੰਦੇ ਛੜਿਆਂ ਦਾ ਗਿੱਧਾ।
ਤੇ ਮੇਲਿਆਂ ਦੇ ਵਿੱਚ ਜਾ ਕੇ ਜਾਂ ਮਰਦਾਂ ਦਾ ਗਿੱਧਾ ਕਹਿਣ ਲੱਗ ਗਏ, ਫਿਰ ਛੜਿਆਂ ਦਾ ਪਹਿਲਾਂ ਕਹਿੰਦੇ ਸੀਗੇ, ਮੇਲਿਆਂ ਦੇ ਵਿੱਚ ਜਾ ਕੇ ਉਹ ਬੋਲੀਆਂ ਪਾਉਂਦੇ ਨੇ। ਇੱਥੋਂ ਤੱਕ ਵੀ ਸਾਨੂੰ ਸੁਣਨ ਨੂੰ ਮਿਲਿਆ ਵੀ ਜਿਹੜਾ ਵੀ ਉਹਨਾਂ ਕੋਲੇ ਜੇ ਪਹਿਲਾਂ ਸਾਜ਼ ਨਹੀਂ ਹੁੰਦੇ ਸੀ ਤਾਂ ਉਹ ਕੋਈ ਵੀ ਭਾਂਡਾ ਚੱਕ ਕੇ ਉਹਨੂੰ ਖੜਕਾਉਣ ਲੱਗ ਜਾਂਦੇ ਸੀ ਤੇ ਉਹਦੇ ਨਾਲ ਆਪਣਾ ਨਾਚ ਜਿਹੜਾ ਉਹ ਬੋਲੀਆਂ ਸ਼ੁਰੂ ਕਰ ਲੈਂਦੇ ਸੀ। ਚਲੋ ਹੁਣ ਸਾਡੇ ਕੋਲੇ ਜਿਹੜੇ ਇਹਨਾਂ ਲੋਕ ਨਾਚਾਂ ਦੇ ਨਾਲ ਨਾਲ ਸਾਜ਼ ਵੀ ਆ ਗਏ। ਮਲਵਈ ਗਿੱਧੇ ਦੇ ਵਿੱਚ ਬਹੁਚੂ ਆ ਗਿਆ, ਅਲਗੋਜ਼ੇ ਆ ਗਏ, ਢੋਲਕੀ ਆ ਗਈ, ਚਿਮਟਾ ਆ ਗਿਆ ਤੇ ਸੱਪ ਆ ਗਏ, ਜਿਹਨੂੰ ਅਸੀਂ ਛਿੱਕਾ ਵੀ ਕਹਿ ਦਿੰਦੇ ਆ। ਇਸ ਤਰੀਕੇ ਨਾਲ ਨਾਚ ਜਿਹੜੇ ਨੇ, ਇਹ ਜਿਹੜੇ ਨਾਚ ਇੱਕ ਵੱਖਰੀ ਬਣ ਗਈ ਹੈ, ਲੋਕ ਨਾਚ ਇੱਕ ਵੱਖਰੀ ਬਣ ਗਈ ਹੈ। ਲੋਕ ਨਾਚ ਸਾਡੇ ਬਜ਼ੁਰਗਾਂ ਤੋਂ ਸਾਨੂੰ ਮਿਲੇ ਹੋਏ ਨਾਚ ਨੇ। ਜਦੋਂ ਅਸੀਂ ਬਜ਼ੁਰਗਾਂ ਨੂੰ ਨੱਚਦੇ ਦੇਖਦੇ ਹਾਂ, ਹਾਲਾਂਕਿ ਜਿਹੜਾ ਮਲਵਈ ਗਿੱਧਾ ਉਹ ਹੈ ਹੀ ਬਜ਼ੁਰਗਾਂ ਦਾ ਲੋਕ ਨਾਚ ਆ, ਉਹਦੇ ਵਿੱਚ ਜ਼ਿਆਦਾ ਬਜ਼ੁਰਗੀ ਜਿਹੜੇ ਨੇ ਉਹ ਨਾਚ ਕਰਦੇ ਮਿਲਦੇ ਨੇ। ਪਰ ਜਿਵੇਂ ਹੁਣ ਭੰਗੜਾ ਵਾ, ਭੰਗੜੇ ਦੇ ਸਟੈਪ ਨੇ। ਭੰਗੜਾ ਇੱਕ ਕੱਲੀ ਸਿੰਗਲ ਵੰਨਗੀ ਨਹੀਂ ਹੈਗੀ, ਭੰਗੜੇ ਦੇ ਵਿੱਚ ਵੱਖ-ਵੱਖ ਵੰਨਗੀਆਂ ਮਿਕਸ ਨੇ। ਭੰਗੜੇ ਦੇ ਵਿੱਚ ਸੰਮੀ ਦਾ ਸਟੈਪ ਵੀ ਆ, ਭੰਗੜੇ ਦੇ ਵਿੱਚ ਜਿੰਦੂਆ ਵੀ ਆ, ਭੰਗੜੇ ਦੇ ਵਿੱਚ ਚਾਲਾਂ ਵੀ ਆ, ਭੰਗੜੇ ਦੇ ਵਿੱਚ ਤੁਲਕਾ ਵੀ ਆ, ਭੰਗੜੇ ਦੇ ਵਿੱਚ ਪਠਾਣੀਆਂ ਵੀ ਆ। ਇਸ ਤਰੀਕੇ ਨਾਲ ਭੰਗੜੇ 'ਚ ਜੁਗਨੀ ਵੀ ਆ। ਮਤਲਬ ਵੱਖਰੇ 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 ਸਟੈਪ ਨੇ। ਇਹ ਉਹ ਸਟੈਪ ਨੇ, ਇਹ ਉਹ ਮੁਦਰਾਵਾਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਤੋਂ ਸਾਨੂੰ ਹੂਬਹੂ ਮਿਲੀਆਂ ਨੇ। ਹਾਂ, ਉਹ ਗੱਲ ਵੱਖਰੀ ਹੈ ਵੀ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਲੈਰਿਟੀ ਕਰ ਲਈ। ਜਿਵੇਂ ਹੁਣ ਅਸੀਂ ਧਮਾਲਾ ਪਾਉਂਦੇ ਆ। ਧਮਾਲਾ ਹੁਣ ਤੁਸੀਂ ਪਾਕਿਸਤਾਨ ਦੀ ਝੂਮਰ ਦੇਖੋ, ਤੁਸੀਂ ਪਾਕਿਸਤਾਨ ਵਾਲੇ ਦੀ ਝੂਮਰ ਤੇ ਸਾਡੀ ਝੂਮਰ 'ਚ ਬਹੁਤ ਫਰਕ ਆ। ਉਹ ਝੂਮਰ ਪਾਉਂਦੇ ਆ ਖੁੱਲ ਕੇ, ਅਸੀਂ ਥੋੜੀ ਉਹਦੇ ਵਿੱਚ ਕਲੈਰਿਟੀ ਲਿਆਂਦੀ, ਉਹਦੇ ਵਿੱਚ ਔਰਤਾਂ ਦਾ ਥੋੜਾ ਜਿਹਾ ਸਟੈਪ ਲੈ ਆਂਦਾ, ਮਿਕਸ ਕਰ ਲਿਆ ਸੀ ਥੋੜਾ ਜਿਹਾ। ਪਰ ਜਿਹੜੀ ਝੂਮਰ ਆ, ਜ਼ਿਆਦਾਤਰ ਤੁਸੀਂ ਝੂਮਰ ਜਿਹੜੀ ਆ ਐਨ ਨਿਰੋਲ ਖੂਬਸੂਰਤ ਸੁੰਦਰ ਜਿਹੜੀ ਝੂਮਰ ਆ, ਉਹ ਪਾਕਿਸਤਾਨ ਦੇ ਵਿੱਚ ਹੀ ਆ। ਉਹ ਸਾਡੇ ਲਹਿਦੇ ਪੰਜਾਬ 'ਚ ਹੀ ਆ, ਸਾਡੇ ਚੜ੍ਹਦੇ ਪੰਜਾਬ ਵਾਲਿਆਂ ਕੋਲ ਥੋੜੇ ਘੱਟ ਉਹਨੇ ਕਲੈਰਿਟੀ ਕਰ ਲਈ। ਕਿਉਂਕਿ ਕਲੈਰਿਟੀ ਤਾਂ ਹੋ ਗਈ, ਇਹ ਜਿਹੜੇ ਡਾਂਸ ਨੇ ਇਹ ਵਿਦਿਅਕ ਮੁਕਾਬਲਿਆਂ 'ਚ ਆ ਗਏ, ਯੂਨੀਵਰਸਿਟੀਆਂ 'ਚ ਚਲੇ ਗਏ। ਹੁਣ ਯੂਨੀਵਰਸਿਟੀਆਂ ਦੇ ਵਿੱਚ ਕੋਚ ਸਾਹਿਬਾਨਾਂ ਨੇ ਆਪਣੀ ਕਲੈਰਿਟੀ ਲੈ ਆਂਦੀ ਉਹਦੇ ਵਿੱਚ। ਉਹ ਕਲੈਰਿਟੀ ਲਿਆਉਣ ਦੇ ਨਾਲ ਉਹ ਜਿਹੜੇ ਉਹਦਾ ਜਿਹੜਾ ਪੁਰਾਣਾ ਟੱਚ ਆ, ਜਿਹੜਾ ਲੋਕ ਟੱਚ ਜਿਹਨੂੰ ਆਪਾਂ ਕਹਿੰਦੇ ਆ, ਜਿਹੜੇ ਆਪਣੇ ਬਜ਼ੁਰਗਾਂ ਤੋਂ ਸਾਨੂੰ ਮਿਲਿਆ ਹੋਇਆ ਸੀਗਾ, ਉਹ ਥੋੜਾ ਵਿਗਾੜ ਦੇ ਰੂਪ ਦੇ ਵਿੱਚ ਚਲੇ ਗਿਆ। ਨਾਚ ਤੇ ਲੋਕ ਨਾਚ ਦੇ ਵਿੱਚ ਇਹੀ ਫਰਕ ਹੈ ਜੀ। ਬਹੁਤ ਵਧੀਆ ਪਾਲੇ ਜੀ। ਜਦੋਂ ਪਹਿਲਾ ਸਵਾਲ ਦਾ ਜਵਾਬ ਤੁਸੀਂ ਦੇ ਰਹੇ ਸੀ ਤੇ ਡਾਕਟਰ ਸਾਹਿਬ ਤੁਹਾਡੇ ਕੋਲ ਫਿਰ ਸਵਾਲ ਕਰਨ ਲੱਗ ਗਏ, ਉਦੋਂ ਮੇਰੇ ਮਨ ਵਿੱਚ ਇਹ ਸਵਾਲ ਪੈਦਾ ਹੋਇਆ ਸੀਗਾ ਕਿ ਜਿਹੜੇ ਤੁਸੀਂ ਲੋਕ ਨਾਚਾਂ ਦੀ ਗੱਲ ਕਰਦੇ ਪਏ ਸੀਗੇ ਕਿ 40 ਦੇ ਕਰੀਬ ਲੋਕ ਨਾਚ ਨੇ, ਉਦੋਂ ਸਵਾਲ ਇਹ ਪੈਦਾ ਹੋਇਆ ਕਿ ਉਹ ਸੱਚੀ ਮੁੱਚੀ ਸਾਰੇ ਲੁਪਤ ਹੋ ਚੁੱਕੇ ਆ ਜਾਂ ਕਿਸੇ ਨਾ ਕਿਸੇ ਮੁਦਰਾਵਾਂ ਦੇ ਰੂਪ 'ਚ ਭੰਗੜੇ ਸ਼ਾਮਿਲ ਨੇ? ਤੁਸੀਂ ਉਹ ਜਵਾਬ ਦੇ ਦਿੱਤਾ, ਬਹੁਤ ਵਧੀਆ ਲੱਗਾ। ਤੇ ਹੁਣ ਮੈਂ ਮੈਡਮ ਰੁਪਿੰਦਰ ਹੋਣਾ ਨੂੰ ਬੇਨਤੀ ਕਰਾਂਗਾ ਕਿ ਉਹ ਅਗਲਾ ਸਵਾਲ ਰੁਪਿੰਦਰ ਹੋਣਾ ਨੂੰ ਕਰਨ। ਮੈਡਮ ਰੁਪਿੰਦਰ, ਮੈਡਮ ਅਨਮਿਊਟ ਕਰ ਲਓ। ਸੌਰੀ ਸਰ। ਹਾਂਜੀ ਸਰ, ਭੁਪਿੰਦਰ ਸਰ, ਜਿਹੜਾ ਸਮੂਹ ਗਾਇਨ ਹੁੰਦਾ ਵਾ, ਇਸ ਦੇ ਕਿਹੜੇ ਕਿਹੜੇ ਨਿਯਮ ਤੇ ਕਿਹੜੀਆਂ ਸ਼ਰਤਾਂ ਹੈ ਤੇ ਕਿਹੜੇ ਪੱਧਰ ਤੱਕ ਜਾਂਦਾ ਹੈ? ਹਾਂਜੀ ਮੈਡਮ, ਪੱਧਰ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ, ਵੀ ਜੇ ਸਕੂਲਾਂ ਦੇ ਪੱਧਰ ਤੱਕ ਲੈ ਕੇ ਚੱਲੀਏ ਤਾਂ ਇਹ ਪੰਜਾਬ ਸਮੂਹ ਪੱਧਰ ਗਾਇਨ ਤੱਕ। ਸਰ, ਉਹਦੇ ਬਾਰੇ ਸਮੂਹ ਜਿਹੜਾ ਸਮੂਹ ਗਾਇਨ। ਹਾਂਜੀ ਹਾਂਜੀ ਉਸੇ ਬਾਰੇ ਗੱਲ ਕਰ ਰਹੇ ਹਾਂ ਜੀ। ਜੀ, ਵੀ ਜੇ ਅਸੀਂ ਜਿੱਦਾਂ ਹੁਣ ਪ੍ਰਾਇਮਰੀ ਪੱਧਰ ਤੋਂ ਆਪਾਂ ਆਪਣੇ ਮਿਡਲ ਪੱਧਰ, ਸੈਕੰਡਰੀ ਪੱਧਰ ਤੱਕ ਜਦੋਂ ਜਾਂਦਾ ਹੈ, ਗਰੁੱਪ ਸ਼ਬਦ ਦੀ ਤੌਰ ਤੇ ਆਪਾਂ ਗੱਲ ਕਰਦੇ ਹੈਗੇ। ਇਹ ਸਮੂਹ ਗਾਇਨ ਹੈ, ਜਿਹਦੇ ਵਿੱਚ ਬਹੁਤ 8 ਤੋਂ 10 ਆਪਾਂ ਬੱਚੇ ਲੈ ਸਕਦੇ ਹੈਗੇ ਆ ਸ਼ਬਦ ਗਾਇਨ ਦੇ ਵਿੱਚ। ਉਹ ਸਮੂਹ ਗਾਇਨ ਹੈਗਾ, ਇਕੱਠੇ ਬੈਠ ਕੇ ਸਾਰੇ ਗਾਉਂਦੇ ਹੈਗੇ ਆ। ਉਹ ਜਿਹੜਾ ਮੁਕਾਬਲਾ ਹੈ ਸਕੂਲ ਪੱਧਰ ਤੋਂ ਲੈ ਕੇ ਅਸੀਂ ਪੰਜਾਬ ਪੱਧਰ ਤੱਕ ਸਕੂਲਾਂ ਦੇ ਤੌਰ ਤੇ ਲੈ ਕੇ ਜਾਂਦੇ ਹਾਂ। ਬਟ ਜਦੋਂ ਸਕੂਲ ਤੋਂ ਬਾਅਦ ਅਸੀਂ ਕਾਲਜ 'ਚ ਐਂਟਰੀ ਕਰਦੇ ਹਾਂ, ਉਹਦੇ ਵਿੱਚ ਗਰੁੱਪ ਸੌਂਗ ਵੀ ਐਡ ਹੋ ਜਾਂਦਾ। ਗਰੁੱਪ ਸੌਂਗ ਤੋਂ ਅਸੀਂ ਲੈਣੇ ਹੈਗੇ ਆ, ਕੋਈ ਸਾਡਾ ਦੇਸ਼ ਭਗਤੀ ਦਾ ਗੀਤ ਹੋ ਗਿਆ, ਇਸ ਤਰ੍ਹਾਂ ਦੇ ਸੌਂਗ ਨੂੰ ਇਕੱਠੇ ਕਰਕੇ 8 ਤੋਂ 10 ਜਿਹੜੇ ਪਾਰਟਿਸਪੈਂਟ ਅਸੀਂ ਕਰਦੇ ਹਾਂ, ਜਿਹਦੇ ਵਿੱਚ ਅਸੀਂ ਲੜਕੀਆਂ ਦਾ ਸਹਿਯੋਗ ਵੀ ਲੈਣੇ ਹੈਗੇ ਤੇ ਲੜਕੇ ਵੀ ਹੁੰਦੇ ਆ। ਇਹਨਾਂ ਦੇ ਨਾਲ ਗਰੁੱਪ ਸੌਂਗ ਚੱਲਦਾ ਹੈ। ਇਹ ਯੂਨੀਵਰਸਿਟੀਆਂ, ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੋਂ ਨੈਸ਼ਨਲ ਪੱਧਰ ਤੱਕ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਜੀ ਗਰੁੱਪ ਸੌਂਗ ਦੀ। ਇਹਦੇ ਵਿੱਚ ਭੁਪਿੰਦਰ ਇੱਕ ਚੀਜ਼ ਹੋਰ ਕਲੀਅਰ ਕਰੋ, ਤੁਸੀਂ ਨਾਲ ਵੱਧ ਜੁੜੇ ਹੋਏ ਹੋ। ਗਰੁੱਪ ਸੌਂਗ ਦੇ ਵਿੱਚ ਕੀ ਜਿਹੜੇ ਲੰਮੀ ਹੇਕ ਦੇ ਗੀਤ ਨੇ, ਮੰਨ ਲਓ ਪੰਜਾਬ ਦੇ, ਹਨਾ, ਉਹ ਵੀ 4-4 ਤਿੰਨ ਕੁੜੀਆਂ ਇੱਧਰ ਬਹਿ ਗਈਆਂ, 3 ਕੁੜੀਆਂ ਇੱਧਰ ਬਹਿ ਗਈਆਂ, 4 ਕੁੜੀਆਂ ਇੱਧਰ ਬਹਿ ਗਈਆਂ, 4 ਕੁੜੀਆਂ ਇੱਧਰ ਬਹਿ ਗਈਆਂ, ਉਹ 6 ਔਰਤਾਂ ਇਕੱਠੀਆਂ ਹੋ ਕੇ ਲੰਮੀ ਹੇਕ ਦੇ ਗੀਤ ਗਾਉਂਦੀਆਂ ਨੇ। ਕੀ ਤੁਸੀਂ ਗਰੁੱਪ ਸੌਂਗ ਦੇ ਕੰਪੀਟੀਸ਼ਨ ਦੇ ਵਿੱਚ ਇਹਨੂੰ ਸ਼ਾਮਲ ਕਰ ਸਕਦੇ ਹੋ?
ਨਹੀਂ ਜੀ, ਆਪਾਂ ਗਰੁੱਪ Song ਦੇ ਵਿੱਚ ਉਹਦੇ ਵਿੱਚ ਗੱਲ ਇਹ ਹੈਗੀ ਆ ਵੀ ਜਿਹੜਾ ਅਸੀਂ ਕੁੜੀਆਂ ਗੀਤ ਗਾਉਂਦੀਆਂ ਸਾਡੇ, ਉਹ ਇੱਕ ਤਰ੍ਹਾਂ ਦੇ ਸਾਡੇ ਸੱਭਿਆਚਾਰ ਨੂੰ, ਚਾਹੇ ਉਹ ਪੰਜਾਬ ਦਾ ਹੈ ਚਾਹੇ ਕਿਸੇ ਹੋਰ ਸਟੇਟ ਦਾ ਹੈ, ਉਹਨੂੰ ਰਿਪਰੈਜ਼ੈਂਟ ਕਰਦੇ। ਬਟ ਜੇ Song ਦੀ ਗੱਲ ਕਰਦੇ ਆ, ਉਹਦੇ ਵਿੱਚ ਤੁਸੀਂ ਸਾਡੇ ਭਾਰਤ ਦੀ ਪੂਰੇ ਦੀ ਗੱਲ ਕਰਦੇ ਹੋ। ਜਿੱਦਾਂ ਹਿੰਦੁਸਤਾਨ ਹੈ ਮੇਰਾ, ਹਿੰਦੁਸਤਾਨ ਸਾਡੀ ਕਵਿਤਾ ਵੀ ਹੈਗੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਗਰੁੱਪ Song ਦੇ ਵਿੱਚ ਅਸੀਂ ਹਿੰਦੀ ਵੀ ਲੈ ਸਕਦੇ ਹਾਂ ਜੀ, ਪੰਜਾਬੀ ਲੈ ਸਕਦੇ ਹਾਂ, ਅੰਗਰੇਜ਼ੀ ਵੀ ਲੈ ਸਕਦੇ ਹਾਂ। ਪਰ ਜੇ ਆਪਾਂ ਆਪਣੀਆਂ ਔਰਤਾਂ ਦੀ ਜਾਂ ਜਿੱਦਾਂ ਆਪਣੀਆਂ ਬੇਟੀਆਂ ਕੰਪੀਟੀਸ਼ਨ ਲੜਦੀਆਂ ਨੇ ਉਹਨਾਂ ਦੀ ਗੱਲ ਕਰਦੇ ਤਾਂ ਅੰਗਰੇਜ਼ੀ ਜਿਹੜੇ Song ਨੇ ਉਹ ਲੰਬੀਆਂ ਹੇਕਾਂ ਦੇ ਨਾਲ ਗਰੁੱਪ Song ਦੀ ਤਰ੍ਹਾਂ ਨਹੀਂ ਗਾ ਸਕਦੇ। ਇਹਨਾਂ ਦੀ ਵੰਨਗੀ ਅਲੱਗ ਹੈ ਜੀ। ਇੱਥੇ ਮਤਲਬ ਥੋੜੀ ਜਿਹੀ ਨਾ ਕਲੈਰਿਟੀ ਇੱਥੇ ਵੀ ਚਾਹੀਦੀ ਹੈ ਆਪਾਂ ਨੂੰ। ਇੱਕ ਕੰਪੀਟੀਸ਼ਨ ਦੀ ਵੰਨਗੀ ਹੈਗੀ ਹੈ ਪੈਟਰੀਆਟਿਕ Song, ਦੇਸ਼ ਭਗਤੀ ਦੇ ਗੀਤ, ਹਨਾ। ਜਿਹੜੇ ਦੇਸ਼ ਭਗਤੀ ਦੇ ਗੀਤ ਨੇ, ਜਾਂ ਤਾਂ ਅਸੀਂ ਇਕੱਲੇ ਮੰਨੀਏ ਕਿ ਅਸੀਂ ਇਹਦੇ ਵਿੱਚ ਦੇਸ਼ ਭਗਤੀ ਦੇ ਗੀਤ ਹੀ ਗਾਉਣੇ ਨੇ, ਹਨਾ। ਜੇ ਅਸੀਂ ਇਹਨੂੰ ਗਰੁੱਪ Song ਦਾ ਕੰਪੀਟੀਸ਼ਨ ਬਣਾਉਣੇ ਆ ਤਾਂ ਫਿਰ ਗਰੁੱਪ Song ਦਾ ਮਤਲਬ ਕੋਈ ਵੀ ਹੋ ਸਕਦਾ ਹੈ। ਇੱਥੇ ਆਪਾਂ ਨੂੰ ਇੱਥੇ ਵੀ ਬਹੁਤ ਜ਼ਿਆਦਾ ਕਲੈਰਿਟੀ ਦੀ ਜ਼ਰੂਰਤ ਹੈ ਕਿ ਗਰੁੱਪ Song ਨੂੰ ਅਸੀਂ ਇਕੱਲੇ ਦੇਸ਼ ਭਗਤੀ ਦੇ ਗੀਤਾਂ ਤੱਕ ਕਿਉਂ ਸੀਮਿਤ ਕਰਦੇ ਹਾਂ। ਗਰੁੱਪ Song ਨੂੰ ਅਸੀਂ ਗਰੁੱਪ Song ਦੇ ਵਿੱਚ ਕਾਹਤੋਂ ਨਹੀਂ ਫਿਰ ਫੋਕ Song ਆ ਸਕਦੇ ਜਿਹੜੇ ਗਰੁੱਪ ਦੇ ਤੌਰ ਤੇ ਗਾਏ ਜਾਂਦੇ ਨੇ। ਸੋ ਇਹ ਇੱਥੇ ਸਾਡੇ ਅਦਾਰਿਆਂ ਨੂੰ ਇੱਥੇ ਵੀ ਬਹੁਤ ਕਲੈਰਿਟੀ ਕਰਨ ਦੀ ਲੋੜ ਹੈ। ਅਸੀਂ ਆਮ ਤੌਰ ਤੇ ਇਹ ਮੰਨ ਲੈਂਦੇ ਹਾਂ ਕਿ ਦੇਸ਼ ਭਗਤੀ ਦੇ ਗੀਤ ਨੇ, ਮਿਲੇ ਸੁਰ ਮੇਰਾ ਤੁਮਾਰਾ तो सुर बने हमारा, ਜਾਂ ਜਨ ਗਨ ਮਨ, ਜਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਜਾਂ ਬੰਦੇ ਮਾਤਰਮ। ਅਸੀਂ ਮਤਲਬ ਇੱਕ ਕੈਟਾਗਰੀ, ਇੱਕ ਸਾਡੀ ਮਾਈਂਡ ਫਿਕਸਿੰਗ ਹੋ ਗਈ, ਸਾਡਾ ਮਾਈਂਡ ਦੀ ਕੰਡੀਸ਼ਨਿੰਗ ਹੋ ਗਈ ਕਿ ਅਸੀਂ ਗਰੁੱਪ Song ਦੇ ਵਿੱਚ ਅਸੀਂ ਉਹਨਾਂ ਨੂੰ ਹੀ ਸ਼ਾਮਲ ਕਰਨਾ ਹੈ ਕਿ ਉਹੀ ਗਰੁੱਪ Song ਨੇ। ਜਾਂ ਤਾਂ ਫਿਰ ਤੁਸੀਂ ਕਰੋ ਕਿ ਅਸੀਂ ਦੇਸ਼ ਭਗਤੀ ਦੇ ਗੀਤ ਗਾਉਣੇ ਨੇ, ਪਰ ਉਹ ਇੱਕ ਟਰਮ ਹੀ ਵੱਖਰੀ ਬਣ ਗਈ ਦੇਸ਼ ਭਗਤੀ ਦੇ ਗੀਤਾਂ ਦੀ। ਜੇ ਆਪਾਂ ਗਰੁੱਪ Song ਟਾਈਟਲ ਦੇ ਹੇਠ ਕਰਦੇ ਹਾਂ ਤਾਂ ਟਾਈਟਲ ਦੇ ਵਿੱਚ ਗੀਤ ਵੀ ਆ ਸਕਦੇ ਨੇ, ਇਹਨਾਂ ਨੂੰ ਟੈਕਨੀਕਲ ਤੌਰ ਤੇ ਰੱਦ ਨਹੀਂ ਕੀਤਾ ਜਾ ਸਕਦਾ। ਇੱਥੇ ਵੀ ਨਿਯਮਾਂ ਦੇ ਵਿੱਚ ਵੱਧ ਕਲੈਰਿਟੀ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਪੈਟਰੀਆਟਿਕ Song ਦਾ ਮੁਕਾਬਲਾ ਕਰਾ ਰਹੇ ਹੋ, ਜਾਂ ਤੁਸੀਂ ਗਰੁੱਪ Song ਦਾ ਮੁਕਾਬਲਾ ਕਰਾ ਰਹੇ ਹੋ, ਜਾਂ ਫੋਕ ਗਰੁੱਪ Song ਦਾ ਵੱਖਰਾ ਕਰਾ ਰਹੇ ਹੋ। ਇਹ ਵੀ ਹੋ ਸਕਦਾ ਹੈ ਕਿ ਅਸੀਂ ਗਰੁੱਪ Song ਫੋਕ ਬੇਸਡ ਕਰੀਏ, ਕਿ ਭਾਈ ਫੋਕ ਬੇਸਡ ਗਰੁੱਪ Song ਦਾ ਮੁਕਾਬਲਾ ਕਰਾਉਣਾ ਹੈ ਅਸੀਂ। ਸੋ ਇੱਥੇ ਇਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਨਿਯਮਾਂ ਦੀ ਸਪਸ਼ਟ ਕਰਨ ਦੀ ਜ਼ਰੂਰਤ ਹੈ। ਡਾਕਟਰ ਸਾਹਿਬ ਇੱਕ ਥੋੜਾ ਜਿਹਾ ਐਡ ਕਰਦਾ ਮੈਂ ਇਹਦੇ ਵਿੱਚ ਜੀ। ਜਿਹੜਾ ਸੌਰੀ ਮੈਂ ਐਡ ਕਰਦਾ ਭੁਪਿੰਦਰ ਜੀ, ਜਿਹੜਾ ਗਰੁੱਪ Song ਦਾ ਮੁਕਾਬਲਾ ਨਾ, ਜਦੋਂ ਅਸੀਂ ਯੂਨੀਵਰਸਿਟੀ ਦਾ ਮੁਕਾਬਲਾ ਦੇਖਦੇ ਪੰਜਾਬ ਯੂਨੀਵਰਸਿਟੀ ਦਾ, ਤਾਂ ਉਹਨਾਂ ਨੇ ਇੱਕ ਨਿਯਮ ਬਣਾਇਆ ਹੋਇਆ ਗਰੁੱਪ Song ਦੇ ਵਿੱਚ ਤੁਸੀਂ ਲਾਸਟ 1 ਮਿੰਟ ਜਾਂ 1.5 ਮਿੰਟ, ਮੈਨੂੰ ਟਾਈਮ ਦੀ ਪੂਰੀ ਜਾਣਕਾਰੀ, ਉਹਦੇ ਵਿੱਚ ਫੋਕ Song ਤੁਸੀਂ ਐਡ ਕਰਨਾ ਵਾ। ਹੁੰਦਾ ਜੀ, ਹੁੰਦਾ। ਹਾਂਜੀ ਹਾਂਜੀ, 1 ਜਾਂ 1.5 ਮਿੰਟ ਦਾ ਜਿਹੜਾ ਫੋਕ Song ਆ, ਉਹ ਜਿਹੜਾ ਸਮੂਹ ਗਾਣ ਦੇ ਵਿੱਚ ਉਹ ਜ਼ਰੂਰੀ ਆ। ਪਹਿਲਾਂ ਦੇਸ਼ ਭਗਤੀ ਦਾ ਚੱਲੂਗਾ ਤੇ ਉਸ ਤੋਂ ਬਾਅਦ 1 ਜਾਂ 1.5 ਮਿੰਟ ਜਿਹੜਾ ਉਹ ਫੋਕ Song ਪੰਜਾਬ ਦਾ ਉਹ ਚੱਲਣਾ ਹੈ ਜੀ। ਹਾਂਜੀ ਹਾਂਜੀ ਸਰ, ਇਹਦੇ ਵਿੱਚ 2 ਗੱਲਾਂ ਨੇ ਜੀ। ਜੇ ਆਪਾਂ ਗਰੁੱਪ Song ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਵੀ ਆਪਣੇ ਫੋਕ ਗਰੁੱਪ Song ਆਪਣੇ ਵੀ ਹੁੰਦੇ ਨੇ ਸੱਭਿਆਚਾਰ ਦੇ। ਇਹਨਾਂ ਦੇ ਜੇ ਆਪਾਂ ਸਾਜ਼ਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਵੰਨਗੀ ਅਲੱਗ ਹੈ। ਹੁਣ ਜਿਹੜੇ ਗਰੁੱਪ Song ਦੇ ਵਿੱਚ ਨੇ ਉਹ ਆਪਣੇ ਅੱਜ ਕੱਲ੍ਹ ਦੇ ਜੋ ਸਾਜ਼ ਚੱਲਦੇ ਆ, ਅਸੀਂ ਉਹਦੇ ਵਿੱਚ ਪੈਡ ਵੀ ਯੂਜ਼ ਕਰ ਸਕਦੇ ਹਾਂ, ਗਿਟਾਰ ਵੀ ਯੂਜ਼ ਕਰ ਸਕਦੇ ਹਾਂ, ਤਬਲਾ ਵੀ ਯੂਜ਼ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਸਾਰੇ ਸਾਜ਼ ਅਸੀਂ ਵਰਤ ਸਕਦੇ ਹਾਂ। ਪਰ ਜਦੋਂ ਗੱਲ ਆਊਗੀ ਆਪਣੇ ਫੋਕ Song ਨੇ, ਆਪਣੇ ਗਰੁੱਪ Song ਦੇ ਤੌਰ ਤੇ ਉਹਨਾਂ ਨੂੰ ਲਵਾਂਗੇ, ਤਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਇੱਕ ਮਰਿਆਦਾ ਇਹ ਵੀ ਚੱਲੂਗੀ ਕਿ ਉਹਦੇ ਸਾਜ਼ ਵੀ ਅਲੱਗ ਹੋ ਜਾਂਦੇ ਨੇ। ਬਿਲਕੁਲ ਜੀ। ਉਹਦੇ ਵਿੱਚ ਅਸੀਂ ਢੋਲਕ ਇਸ ਤਰ੍ਹਾਂ ਦੇ ਸਾਜ਼ ਜਿਹੜੇ ਲੋਕ ਸਾਜ਼ ਨੇ ਉਹ ਕਰਾਂਗੇ। ਇੱਥੇ ਪ੍ਰੋਬਲਮ ਇਹ ਵੀ ਆਉਂਦੀ ਹੈ, ਜੇ ਆਪਣੀਆਂ ਔਰਤਾਂ ਨੇ ਜਿਹੜੀਆਂ ਉਹ ਗਰੁੱਪ Song ਗਾਉਂਦੀਆਂ ਨੇ ਤਾਂ ਜਿਹੜੇ ਅੱਜ ਦੇ ਸਾਡੇ ਸਾਜ਼ ਚੱਲ ਰਹੇ ਨੇ ਉਹਦੇ ਨਾਲ ਉਹ ਢੁਕਵੇਂ ਤੌਰ ਤੇ ਪ੍ਰੋਪਰ ਜਿੰਨਾ ਗਰੁੱਪ Song ਹਿੰਦੀ ਲਾ ਲਓ ਜਾਂ ਕੋਈ ਹੋਰ ਲਾ ਲਓ, ਉਹ ਗਿਟਾਰ ਵਗੈਰਾ ਤੇ ਆਪਾਂ ਗੱਲ ਕਰਦੇ ਹਾਂ, ਪੈਡ ਵਗੈਰਾ ਤੇ ਅੱਛੇ ਲੱਗਦੇ ਨੇ। ਤਾਂ ਫਿਰ ਇੱਧਰ ਸਾਡੇ ਪੰਜਾਬ ਦੀ ਝਲਕ ਉਹਨਾਂ ਵਿੱਚ ਨਹੀਂ ਰਹਿੰਦੀ। ਜੇ ਲੰਬੀਆਂ ਹੇਕਾਂ ਦੀ ਗੱਲ ਕਰੀਏ ਤਾਂ ਉੱਥੇ ਗਿਟਾਰ ਨਹੀਂ ਚੱਲ ਸਕਦੀ ਜੀ, ਉੱਥੇ ਪੈਡ ਨਹੀਂ ਚੱਲ ਸਕਦੀ। ਇਸ ਤਰ੍ਹਾਂ ਇਹਨਾਂ ਦੀ ਸਾਜ਼ਾਂ ਦੀ ਵੀ ਜਿਹੜੀ ਵੰਨਗੀਆਂ ਨੇ ਉਹ ਅਲੱਗ-ਅਲੱਗ ਨੇ ਜੀ। ਇਸ ਵੀ ਥੋੜਾ ਵਖਰੇਵਾਂ ਹੈਗਾ ਜੀ। ਮੇਰਾ ਇੱਕ ਸਵਾਲ ਇਹਨਾਂ ਤੁਹਾਡੀ ਚਰਚਾ ਚੋਂ ਹੀ ਪੈਦਾ ਹੋਇਆ। ਆਮ ਸਕੂਲ ਦੇ ਵਿੱਚ ਜਦੋਂ ਵੀ ਪ੍ਰਾਰਥਨਾ ਹੁੰਦੀ ਹੈ ਤੇ ਰਾਸ਼ਟਰੀ ਗਾਨ ਕਰਵਾਇਆ ਜਾਂਦਾ, ਬਹੁਤ ਸਾਰੇ ਅਧਿਆਪਕ ਸਾਹਿਬਾਨ ਵੱਲੋਂ ਵੀ ਕਹਿ ਦਿੱਤਾ ਜਾਂਦਾ ਰਾਸ਼ਟਰੀ ਗੀਤ ਸ਼ੁਰੂ ਕਰਾਂਗੇ। ਗੀਤ ਤੇ ਗਾਨ, ਐਂਥਮ ਤੇ ਗੀਤ 'ਚ ਕੀ ਅੰਤਰ ਹੈ? ਇਹ ਜੀ ਹਾਂਜੀ, ਦੇਖੋ ਸਿੱਧੇ ਤੌਰ ਤੇ, ਮੋਟੇ ਤੌਰ ਤੇ ਇੱਕ ਸਿੱਧਾ ਅੰਤਰ ਆਪਾਂ ਨੂੰ ਇਹ ਵੀ ਦਿਖਾਈ ਦਿੰਦਾ ਹੈ ਕਿ ਜਦੋਂ ਅਸੀਂ ਗਾਨ ਕਹਿੰਦੇ ਆ ਤਾਂ ਉਹਦੇ ਵਿੱਚ ਗਰੁੱਪ ਸ਼ਾਮਲ ਹੋ ਜਾਂਦਾ ਹੈ। ਹਾਂਜੀ। ਜਿਹੜਾ ਗੀਤ ਹੈ ਉਹ
ਸੋਲੋ ਬਣ ਗਈ ਹੈ। ਭਾਵੇਂ ਗੀਤ ਦੇ ਵਿੱਚ ਵੀ ਅੱਗੇ ਡਿਊਟ ਜਾਂ ਹੋਰ ਆ ਜਾਂਦੇ ਨੇ, ਪਰ ਗੀਤ ਮੁੱਖ ਤੌਰ ਤੇ ਗੀਤ ਦੀ ਜਿਹੜੀ ਮੋਟੇ ਤੌਰ ਤੇ ਕ੍ਰਿਟੀਕਲ ਸਮਝ ਹੈ ਉਹ ਸਿੰਗਲ ਹੈ। ਜਦੋਂ ਅਸੀਂ ਗਾਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਗਰੁੱਪ ਆ ਜਾਂਦਾ ਹੈ, ਉਹ ਸਮੂਹ ਲਈ ਸਿਰਜਿਆ ਜਾਂਦਾ ਹੈ ਤੇ ਸਮੂਹ ਦੁਆਰਾ ਗਾਇਆ ਜਾਂਦਾ ਹੈ। ਉਹਦੇ ਵਿੱਚ ਸਮੂਹ ਦੀ ਜਿਹੜੀ ਫੀਲਿੰਗ ਹੁੰਦੀ ਆ ਉਹ ਸ਼ਾਮਲ ਹੁੰਦੀ ਹੈ। ਜਿਵੇਂ ਆਪਾਂ ਇਹਦੀ ਜਨਗਣ ਮਨ ਦੀ ਗੱਲ ਹੀ ਕਰੀਏ, ਹੈ ਨਾ, ਇਹਨੂੰ ਜਦੋਂ ਤੁਸੀਂ ਇਹਦਾ ਥੀਮੈਟਿਕ ਸਟਰਕਚਰ ਦੇਖੋਗੇ ਉਹ ਸਾਰੇ ਸਮੂਹ ਲਈ ਹੈ, ਇੱਕ ਪੂਰੇ ਵੱਡੀ ਕਮਿਊਨਿਟੀ ਲਈ ਹੈ ਉਹ। ਸੋ ਉਹਦਾ ਥੀਮੈਟਿਕ ਸਟਰਕਚਰ ਵੀ ਕਮਿਊਨਿਟੀ ਲਈ ਹੈ, ਉਹਦਾ ਗਾਇਨ ਸਟਰਕਚਰ ਵੀ ਕਮਿਊਨਿਟੀ ਲਈ ਹੈ। ਇਸ ਕਰਕੇ ਉਹ ਰਾਸ਼ਟਰੀ ਗਾਨ ਹੈ। ਤੇ ਜਦੋਂ ਅਸੀਂ ਕੋਈ ਗੀਤ ਗਾਉਂਦੇ ਹਾਂ ਉਹ ਗੀਤ ਹੈ, ਮੋਟੇ ਤੌਰ ਤੇ ਇਹਦੇ ਵਿੱਚ ਇਹ ਅੰਤਰ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਹੁਣ ਬੇਨਤੀ ਕਰਾਂਗੇ ਮੈਡਮ ਮਨਿੰਦਰ ਹੋਣਾ ਨੂੰ ਕਿ ਉਹ ਆਪਣਾ ਸਵਾਲ ਪਾਲੀ ਖਾਦਮ ਜੀ ਹੋਰਾਂ ਨੂੰ ਕਰਨ। ਮੈਡਮ ਮਨਿੰਦਰ। ਹਾਂਜੀ ਪਾਲੀ ਸਰ, ਤੁਸੀਂ ਲੋਕ ਨਾਚਾਂ ਬਾਰੇ ਤੇ ਨਾਚ ਬਾਰੇ ਕਾਫੀ ਦੱਸ ਚੁੱਕੇ ਹੋ। ਇੱਕ ਸਵਾਲ ਹੋਰ ਹੈ ਜੀ ਕਿ ਐਕਸ਼ਨ ਡਾਂਸ ਮੁਕਾਬਲੇ ਦੀ ਸ਼੍ਰੇਣੀ ਵਿੱਚ ਆਉਂਦਾ? ਹਾਂਜੀ ਹਾਂਜੀ ਪਾਲੀ ਜੀ, ਹਾਂਜੀ ਮੈਡਮ। ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲੇ ਨੇ ਉਹਦੇ ਵਿੱਚ ਨਹੀਂ ਚੱਲਦਾ ਇਹ। ਤੇ ਜਿਹੜਾ ਕਲਾ ਉਤਸਵ ਦਾ ਮੁਕਾਬਲਾ ਉਹਦੇ ਵਿੱਚ ਇਹ ਬੰਦਗੀ ਹੈਗੀ ਆ ਜੀ। ਉਹਦੇ ਵਿੱਚ ਜਿਹੜਾ ਜਿਵੇਂ ਐਕਸ਼ਨ ਡਾਂਸ, ਪੌਪ, ਇੰਗਲਿਸ਼ ਡਾਂਸ ਜੋ ਵੀ ਹੈ ਤੁਹਾਡੇ, ਉਹ ਜਿਹੜੇ ਉਹ ਇਹਦੇ ਵਿੱਚ ਇਸ ਬੰਦਗੀ 'ਚ ਹੈਗੇ ਨੇ। ਉਹ ਸਿਰਫ ਤੇ ਸਿਰਫ ਕਲਾ ਉਤਸਵ ਦੇ ਮੁਕਾਬਲੇ ਦੇ ਵਿੱਚ ਆ। ਹੋਰ ਕਿਸੇ ਵੀ ਤਰ੍ਹਾਂ ਦੀ ਬੰਦਗੀ ਜਿਹੜੀ ਆ ਉਹਦੇ ਵਿੱਚ ਇਹ ਮੁਕਾਬਲਾ ਜਿਹੜਾ ਨਹੀਂ ਕਰਵਾਇਆ ਜਾਂਦਾ। ਜਿਵੇਂ ਹੁਣ ਸੋਲੋ ਡਾਂਸ ਦਾ ਮੁਕਾਬਲਾ ਆਪਾਂ ਕਹਿ ਦਿੰਦੇ ਆ, ਤਾਂ ਸੋਲੋ ਡਾਂਸ ਦੇ ਵਿੱਚ ਉਹ ਮੁਕਾਬਲਾ ਸਿਰਫ ਤੇ ਸਿਰਫ ਕਲਾ ਉਤਸਵ 'ਚ ਹੀ ਸਾਨੂੰ ਦੇਖਣ ਨੂੰ ਮਿਲਦਾ। ਤੇ ਬਾਕੀ ਜਿਹੜੇ ਹੋਰ ਕੋਈ ਮੁਕਾਬਲੇ ਨੇ ਉਹਨਾਂ ਦੇ ਵਿੱਚ ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਹੀ ਸੋਲੋ ਡਾਂਸ ਦਾ ਮੁਕਾਬਲਾ ਕਰਾਉਂਦਾ। ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਦਿਅਕ ਮੁਕਾਬਲਾ ਹਾਲੇ ਤੱਕ ਨਹੀਂ ਦੇਖਣ ਨੂੰ ਮਿਲਿਆ। ਸਰ ਐਕਸ਼ਨ Song ਬਾਰੇ ਪੁੱਛ ਰਹੇ ਸ਼ਾਇਦ ਮੈਮ। ਨਹੀਂ ਡਾਂਸ ਬਾਰੇ ਹੀ ਪੁੱਛ ਰਹੀ ਸੀ। ਐਕਸ਼ਨ ਉਹੀ ਡਾਂਸ ਦੀ ਬੰਦਗੀ ਐਕਸ਼ਨ ਡਾਂਸ। ਜਿਵੇਂ ਕਲਾਸੀਕਲ ਡਾਂਸ ਦੀ ਆਪਾਂ ਗੱਲ ਕੀਤੀ ਸੀਗੀ, ਪਰ ਜਿਹੜਾ ਪੌਪ ਡਾਂਸ ਆ, ਹਿਪ ਹੌਪ ਆ, ਇਹ ਕਲਾਸੀਕਲ 'ਚ ਨਹੀਂ ਨਾ ਆਉਂਦੇ। ਤੇ ਇਹ ਜਿਹੜੀ ਬੰਦਗੀ ਆ ਇਹ ਡਾਂਸ ਦੇ ਵਿੱਚ ਲਿਆਈ ਜਾ ਸਕਦੀ ਆ, ਪਰ ਇਹਨੂੰ ਕੰਸੀਡਰ ਕਰਨ ਲਈ ਇਹਨਾਂ ਦਾ ਮੁਕਾਬਲਾ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲੇ ਹਲੇ ਤੱਕ ਨਹੀਂ ਹੈਗਾ, ਨਾ ਹੀ ਹਲੇ ਤੱਕ ਕਰਾਇਆ। ਬੱਚੇ ਪਾਰਟਿਸਿਪੇਟ ਜ਼ਰੂਰ ਕਰ ਲੈਂਦੇ ਨੇ ਡਾਂਸ ਦੇ ਤੌਰ ਤੇ, ਪਰ ਉਹ ਕਿਤੇ ਵੀ ਕੰਸੀਡਰ ਨਹੀਂ ਹੁੰਦਾ। ਇੱਥੇ ਜਿਹੜਾ ਇੱਕ ਬਹੁਤ ਮਹੱਤਵਪੂਰਨ ਸਵਾਲ ਇਹ ਬਣਦਾ, ਜਿਵੇਂ ਹੁਣ 75 ਸਾਲਾਂ ਦੇ ਵਿੱਚ ਆਪਣੇ ਕੰਪੀਟੀਸ਼ਨ ਆਏ ਨੇ, ਹਨਾ, ਬੱਚੇ ਇੱਕ ਗੀਤ ਚੁਣ ਲੈਂਦੇ ਨੇ। ਮੇਰਾ ਰੰਗ ਦੇ ਬਸੰਤੀ ਚੋਲਾ ਮੰਨ ਲਓ ਗੀਤ ਚੁਣ ਲਿਆ ਉਹਨਾਂ ਨੇ। ਉਸ ਮੇਰਾ ਰੰਗ ਦੇ ਬਸੰਤੀ ਚੋਲਾ ਗੀਤ ਤੇ ਬੱਚੇ ਡਾਂਸ ਕਰ ਰਹੇ ਨੇ। ਉਸ ਨੂੰ ਬਹੁਤ ਸਾਰੇ ਟੀਚਰ ਕੋਰੀਓਗ੍ਰਾਫੀ ਦੇ ਵਿੱਚ ਲੈ ਆਉਂਦੇ ਨੇ, ਜਾਂ ਬਹੁਤ ਸਾਰੇ ਟੀਚਰ ਉਸ ਨੂੰ ਐਕਸ਼ਨ Song ਦੇ ਵਿੱਚ ਲੈ ਆਉਂਦੇ ਨੇ। ਜਦੋਂ ਕਿ ਕੋਰੀਓਗ੍ਰਾਫੀ ਬਿਲਕੁਲ ਵੱਖਰੀ ਫਾਰਮ ਹੈ ਉਹਦੇ ਨਾਲੋਂ। ਕੋਰੀਓਗ੍ਰਾਫੀ ਬੇਸਿਕਲੀ ਥੀਏਟਰ ਦੀ ਫਾਰਮ ਹੈ। ਜਦੋਂ ਤੁਸੀਂ ਇੱਕ ਥੀਮ ਨੂੰ ਪਰਫਾਰਮ ਕਰਦੇ ਹੋ ਐਕਟਿੰਗ ਰਾਹੀਂ ਤਾਂ ਉਹ ਕੋਰੀਓਗ੍ਰਾਫੀ ਬਣਦੀ ਹੈ। ਜਿਹੜੀ ਕੋਰੀਓਗ੍ਰਾਫੀ ਦਾ ਕਨਸੈਪਟ ਸਾਡੇ ਕੋਲ ਫਿਲਮਾਂ ਰਾਹੀਂ ਆਉਂਦਾ ਹੈ ਉਹ ਡਾਂਸ ਦੀ ਫਾਰਮ ਹੈ। ਪਰ ਜਦੋਂ ਅਸੀਂ ਯੂਨੀਵਰਸਿਟੀ ਪੱਧਰ ਤੇ ਜਾਂ ਇੱਕ ਲਿਟਰੇਰੀ ਵਿਧਾ ਦੇ ਤੌਰ ਤੇ, ਕਿਉਂਕਿ ਮੈਂ ਨਾਟਕ ਤੇ PhD ਕੀਤੀ ਹੈ, ਮੈਂ ਕੋਰੀਓਗ੍ਰਾਫੀ ਨੂੰ ਇੱਕ ਵਿਧਾ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦਾ, ਤਾਂ ਕੋਰੀਓਗ੍ਰਾਫੀ ਥੀਏਟਰ ਦੀ ਫਾਰਮ ਹੈ। ਉਹਦੇ ਵਿੱਚ ਅਸੀਂ ਇੱਕ Song ਜਾਂ ਕੁਝ ਸੌਂਗਾਂ ਦੇ ਆਧਾਰ ਤੇ ਜਦੋਂ ਉਹਨੂੰ ਮੰਚ ਤੇ ਪੇਸ਼ ਕਰਦੇ ਹਾਂ, ਉਹ ਤੇ ਡਾਂਸ ਨਹੀਂ ਕਰਦੇ ਹੈਗੇ, ਉਹ ਤੇ ਅਸੀਂ ਐਕਟਿੰਗ ਕਰਦੇ ਹਾਂ। ਜਿਵੇਂ ਮੰਨ ਲਓ ਮੈਂ ਬਸਤੀ ਉਜੜ ਗਈ ਗੀਤ ਹੈ, ਗੁਰਦਾਸ ਮਾਨ ਦਾ ਗੀਤ ਹੈ ਨਾ, ਉਹ ਤੇ ਅਸੀਂ ਨੱਚਦੇ ਨਹੀਂ ਹੈਗੇ, ਉਹ ਤੇ ਅਸੀਂ ਉਹ ਤੇ ਐਕਟਿੰਗ ਕਰਦੇ ਹਾਂ। ਜਦੋਂ ਐਕਟਿੰਗ ਦਾ ਮਸਲਾ ਆਉਂਦਾ ਉਦੋਂ ਟ੍ਰੈਜਡੀ ਵੀ ਆਉਂਦੀ ਉਹਦੇ ਵਿੱਚ। ਮੈਂ ਬਸਤੀ ਉਜੜ ਗਈ, ਇਹ ਕੋਈ ਡਾਂਸ ਦਾ ਤਾਂ ਮਸਲਾ ਹੀ ਨਹੀਂ ਹੈਗਾ, ਇਹਦਾ ਰੁਦਨ ਦਾ ਮਸਲਾ ਹੈ। ਜਿਵੇਂ ਆਪਾਂ ਸੰਮੀ ਦੇ ਮਾਮਲੇ 'ਚ ਦੇਖਿਆ, ਭਾਵੇਂ ਸੰਮੀ ਤੇ ਅਸੀਂ ਡਾਂਸ ਕਰਦੇ ਹਾਂ। ਸੋ ਜਿਹੜਾ ਕੋਰੀਓਗ੍ਰਾਫੀ ਦਾ ਕੰਪੀਟੀਸ਼ਨ ਹੈ ਉਹ ਥੀਏਟਰ ਦਾ ਕੰਪੀਟੀਸ਼ਨ ਹੈ, ਨਾਟਕ ਦਾ ਕੰਪੀਟੀਸ਼ਨ ਹੈ। ਉਹਦੇ ਵਿੱਚ ਮੰਚ ਤੇ ਅਸੀਂ ਰੋਨੇ ਵੀ ਆ, ਮੰਚ ਤੇ ਅਸੀਂ ਹੱਸਦੇ ਵੀ ਆ, ਉਹ ਤੇ ਅਸੀਂ ਮੰਚ ਤੇ ਐਕਟ ਕਰਦੇ ਆ। ਪਰ ਜਦੋਂ ਅਸੀਂ ਉਹਨੂੰ ਐਕਸ਼ਨ Song ਕਹਿੰਦੇ ਆ ਤਾਂ ਉਦੋਂ ਉਹ ਡਾਂਸ ਦੀ ਫਾਰਮ ਬਣਦੀ ਹੈ, ਜਿਹਦੇ ਵਿੱਚ ਅਸੀਂ ਇੱਕ ਗੀਤ ਚੁਣ ਲਿਆ, ਉਸ ਗੀਤ ਦੇ ਉੱਤੇ ਅਸੀਂ ਸਟੇਜ ਤੇ ਨੱਚਦੇ ਆ। ਉਹ ਸਾਡੇ ਬਹੁਤ ਸਾਰੇ ਪੰਜਾਬੀ ਦੇ ਗੀਤ ਵੀ ਨੇ, ਅਸੀਂ ਉਹਨਾਂ ਤੇ ਵੀ ਨੱਚ ਲੈਂਦੇ ਆ। ਅੱਜ ਕੱਲ ਕਿੰਨੇ ਗੀਤ ਨੇ, ਜਿਵੇਂ ਵਿਆਹਾਂ ਦੇ ਵਿੱਚ ਸਾਡੇ ਆਰਕੈਸਟਰਾ ਗਰੁੱਪ ਹੁੰਦਾ ਹੈ, ਉਹ ਸਾਰੇ ਐਕਸ਼ਨ Song ਨੇ। ਅਸਲ ਦੇ ਵਿੱਚ ਬਣ ਗਈ ਕ੍ਰੀਏਟਿਵ ਉੱਥੋਂ ਹੋਈ ਹੈ। ਜਦੋਂ ਵਿਗਾੜ ਪੈਦਾ ਹੁੰਦਾ ਹੈ ਨਾ, ਜਦੋਂ ਅਸੀਂ ਸਾਡੇ ਅਸਲ ਡਾਂਸ ਤਾਂ ਖਤਮ ਕਰਤੇ,
ਅਸੀਂ ਉਹਦੀ ਥਾਂ ਤੇ ਇੱਕ ਆਰਕੈਸਟਰਾ ਲਿਆਂਦਾ ਕਿ ਗੀਤ ਲਾ ਲਓ, ਤੁਸੀਂ ਉਸ ਗੀਤ ਤੇ ਨੱਚੀ ਜਾਓ। ਹੁਣ ਉਹ ਬੇਸਿਕਲੀ ਡਾਂਸ ਦੀ ਇੱਕ ਨਵੀਂ ਫਾਰਮ ਡਿਵੈਲਪ ਹੋ ਰਹੀ ਹੈ ਇਹਦੇ ਵਿੱਚੋਂ। ਉਹਨੂੰ ਅਸੀਂ ਦੇਸ਼ ਭਗਤੀ ਦੇ ਵਿੱਚ ਵੀ ਲੈ ਆਉਣੇ ਤੇ ਬਾਕੀ ਥਾਵਾਂ ਤੇ ਵੀ ਲੈ ਆਉਣੇ ਆ। ਪਰ ਪ੍ਰੋਬਲਮ ਇਹਨੂੰ ਉਦੋਂ ਆਉਂਦੀ ਹੈ ਜਦੋਂ ਅਸੀਂ ਇਹਨੂੰ ਸਪੈਸੀਫਾਈ ਨਹੀਂ ਕਰਦੇ ਹੈਗੇ, ਅਸੀਂ ਇਹਨੂੰ ਸਪਸ਼ਟ ਨਹੀਂ ਕਰਦੇ ਹੈਗੇ ਕਿ ਐਕਸ਼ਨ ਸੌਂਗ ਦੀ ਵਿਧਾ ਹੈ ਜਾਂ ਐਕਸ਼ਨ ਸੌਂਗ ਡਾਂਸ ਦੀ ਵਿਧਾ ਹੈ ਜਾਂ ਐਕਸ਼ਨ ਸੌਂਗ ਥੀਏਟਰ ਦੀ ਵਿਧਾ ਹੈ। ਤਿੰਨਾਂ ਦੇ ਵਿੱਚ ਰੋਲ ਘਚੋਲਾ ਹੋ ਜਾਂਦਾ ਹੈ। ਹੁਣ ਜੇ ਅਸੀਂ ਕਹੀਏ ਕਿ ਉਹ ਸੌਂਗ ਹੈ, ਉਹ ਕਿ ਸੌਂਗ ਨੂੰ ਤੁਸੀਂ ਜੇ ਵਿਦ ਐਕਸ਼ਨ ਗਾਉਨੇ ਹੋ ਤਾਂ ਐਕਸ਼ਨ ਸੌਂਗ ਹੈ, ਪਰ ਫਿਰ ਉਹ ਸੌਂਗ ਬਣਦਾ ਨਹੀਂ ਹੈਗਾ, ਉਹ ਤਾਂ ਨੱਚ ਰਹੇ ਨੇ। ਫਿਰ ਕੀ ਉਹ ਸੌਂਗ ਦੇ ਆਧਾਰ ਤੇ ਡਾਂਸ ਹੈ? ਕੀ ਅਸੀਂ ਉਹਨੂੰ ਸੌਂਗ ਡਾਂਸ ਕਹਾਂਗੇ? ਫਿਰ ਗੀਤ ਨਾਚ ਕਹਾਂਗੇ ਅਸੀਂ ਉਸਨੂੰ? ਕੀ ਉਹ ਕੋਰੀਓਗ੍ਰਾਫੀ ਹੈ? ਸੋ ਮਤਲਬ ਅਸੀਂ ਬਹੁਤ ਹਲਕੇ ਪੱਧਰ ਤੇ ਨਾ ਚੀਜ਼ਾਂ ਪਾ ਦਿੰਨੇ ਆ ਕਿ ਜੀ ਐਕਸ਼ਨ ਸੌਂਗ ਕਰ ਲਓ, ਪਰ ਐਕਸ਼ਨ ਸੌਂਗ ਹੁੰਦਾ ਕੀ ਹੈ? ਇੱਥੇ ਡਾਂਸ ਵਾਲੇ ਬੰਦੇ ਬੈਠੇ ਨੇ, ਉਹ ਕਹਿੰਦੇ ਨਾ ਜੀ ਡਾਂਸ ਤਾਂ ਹੁੰਦਾ ਹੀ ਨਹੀਂ ਹੈਗਾ, ਇਹ ਡਾਂਸ ਦੀ ਕੋਈ ਫਾਰਮ ਹੀ ਨਹੀਂ ਹੈਗੀ। ਫਿਰ ਇੱਥੇ ਮਿਊਜ਼ਿਕ ਵਾਲੇ ਬੈਠੇ ਨੇ, ਉਹ ਕਹਿੰਦੇ ਨਾ ਜੀ ਸੌਂਗ ਤਾਂ ਹੁੰਦਾ ਹੀ ਨਹੀਂ ਹੈਗਾ। ਮੈਂ ਥੀਏਟਰ ਵਾਲਾ ਬੈਠਾ, ਮੈਂ ਕਹਿੰਦਾ ਵੀ ਨਾ ਜੀ ਐਕਸ਼ਨ ਸੌਂਗ ਥੀਏਟਰ ਤਾਂ ਹੁੰਦਾ ਹੀ ਨਹੀਂ ਹੈਗਾ। ਫਿਰ ਐਕਸ਼ਨ ਸੌਂਗ ਹੁੰਦਾ ਕੀ ਹੈ? ਸਾਰੀਆਂ ਵਿਧਾਵਾਂ ਦਾ ਵਿਗੜਿਆ ਹੋਇਆ ਰੂਪ ਐਕਸ਼ਨ ਸੌਂਗ। ਇਹਦੇ ਵਿੱਚ ਅਸੀਂ ਇਹਨੂੰ ਸੌਂਗ ਵੀ ਮੰਨ ਲਿਆ, ਅਸੀਂ ਇਹਨੂੰ ਐਕਸ਼ਨ ਵੀ ਮੰਨ ਲਿਆ, ਅਸੀਂ ਇਹਨੂੰ ਥੀਏਟਰ ਵੀ ਮੰਨ ਲਿਆ, ਜਦੋਂ ਕਿ ਪਿਓਰਲੀ ਨਾ ਇਹ ਡਾਂਸ ਦੀ ਫਾਰਮ ਹੈ, ਨਾ ਇਹ ਥੀਏਟਰ ਦੀ ਫਾਰਮ ਹੈ, ਨਾ ਇਹ ਮਿਊਜ਼ਿਕ ਦੀ ਫਾਰਮ ਹੈ। ਪਰ ਜੇ ਅਸੀਂ ਕਦੇ ਵੀ ਡਿਫਾਈਨ ਕਰਨਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਧਾ ਦੇ ਤੌਰ ਤੇ ਜੇ ਸ਼ਾਮਲ ਹੋਊਗੀ ਤਾਂ ਡਾਂਸ ਦੀ ਫਾਰਮ ਦੇ ਤੌਰ ਤੇ ਆਊਗੀ, ਕਿ ਇੱਕ ਡਾਂਸ ਹੈ ਜਿਹੜਾ ਗੀਤ ਦੇ ਆਧਾਰ ਤੇ ਕੀਤਾ ਜਾਂਦਾ ਹੈ। ਉਹਨੂੰ ਉਹਦਾ ਨਾਮਕਰਨ ਕੋਈ ਮਰਜ਼ੀ ਕਰ ਲੈਣ, ਉਹਦੇ ਨਿਯਮ ਜਿਹੋ ਜਿਹੇ ਮਰਜ਼ੀ ਬਣਾ ਲੈਣ, ਪਰ ਜਦੋਂ ਅਸੀਂ ਇਸ ਨੂੰ ਮੁਕਾਬਲੇ ਦੇ ਤੌਰ ਤੇ ਕੰਸੀਡਰ ਕਰਾਂਗੇ ਤਾਂ ਇਹ ਡਾਂਸ ਦੀ ਫਾਰਮ ਆਊਗੀ। ਕੋਰੀਓਗ੍ਰਾਫੀ ਹੈ ਜਿਹੜੀ ਉਹ ਥੀਏਟਰ ਦੀ ਫਾਰਮ ਦੇ ਤੌਰ ਤੇ ਡਿਸਕਸ ਕੀਤੀ ਜਾਊਗੀ। ਇੱਥੇ ਵੀ ਬਹੁਤ ਸਾਰੀ ਕਲੈਰਿਟੀ ਕਰਨ ਦੀ ਲੋੜ ਹੈ। ਅਸੀਂ ਵਿਧਾਵਾਂ ਨੂੰ ਇੰਟਰੋਡਿਊਸ ਤਾਂ ਕਰ ਲੈਂਦੇ ਹਾਂ, ਅਸੀਂ ਸੌਖੇ ਤੌਰ ਤੇ ਕਹਿੰਦੇ ਹਾਂ ਕਿ ਐਕਸ਼ਨ ਸੌਂਗ ਕਰਾ ਦਿਓ ਜੀ। ਹੁਣ ਐਕਸ਼ਨ ਸੌਂਗ ਦਾ ਮਤਲਬ ਕੋਈ ਗੀਤ ਚਲਾ ਦਿਓ ਤੇ ਨੱਚ ਲਓ। ਕੋਰੀਓਗ੍ਰਾਫੀ ਦੇ ਵਿੱਚ ਵੀ ਉਹੀ ਆਈ ਜਾਂਦਾ ਹੈ, ਡਾਂਸ ਦੇ ਵਿੱਚ ਵੀ ਉਹੀ ਆਈ ਜਾਂਦਾ ਹੈ, ਕਿਉਂਕਿ ਸਾਨੂੰ ਲੱਗਦਾ ਹੈ ਕਿ ਡਾਂਸ ਵੀ ਕਿਸੇ ਗੀਤ ਤੇ ਹੋ ਸਕਦਾ ਹੈ। ਈਵਨ ਅਸਾਂ ਭੰਗੜੇ 'ਚ ਵੀ ਜਿਹੜੇ ਭੰਗੜੇ ਵਾਲੇ ਗੀਤ ਨੇ ਉਹਨਾਂ ਦੇ ਭੰਗੜਾ ਪਾ ਕੇ ਅਸੀਂ ਕਹਿੰਦੇ ਨੇ ਅਸਾਂ ਭੰਗੜਾ ਪਾਤਾ ਜੀ। ਪਾਲੀ ਨੂੰ ਇਸ ਗੱਲ ਦਾ ਵੱਧ ਪਤਾ ਹੈ ਕਿ ਬਹੁਤ ਸਾਰੇ ਲੋਕ ਉਹਨੂੰ ਭੰਗੜਾ ਹੀ ਸਮਝ ਲੈਂਦੇ ਨੇ ਕਿ ਇਹ ਵੀ ਭੰਗੜਾ ਹੀ ਹੈ ਜੀ। ਇਹ ਉਹ ਢੋਲ ਨਹੀਂ ਲੈ ਕੇ ਆਉਂਦੇ ਹੈਗੇ, ਉਹ ਕਹਿੰਦੇ ਨੇ ਵੀ ਇਹਦੇ ਵਿੱਚ ਢੋਲ ਹੀ ਹੈ ਜੀ ਮਿਊਜ਼ਿਕ ਦੇ ਵਿੱਚ, ਜਿਹੜਾ ਗੀਤ ਪਿੱਛੇ ਚੱਲਦਾ ਹੈ। ਸੋ ਮਤਲਬ ਇਹ ਜਿਹੜਾ ਰੋਲ ਘਚੋਲਾ ਨਵਾਂ ਆ ਰਿਹਾ ਨਾ, ਨਵਾਂ ਪੈ ਰਿਹਾ ਹੈ, ਇਹ ਅਸਲ ਦੇ ਵਿੱਚ ਚੀਜ਼ਾਂ ਦਾ ਅਸੀਂ ਸਰਲੀਕਰਨ ਕਰ ਰਹੇ ਹਾਂ, ਅਸੀਂ ਸੌਖੇ ਤਰੀਕੇ ਇੰਟਰੋਡਿਊਸ ਕਰ ਰਹੇ ਹਾਂ। ਉਹ ਸਾਡੀ ਸੋਸਾਇਟੀ ਚੋਂ, ਸਾਡੀ ਕਮਿਊਨਿਟੀ ਚੋਂ ਆ ਰਹੇ ਨੇ। ਜਿਵੇਂ ਸਾਡੇ ਵਿਆਹਾਂ ਦੇ ਵਿੱਚੋਂ ਐਕਸ਼ਨ ਸੌਂਗ ਡਿਵੈਲਪ ਹੋਇਆ ਹੈ, ਬੇਸਿਕਲੀ ਇਹਦੀ ਜੜ ਉੱਥੇ ਪਈ ਹੈ, ਕਿਉਂਕਿ ਉੱਥੇ ਅਸੀਂ ਰੋਜ਼ ਨੱਚਦੇ ਹਾਂ ਉਹਨਾਂ ਗੀਤਾਂ ਦੇ ਉੱਤੇ। ਹੁਣ ਉਹ ਗੀਤ ਦੀ ਫਾਰਮ ਤਾਂ ਬਣਦੀ ਨਹੀਂ ਹੈਗੀ, ਗਾਉਂਦੇ ਤਾਂ ਅਸੀਂ ਹੈ ਨਹੀਂਗੇ, ਅਸੀਂ ਤਾਂ ਲਿਪਸ ਮੈਚਿੰਗ ਕਰਦੇ ਹਾਂ। ਲਿਪਸ ਮੈਚਿੰਗ ਕਰਦੇ ਅਸੀਂ ਡਾਂਸ ਕਰ ਰਹੇ ਹਾਂ। ਇਹਦਾ ਮਤਲਬ ਇਹ ਕਦੋਂ ਵੀ ਬਣੂਗੀ, ਇਹ ਡਾਂਸ ਦੀ ਫਾਰਮ ਬਣੂਗੀ। ਇਹਦੇ ਰੂਲ ਪਾਲੀ ਹੋਰਾਂ ਨੂੰ ਕਲੀਅਰ ਕਰਨੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਡਾਂਸ ਵਾਲੇ ਬੰਦੇ ਨੇ ਉਹ ਇਸ ਵਿਧਾ ਤੇ ਵਰਕ ਕਰਨ, ਇਸ ਵਿਧਾ ਨੂੰ ਦੇਖਣ, ਇਸ ਵਿਧਾ ਨੂੰ ਇਹਨੂੰ ਜਨਰਲਾਈਜ਼ ਕਰਨ। ਇਹਦੇ ਨਿਯਮ ਕੀ ਬਣ ਸਕਦੇ ਨੇ ਜਾਂ ਰੱਦ ਕਰਨ, ਇਹ ਅਲੱਗ ਇਸ਼ੂ। ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਸੁਖਜੀਵਨ ਸਰ ਨੇ ਮੈਨੂੰ ਕਰੈਕਟ ਕੀਤਾ ਸੀਗਾ ਐਕਸ਼ਨ ਸੌਂਗ। ਹਾਂਜੀ, ਮੇਰਾ ਸਵਾਲ ਦੀਪ ਸਰ ਨੇ ਬਿਲਕੁਲ ਕਲੀਅਰ ਕਰ ਦਿੱਤਾ। ਸਵਾਲ ਇਹ ਸੀ ਕਿ ਐਕਸ਼ਨ ਸੌਂਗ ਡਾਂਸ ਮੁਕਾਬਲੇ ਦੀ ਸ਼੍ਰੇਣੀ ਚਾਹੁੰਦਾ ਹੈ। ਮੈਂ ਰੋਂਗ ਸੀ, ਤੁਸੀਂ ਬਿਲਕੁਲ ਕਲੀਅਰ ਕੱਟ ਇਹਦਾ ਆਨਸਰ ਦੇ ਦਿੱਤਾ ਕਿ ਐਕਸ਼ਨ ਸੌਂਗ ਮੈਨੂੰ ਨਹੀਂ ਲੱਗਦਾ ਵੀ ਡਾਂਸ ਮੁਕਾਬਲੇ ਦੀ ਸ਼੍ਰੇਣੀ ਚਾਹੁੰਦਾ ਹੋਊਗਾ। ਪਾਲੀ ਸਰ ਇਸ ਨਾਲ ਸਹਿਮਤ ਹੋਣਗੇ? ਹਾਂਜੀ, ਡਾਂਸ 'ਚ ਹੀ ਲਿਆ ਜਾ ਸਕਦਾ ਜੀ, ਬਿਲਕੁਲ। ਹੁਣ ਜਿਵੇਂ ਸਰ ਨੇ ਹੁਣ ਜਿਵੇਂ ਕੋਰੀਓਗ੍ਰਾਫੀ ਦੀ ਗੱਲ ਕਰਦੇ ਆ, ਤੇ ਕੋਰੀਓਗ੍ਰਾਫੀ ਦੇ ਵਿੱਚ ਤਾਂ ਐਕਟਿੰਗ ਹੋਣੀ ਚਾਹੀਦੀ ਆ। ਸਰ ਨੇ ਪਹਿਲਾਂ ਹੀ ਕਲੀਅਰ ਕਰਤਾ। ਜਦੋਂ ਅਸੀਂ ਐਕਸ਼ਨ ਸੌਂਗ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਨੈਚੁਰਲੀ ਡਾਂਸ ਹੋਊਗਾ ਤੇ ਡਾਂਸ ਦਾ ਹੋਣਾ ਜ਼ਰੂਰੀ ਆ। ਹੁਣ ਇਹ ਰੌਲਾ ਕਨਫਿਊਜ਼ਨ ਹੈ ਸਰ। ਜੀ ਹੈਲੋ, ਬਹੁਤ ਵਧੀਆ ਗੱਲਬਾਤ ਹੋਈ, ਬਹੁਤ ਸੋਹਣਾ, ਹਨਾ। ਤੇ ਹੁਣ ਮੈਡਮ ਰੁਪਿੰਦਰ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਅਗਲਾ ਸਵਾਲ ਰੁਪਿੰਦਰ ਹੋਣਾ ਨੂੰ ਰੱਖਣ। ਹਾਂਜੀ ਭੁਪਿੰਦਰ ਸਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਵਾਰ ਗਾਇਨ ਅਤੇ ਕਵੀਸ਼ਰੀ ਬਾਰੇ ਤੁਸੀਂ ਕੁਝ ਦੱਸੋ ਸਾਨੂੰ, ਕਿ ਵਾਰ ਗਾਇਨ ਕੀ, ਕਵੀਸ਼ਰੀ ਕੀ ਹੈ? ਹਾਂਜੀ ਮੈਡਮ, ਦੋਨੋਂ ਹੀ ਗਾਇਨ ਵਿਧਾਵਾਂ ਨੇ। ਅਸੀਂ ਦੋਨਾਂ ਨੂੰ ਗਾਇਆ ਜਾ ਸਕਦਾ ਹੈ, ਨਹੀਂ ਵੀ ਅਸੀਂ ਕਿਸੇ ਨੂੰ ਵੀ ਉਚਾਰਨ ਕਰ ਸਕਦੇ ਹਾਂ। ਪਰ ਜੇ ਗੱਲ ਅਸੀਂ ਕਰਦੇ ਹਾਂ ਵਾਰ ਗਾਇਨ ਦੀ, ਵਾਰ ਗਾਇਨ ਹੈ ਸਾਡੀ ਲੋਕ ਸਾਜ਼, ਢੱਡ ਤੇ ਸਰੰਗੀ ਦੇ ਨਾਲ ਅਸੀਂ ਗਾਉਂਦੇ ਹੈਗੇ ਆ। ਪਰ ਜੇ ਗੱਲ ਕਰਦੇ ਹਾਂ ਕਵੀਸ਼ਰੀ ਦੇ ਵਿੱਚ ਸਾਨੂੰ ਸਾਜ਼ਾਂ ਦੀ ਪੂਰਨ ਤੌਰ ਤੇ ਮਨਾਹੀ ਹੁੰਦੀ ਹੈ, ਔਰ ਉਹਦੇ ਵਿੱਚ ਵੀ ਅਸੀਂ 3 ਜਾਣੇ ਪਾਰਟਿਸਿਪੇਟ ਕਰ ਸਕਦੇ ਹਾਂ, ਵਾਰ ਦੇ ਵਿੱਚ ਵੀ ਤੇ ਕਵੀਸ਼ਰੀ ਦੇ ਵਿੱਚ ਵੀ। ਪਰ ਕਵੀਸ਼ਰੀ ਇੱਕ ਵੱਖਰਾ ਰੂਪ ਹੈ,
ਉਹਨੂੰ ਅਸੀਂ ਬਿਨਾਂ ਸਾਜ਼ਾਂ ਦੇ ਤੌਰ ਤੇ ਗਾਉਣਾ ਹੁੰਦਾ, ਬਿਨਾਂ ਸਾਜ਼ਾਂ ਤੋਂ। ਪਰ ਵਾਰ ਗਾਇਨ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਸਾਜ਼ਾਂ ਦੀ ਵਰਤੋਂ ਕਰ ਸਕਦੇ ਹਾਂ ਜੀ। ਦੋਨੋਂ ਹੀ ਹੁੰਦੀਆਂ। ਕਵਿਸ਼ਰੀ ਵੀ ਕਈ ਵਾਰ ਇਸ ਤਰ੍ਹਾਂ ਪਰ ਛੰਦਾਂ ਦੇ ਆਧਾਰ ਤੇ ਕਵਿਸ਼ਰੀ ਹੁੰਦੀ ਹੈ, ਇਹ ਰਸਾਂ ਦੇ ਆਧਾਰ ਤੇ ਹੈਗੀ ਹੈ ਵਾਰ ਗਾਇਨ। 20 ਰਸ ਹੋ ਗਿਆ ਜਿੱਦਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵਾਰ ਗਾਇਨ ਤੇ ਕਵਿਸ਼ਰੀ ਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ। ਕਵਿਸ਼ਰੀ ਬਿਨਾਂ ਸਾਜ਼ਾਂ ਤੋਂ ਗਾਉਣ ਵਾਲੀ ਵੀ ਆ, ਪਰ ਵਾਰ ਗਾਇਨ ਜਿਹੜੀ ਹੈਗੀ ਆ ਅਸੀਂ ਇਹਨਾਂ ਨੂੰ ਸਾਜ਼ਾਂ ਦੇ ਨਾਲ ਗਾ ਸਕਦੇ ਹਾਂ ਜੀ। ਬਹੁਤ ਸੋਹਣੀ ਭੁਪਿੰਦਰ ਨੇ ਇਹਦੀ ਡੈਫੀਨੇਸ਼ਨ ਦਿੱਤੀ ਹੈ। ਮੈਂ ਥੋੜੀ ਜਿਹੀ ਗੱਲ ਐਡ ਜਿਹੜੀ ਕਰਨੀ ਚਾਹੂੰਗਾ, ਥੋੜੀ ਜਿਹੀ ਹੋਰ ਕਲੈਰਿਟੀ ਇਸ ਮਸਲੇ ਦੇ ਵਿੱਚ, ਕਿਉਂਕਿ ਮੈਂ ਸ਼ੁਰੂ ਤੋਂ ਇਹਨਾਂ ਵੰਨਗੀਆਂ ਦੇ ਨਾਲ ਜੁੜਿਆ ਰਿਹਾ। ਭੁਪਿੰਦਰ ਨੇ ਮੈਨੂੰ ਬੇਨਤੀ ਕਰੂੰਗਾ ਇਹ ਇੱਕ ਅੱਧਾ ਪੀਸ ਕੋਈ ਵਾਰ ਦਾ ਸਾਨੂੰ ਸੁਣਾਵੇ ਵੀ, ਕਿਉਂਕਿ ਵਾਰ ਦੇ ਵਿੱਚ ਬਹੁਤ ਐਕਸਪਰਟ ਹੈ ਇਹਨੇ ਵਾਰ ਮੁਕਾਬਲੇ 'ਚ ਬਹੁਤ ਵਾਰੀ 골ਡ ਮੈਡਲ ਜਿੱਤਿਆ ਯੂਨੀਵਰਸਿਟੀ ਦੇ ਵਿੱਚ। ਵਾਰ ਵੀਰਸੀ ਕਾਵਿ ਹੈ। ਵਾਰ ਇੱਕ ਫਾਰਮ ਹੈ ਸਾਡੇ ਸਾਹਿਤ ਦੀ, ਲਿਟਰੇਚਰ ਦੀ ਇੱਕ ਫਾਰਮ ਹੈ, ਸਾਡੇ ਫੋਕ ਲਿਟਰੇਚਰ ਦੀ ਇੱਕ ਫਾਰਮ ਹੈ, ਜਿਹਦੇ ਵਿੱਚ ਅਸੀਂ ਬਹਾਦਰੀ ਵਾਲੇ ਕਿੱਸਿਆਂ ਨੂੰ ਅਸੀਂ ਪੇਸ਼ ਕਰਦੇ ਹਾਂ, ਵੀਰ ਰਸ ਅਸੀਂ ਇਹਦੇ ਵਿੱਚ ਪੇਸ਼ ਕਰਦੇ ਹਾਂ। ਸੋ ਵਾਰ ਕਾਵਿ ਰੂਪ ਹੈ ਪੰਜਾਬੀ ਦਾ ਇੱਕ। ਉਸ ਕਾਵਿ ਰੂਪ ਨੂੰ ਅਸੀਂ ਪੇਸ਼ ਕਰਦੇ ਹਾਂ ਜਦੋਂ ਪ੍ਰੋਪਰ ਢੱਡ ਸਰੰਗੀ ਨਾਲ, ਜਾਂ ਸਾਡੀਆਂ ਵਾਰਾਂ ਪਹਿਲਾਂ ਤੂੰਬੇ ਅਲਗੋਜੇ ਨਾਲ। ਦੋ ਪਰੰਪਰਾਵਾਂ ਨੇ ਸਾਡੇ ਕੋਲੇ ਵਾਰ ਦੀਆਂ। ਇੱਕ ਤੂੰਬਾ ਅਲਗੋਜਾ ਪਰੰਪਰਾ ਰਹੀ ਹੈ ਪੁਰਾਣੇ ਸਮੇਂ ਦੇ ਵਿੱਚ, ਇੱਕ ਢੱਡ ਸਰੰਗੀ ਪਰੰਪਰਾ ਰਹੀ ਹੈ, ਤੀਜੀ ਪਰੰਪਰਾ ਕਵੀਸ਼ਰੀ ਪਰੰਪਰਾ ਰਹੀ ਹੈ। 3 ਪਰੰਪਰਾਵਾਂ ਨੇ ਸਾਡੇ ਕੋਲੇ ਸਾਡੀਆਂ ਲੋਕ ਗਾਇਕੀ ਦੀਆਂ, ਸਾਡੀਆਂ ਫੋਕ ਦੀ ਗਾਇਕੀ ਦੀਆਂ। ਜਿਹੜੀ ਕਵੀਸ਼ਰੀ ਹੈ ਇਹ ਬਿਨਾਂ ਸਾਜ਼ਾਂ ਤੋਂ ਗਾਈ ਜਾਂਦੀ ਹੈ। ਜਿਹੜੀ ਤੂੰਬਾ ਅਲਗੋਜਾ ਪਰੰਪਰਾ ਹੈ ਉਹ ਤੂੰਬੇ ਤੇ ਅਲਗੋਜੇ ਨਾਲ ਗਾਈ ਜਾਂਦੀ ਹੈ, ਤੇ ਜਿਹੜੀ ਢੱਡ ਸਰੰਗੀ ਹੈ ਵਾਰ ਹੈ ਉਹ ਢੱਡ ਸਰੰਗੀ ਦੇ ਨਾਲ ਗਾਈ ਜਾਂਦੀ ਹੈ। ਪਰ ਤੂੰਬੇ ਅਲਗੋਜੇ ਨਾਲ ਵੀ ਵਾਰਾਂ ਗਾਈਆਂ ਜਾਂਦੀਆਂ ਰਹੀਆਂ ਨੇ। ਜਿੱਥੋਂ ਤੱਕ ਕਵੀਸ਼ਰੀ ਦੀ ਗੱਲ ਹੈ, ਕਵੀਸ਼ਰੀ ਦੇ ਵਿੱਚ ਬਿਨਾਂ ਸ਼ੱਕ ਭੁਪਿੰਦਰ ਨੇ ਬਹੁਤ ਠੀਕ ਦੱਸਿਆ ਇਹ ਕਿ ਇਹ ਬਿਨਾਂ ਸਾਜ਼ਾਂ ਤੋਂ ਗਾਈ ਜਾਣ ਵਾਲੀ ਵਿਧਾ ਹੈ। ਸਾਜੋਂ ਬਿਨਾਂ ਕਵੀਸ਼ਰ ਗਜਦੇ, ਕਿਧਰੇ ਤੂੰਬੇ ਟੁੰਟਣ ਵੱਜਦੇ, ਕਈ ਸੁਰ ਲਾਉਣ ਸਰੰਗੀ ਦੇ, 5 ਪਿਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ। ਬਾਊ ਰਜ਼ਬਲੀ ਆਪ ਹੀ ਕਲੀਅਰ ਕਰ ਦਿੰਦਾ ਹੈ ਕਿ ਸਾਜੋਂ ਬਿਨਾਂ ਕਵੀਸ਼ਰ ਗਜਦੇ, ਜਿਹੜੇ ਕਵੀਸ਼ਰ ਨੇ ਉਹ ਹਿੱਕ ਦੇ ਜ਼ੋਰ ਤੇ ਗਾਉਂਦੇ ਨੇ। ਪਰ ਇਹਦੇ ਵਿੱਚ ਇੱਕ ਹੋਰ ਬਹੁਤ ਜ਼ਰੂਰੀ ਹੈ ਕਿ ਕੱਲਾ ਜੇ ਤੁਸੀਂ ਬਿਨਾਂ ਸਾਜ਼ ਤੋਂ ਕਿਸੇ ਗੀਤ ਨੂੰ ਗਾ ਦੋ, ਕਵੀਸ਼ਰੀ ਨਹੀਂ ਬਣਦੀ ਹੈਗੀ। ਕਵੀਸ਼ਰੀ ਦੇ ਬਹੁਤ ਸਾਰੇ ਛੰਦ ਨੇ, ਜੇ ਤੁਸੀਂ ਛੰਦਾਂ ਤੋਂ ਬਿਨਾਂ ਗਾਉਣੇ ਹੋ, ਸਾਜ਼ ਨਹੀਂ ਯੂਜ਼ ਕਰਦੇ ਹੈਗੇ, ਤਾਂ ਤੁਸੀਂ ਕਵੀਸ਼ਰ ਨਹੀਂ ਹੈਗੇ। ਤੁਹਾਨੂੰ ਕੋਈ ਪਹਿਲਾਂ ਛੰਦ ਚੁਣਨਾ ਪਊਗਾ ਬੇਸਿਕ ਤੌਰ ਤੇ। ਚਾਹੇ ਤੁਸੀਂ 72 ਕਲਾ ਛੰਦ ਚੁਣ ਲਓ, ਚਾਹੇ ਤੁਸੀਂ ਕਵਿਤ ਚੁਣ ਲਓ, ਚਾਹੇ ਤੁਸੀਂ ਕੋਰੜਾ ਚੁਣ ਲਓ, ਚਾਹੇ ਦਵਈਆ, ਚਾਹੇ ਸਵਈਆ, ਚਾਹੇ ਕੁੰਡਲੀਆ, ਕੋਈ ਮਰਜ਼ੀ ਛੰਦ, ਚਾਹੇ ਤੁਸੀਂ ਬੈਂਤ ਚੁਣ ਲਓ, ਚਾਹੇ ਮਨੋਹਰ ਭਵਾਨੀ ਚੁਣ ਲਓ। ਕਿੰਨੇ ਛੰਦ ਨੇ ਸਾਡੇ ਕੋਲੇ ਪੰਜਾਬੀ ਕਵੀਸ਼ਰੀ ਦੇ ਵਿੱਚ, ਘੱਟੋ ਘੱਟ ਵੀ 60-70 ਛੰਦ ਨੇ ਸਾਡੇ ਕੋਲੇ। ਉਹਨਾਂ ਦੇ ਵਿੱਚੋਂ ਕੋਈ ਇੱਕ ਛੰਦ ਚੁਣ ਕੇ ਉਹਨਾਂ ਨੂੰ ਬਿਨਾਂ ਸਾਜ਼ਾਂ ਤੋਂ ਜਦੋਂ ਹਿੱਕ ਦੇ ਜ਼ੋਰ ਤੇ ਗਾਉਣੇ ਹੋ ਤਾਂ ਉਹ ਕਵੀਸ਼ਰੀ ਵਿਧਾ ਬਣਦੀ ਹੈ। ਜਦੋਂ ਤੁਸੀਂ ਵਾਰ ਕਾਵਿ ਰੂਪ ਚੁਣਦੇ ਹੋ, ਉਹਨੂੰ ਹਿੱਕ ਦੇ ਜ਼ੋਰ ਤੇ ਢੱਡ ਸਰੰਗੀ ਨਾਲ ਜਾਂ ਤੂੰਬਾ ਲਗੋਜਾ ਨਾਲ ਗਾਉਣੇ ਹੋ ਤਾਂ ਵਾਰ ਬਣਦੀ ਹੈ। ਤੂੰਬੇ ਲਗੋਜੇ ਨਾਲ ਗੀਤ ਵੀ ਬਿਨਾਂ ਵੀਰਸੀ ਗੀਤ ਵੀ ਗਾਏ ਜਾਂਦੇ ਨੇ, ਪਰ ਢੱਡ ਸਰੰਗੀ ਨਾਲ ਕੱਲੀਆਂ ਵਾਰਾਂ ਹੀ ਗਾਈ ਜਾਂਦੀਆਂ ਨੇ। ਵਾਰ ਕਾਵਿ ਢੱਡ ਸਰੰਗੀ ਦੇ ਨਾਲ ਜੁੜਿਆ ਹੋਇਆ ਹੈ। ਸੋ ਇਸ ਕਰਕੇ ਥੋੜਾ ਜਿਹਾ ਤਕਨੀਕੀ ਤੌਰ ਤੇ ਮੈਂ ਇਸ ਗੱਲ ਨੂੰ ਕਲੀਅਰ ਕੀਤੀ ਹੈ ਕਿ ਕਵੀਸ਼ਰੀ ਦੇ ਵਿੱਚ ਛੰਦ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਛੰਦ ਨਹੀਂ ਚੁਣਦੇ ਹੈਗੇ ਤਾਂ ਕਵੀਸ਼ਰੀ ਦੇ ਵਿੱਚ ਡਿਸਕੁਆਲੀਫਾਈ ਹੋ। ਈਵਨ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਮੈਂ ਮਨੋਹਰ ਭਵਾਨੀ ਛੰਦ ਗਾ ਰਿਹਾ, ਮੈਂ ਡੋਡਾ ਛੰਦ ਗਾ ਰਿਹਾ, ਮੈਂ ਕੋਰੜਾ ਛੰਦ ਗਾ ਰਿਹਾ, ਮੈਂ ਬੈਂਤ ਛੰਦ ਗਾ ਰਿਹਾ, ਮੈਂ ਦੋਹਰਾ ਗਾ ਰਿਹਾ, ਮੈਂ ਸੋਰਠਾ ਗਾ ਰਿਹਾ, ਮੈਂ ਦਵਈਆ ਗਾ ਰਿਹਾ, ਮੈਂ ਸਵਈਆ ਗਾ ਰਿਹਾ। ਛੰਦ ਦੱਸੋਗੇ ਪਹਿਲਾਂ, ਉਸ ਤੋਂ ਬਾਅਦ ਉਸ ਛੰਦ ਦਾ ਇੱਕ ਪ੍ਰੋਪਰ ਵਿਧਾਨ ਹੈ। ਉਸ ਛੰਦ ਨੂੰ ਉਸ ਵਿਧਾਨ ਦੇ ਵਿੱਚ, ਉਹਦੀ ਲੈਅ ਦੇ ਵਿੱਚ ਹੀ ਗਾਉਣਾ ਪਊਗਾ ਤੁਹਾਨੂੰ, ਜਿਹੜਾ ਰਵਾਇਤੀ ਵਿਧਾਨ ਸਾਡੇ ਜਿਹੜੇ ਪੁਰਖਿਆਂ ਨੇ, ਸਾਡੇ ਕਵੀਸ਼ਰਾਂ ਨੇ ਸਾਨੂੰ ਬਣਾਇਆ ਹੈ। ਜੇ ਤੁਸੀਂ ਉਹਨੂੰ ਅੱਜ ਕੱਲ੍ਹ ਸਾਡੇ ਗੀਤਾਂ ਦੇ ਵਿੱਚ ਬਹੁਤ ਸਾਰੇ ਛੰਦਾਂ ਨੂੰ ਤੋੜ ਮਰੋੜ ਕੇ ਗਾਇਆ ਜਾਂਦਾ। ਜਿਹੜਾ ਯਾਰ ਅਣਮੁੱਲੇ ਗੀਤ ਬੜਾ ਮਸ਼ਹੂਰ ਹੋਇਆ, ਯਾਰ ਅਣਮੁੱਲੇ ਗੀਤ ਬੇਸਿਕਲੀ ਕਵੀਸ਼ਰੀ ਦੇ ਛੰਦਾਂ ਨੂੰ ਤੋੜ ਮਰੋੜ ਕੇ ਬਣਾਇਆ ਹੋਇਆ ਗੀਤ ਹੈ ਇਹ। ਉਹਦੇ ਮਸ਼ਹੂਰ ਹੋਣ ਦਾ, ਉਹਦੇ ਪ੍ਰਸਿੱਧ ਹੋਣ ਦਾ ਸਭ ਤੋਂ ਵੱਡਾ ਕਾਰਨ ਵੀ ਉਹਦਾ ਫੋਕ ਟੱਚ ਹੈ, ਉਹਦਾ ਰੂਪ ਹੈ। ਸੋ ਉਧਰ ਵੀ ਬਹੁਤ ਸਾਰਾ ਤੋੜਿਆ ਮਰੋੜਿਆ ਜਾ ਰਿਹਾ ਹੈ। ਪਰ ਜਦੋਂ ਤੁਸੀਂ ਕਿਸੇ ਛੰਦ ਨੂੰ ਉਹਦੀ ਰਵਾਇਤੀ ਚਾਲ ਦੇ ਵਿੱਚ ਬਿਨਾਂ ਸਾਜ਼ਾਂ ਤੋਂ ਗਾਉਣੇ ਹੋ, ਫਿਰ ਕਵੀਸ਼ਰੀ ਬਣਦੀ ਹੈ। ਜਦੋਂ ਵਾਰ ਕਾਵਿ ਨੂੰ ਢੱਡ ਸਰੰਗੀ ਨਾਲ ਗਾਉਣੇ ਹੋ ਤਾਂ ਵਾਰ ਬਣਦੀ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਸਾਡੇ ਨਾਲ ਸਾਡੇ ਐਡਮਿਨ ਦੋਸਤ ਵੀ ਜੁੜੇ ਨੇ, ਤੇ ਮੈਂ ਚਾਹਾਂਗਾ ਕਿ ਜੇ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰਸ਼ਨ ਹੋਵੇ ਤੇ ਸਾਡੇ ਸਾਥੀਆਂ ਨੂੰ ਜ਼ਰੂਰ ਕਰਨ। ਸੁਖਜੀਵਨ ਸਰ, ਮੈਡਮ ਰਿੰਪੀ, ਗੁਰਨੈਬ ਸਰ ਜਾਂ ਮੈਡਮ ਦੇਖਣ ਜੇ ਫੇਸਬੁੱਕ ਤੇ ਕੋਈ
ਪ੍ਰਸ਼ਨ ਆਇਆ ਤੇ ਜ਼ਰੂਰ ਕੀਤਾ ਜਾਵੇ। ਸਰ ਇੱਕ ਤਾਂ ਇਹ ਸੀਗਾ ਕਿ ਆਪਾਂ ਗਜ਼ਲ ਗਾਇਨ ਬਾਰੇ ਨਹੀਂ ਹਲੇ ਡਿਸਕਸ ਕੀਤਾ ਤੇ ਇੱਕ ਤੇ ਹਾਂਜੀ ਸਰ, ਦੂਸਰਾ ਫੇਸਬੁੱਕ ਤੇ ਜਿਹੜੇ ਆਏ ਆ ਕੁਐਸਚਨ, ਜੀ, ਉਹਦੇ ਵਿੱਚ ਜ਼ਿਆਦਾਤਰ ਕੁਐਸਚਨ ਇਹਦੇ ਬਾਰੇ ਹੀ ਹੈ ਕਿ ਜਿਹੜਾ ਮੁਕਾਬਲੇ ਵਿੱਚ ਇਹ ਮੁਕਾਬਲੇ ਹੁੰਦੇ ਨੇ ਹੋ ਰਿਹਾ ਨਾ 75ਵੇਂ ਆਜ਼ਾਦੀ ਦਿਵਸ ਵਾਲੇ, ਜੀ ਇਹਦੇ ਵਿੱਚ ਕਾਵ ਰਚਨਾ ਬਾਰੇ ਸਪਸ਼ਟ ਕਰਨਾ ਕਹਿੰਦੇ ਕਰੋ ਵਾਰ ਪਲੀਜ਼। ਵੈਸੇ ਮੈਂ ਕਾਵਿ ਰਚਨਾ ਬਾਰੇ ਪਹਿਲਾਂ ਗੱਲ ਕਰ ਲਈ। ਹਾਂਜੀ ਕਰ ਲਈ, ਜੇ ਉਹ ਬਟ ਫਿਰ ਵੀ ਸੱਚਮੁੱਚ ਕੁਐਸਚਨ ਮੁਕਾਬਲਾ ਲਗਾਤਾਰ ਆ ਕਾਵਿ ਰਹੇ ਸੀ। ਰਚਨਾ ਦਾ ਮੁਕਾਬਲਾ ਹੈ, ਜੇ ਸੱਚਮੁੱਚ ਕਾਵਿ ਰਚਨਾ ਕਿਸੇ ਨੇ ਸੋਚ ਸਮਝ ਕੇ ਕਾਵਿ ਰਚਨਾ ਦਾ ਮੁਕਾਬਲਾ ਪਾਇਆ ਹੈ, ਫਿਰ ਤਾਂ ਉਹ ਕਾਵਿ ਦੀ ਸਿਰਜਣਾ ਹੈ ਕਿ ਤੁਸੀਂ ਮੌਕੇ ਤੇ ਕੋਈ ਕਵਿਤਾ ਮੌਕੇ। ਲਿਖ ਕੇ ਦਿਖਾਉਣੀ ਹੈ ਤੇ ਉਹਦੀ ਜਿਹੜੀ ਜੱਜਮੈਂਟ ਹੈ ਉਹ ਤੁਹਾਡੀ ਕਵਿਤਾ ਦੀ ਸਿਰਜਣਾ ਦੇ ਆਧਾਰ ਤੇ ਹੋਣੀ ਹੈ। ਜੇ ਹੁਣ ਕਿਸੇ ਭੁੱਲ ਭੁਲੇਖੇ ਮੇਰੇ ਵਰਗਾ ਬੰਦਾ ਬੈਠ ਗਿਆ ਉੱਥੇ ਤੇ ਉਹਨੇ ਕਵਿਤਾ ਮੁਕਾਬਲੇ ਨੂੰ ਕਾਵਿ ਰਚਨਾ ਮੁਕਾਬਲਾ ਤਕਨੀਕੀ ਤੌਰ ਤੇ ਉਹੀ ਲਿਖ ਕੇ ਪਾਤਾ, ਫਿਰ ਉਹਦਾ ਥੱਲੇ ਸਾਰੇ ਆਪਦੇ ਲੱਲੇ ਲਾਉਣਗੇ, ਕੋਈ ਉਸਨੂੰ ਕਵਿਤਾ ਗਾਇਨ ਬਣਾਈ ਜਾਊਗਾ, ਕੋਈ ਉਸਨੂੰ ਕਵਿਤਾ ਉਚਾਰਨ ਬਣਾਈ ਜਾਊਗਾ। ਹੁਣ ਪਾਉਣ ਵਾਲੇ ਦੀ ਮਨਸ਼ਾ ਕੀ ਹੈ? ਪਾਉਣ ਵਾਲੇ ਨੇ ਸੱਚੀ ਮੁੱਚੀ ਕਾਵਿ ਰਚਨਾ ਪਾਈ ਹੈ, ਉਹਦੇ ਨਿਜ਼ਮ ਕੀ ਥੱਲੇ ਕੀ ਦਿੱਤੇ ਹੋਏ ਨੇ? ਜੇ ਕਾਵਿ ਰਚਨਾ ਦੇ ਥੱਲੇ ਇਹ ਪਾਇਆ ਵੀ ਤੁਸੀਂ ਉਹਨੂੰ ਮਤਲਬ ਉਚਾਰ ਸਕਦੇ ਹੋ ਜਾਂ ਗਾਇਨ ਕਰ ਸਕਦੇ ਹੋ ਤਾਂ ਉਹਦਾ ਕੋਈ ਮੀਨਿੰਗ ਨਹੀਂ ਹੈਗਾ, ਫਿਰ ਉਹ ਕਾਵਿ ਰਚਨਾ ਬਣਦੀ ਨਹੀਂ ਹੈਗੀ। ਕਾਵਿ ਉਚਾਰਨ, ਕਾਵਿ ਗਾਇਨ, ਕਾਵਿ ਸਿਰਜਣਾ, ਇਹ ਤਿੰਨ ਵੱਖ-ਵੱਖ ਚੀਜ਼ਾਂ ਨੇ। ਸੋ ਉਹ ਕਾਵਿ ਰਚਨਾ ਦਾ ਮਤਲਬ ਕਾਵਿ ਨੂੰ ਰਚਨਾ, ਕਾਵਿ ਦੀ ਰਚਨਾ ਕਰਨੀ, ਕਾਵਿ ਨੂੰ ਸਿਰਜਣਾ। ਉਹ ਸਰ ਪ੍ਰਾਇਮਰੀ ਪੱਧਰ ਦੇ ਬੱਚੇ ਤੇ ਕਰ ਵੀ ਨਹੀਂ ਸਕਦੇ। ਹਾਂਜੀ, ਪ੍ਰਾਇਮਰੀ ਪੱਧਰ ਦੇ ਬੱਚੇ ਨਹੀਂ ਕਰ ਸਕਦੇ ਨਿਜਰ ਦੀ ਗਲਤੀਆਂ ਲਿਖਿਆ। ਹਾਂਜੀ ਪਾਲੀ ਜੀ, ਤੁਸੀਂ ਕੋਈ ਗੱਲ ਕਰ ਰਹੇ ਹੋ? ਇਹਦਾ ਨਿਯਮ ਜਿਹੜਾ ਉਹ ਗਲਤ ਰੱਖਿਆ, ਇਹ ਅਸਲ ਦੇ ਵਿੱਚ ਕਾਵਿ ਉਚਾਰਨ ਦਾ ਮੁਕਾਬਲਾ ਹੋਣਾ ਚਾਹੀਦਾ ਸੀ। ਇਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਆ ਵੀ ਇੱਕੋ ਬੱਚਾ ਪੇਸ਼ਕਾਰੀ ਕਰੂਗਾ, ਪੇਸ਼ਕਾਰੀ ਦਾ ਉਹ ਸ਼ਾਇਦ 3 ਤੋਂ 5 ਮਿੰਟ ਏਦਾਂ ਵੀ ਲਿਖਿਆ ਹੋਇਆ ਕੁਝ। ਬਸ ਉਹੀ ਹੈ ਨਾ, ਫਿਰ ਮਤਲਬ ਫਿਰ ਤਾਂ ਇਹ ਹੈ ਵੀ ਜਿਹੜਾ ਬੰਦਾ ਬਹਿ ਗਿਆ ਉਹਨੇ ਆਪਣੀ ਮਰਜ਼ੀ ਨਾਲ ਉੱਥੇ ਕਾਵਿ ਰਚਨਾ ਪਾਤਾ, ਉਹਨੂੰ ਪਤਾ ਹੀ ਨਹੀਂ ਕਿ ਕਾਵਿ ਰਚਨਾ ਕੀ ਹੁੰਦੀ ਹੈ, ਕਾਵਿ ਉਚਾਰਨ ਕੀ ਹੁੰਦਾ ਹੈ, ਕਾਵਿ ਗਾਇਨ ਕੀ ਹੁੰਦਾ ਹੈ। ਤਿੰਨਾਂ ਦੇ ਵੱਖਰੇ ਵੱਖਰੇ ਵਿਧਾਨ ਨੇ ਤੇ ਵੱਖਰੇ ਵੱਖਰੇ ਨਿਯਮ ਨੇ ਇਹਨਾਂ ਦੇ। ਜੀ ਸਰ ਇਹਨਾਂ ਮੁਕਾਬਲਿਆਂ 'ਚ ਕਾਫੀ ਪ੍ਰੋਬਲਮ ਆਉਂਦੀ ਪਈ। ਇੱਕ ਤੇ ਰਲਾ ਗੋਬਲਾ ਜਿਹਾ ਬਹੁਤ ਹੈ ਕਿ ਲੱਠਾ ਸੋਟਾ ਵੱਜਣ ਦਿਆ ਮੁਕਾਬਲਾ, ਉਹ ਮੁਕਾਬਲਾ ਸਮਝ ਹੀ ਨਹੀਂ ਆਉਂਦੀ ਪਈ। ਡਾਕਟਰ ਸਾਹਿਬ ਜੱਜ ਸਾਹਿਬਾਨ ਸਕਿੱਟ ਦਾ ਮੁਕਾਬਲਾ ਸੀ, ਅੱਜ ਸਕਿੱਟ ਦੇ ਮੁਕਾਬਲੇ ਵਿੱਚ ਤੁਸੀਂ ਯਕੀਨ ਨਹੀਂ ਕਰਨਾ, ਸਕਿੱਟ ਮੁਕਾਬਲੇ ਦੇ ਵਿੱਚ ਮੈਂ ਨਾਟਕ ਵੀ ਦੇਖਿਆ, ਸਕਿੱਟ ਮੁਕਾਬਲੇ ਦੇ ਵਿੱਚ ਮੈਂ ਨੁੱਕੜ ਨਾਟਕ ਵੀ ਦੇਖਿਆ, ਸਕਿੱਟ ਮੁਕਾਬਲੇ 'ਚ ਮੈਂ ਕੋਰੀਓਗ੍ਰਾਫੀ ਵੀ ਦੇਖੀ। ਹਾਂ ਬਿਲਕੁਲ, ਐਕਸ਼ਨ ਸੌਂਗ ਵੀ ਦੇਖਿਆ ਹੋਊਗਾ। ਬੱਚਿਆਂ ਨੂੰ ਇਹ ਪਤਾ ਵੀ ਸਕਿੱਟ ਮੁਕਾਬਲਾ ਹੁੰਦਾ ਕੀ ਆ। ਅਗਰ 14 ਟੀਮਾਂ ਨੇ ਪਾਰਟਿਸਿਪੇਟ ਕੀਤਾ, 14 ਟੀਮਾਂ ਦੇ ਵਿੱਚੋਂ ਸਿਰਫ 2 ਟੀਮਾਂ ਨੇ ਸਕਿੱਟ ਦੀ ਜਿਹੜੀ ਉਹਦੇ ਨਿਯਮ ਨੇ ਉਹਨਾਂ ਨੂੰ ਫੋਲੋ ਕੀਤਾ, ਬਾਕੀ ਕਿਸੇ ਨੇ ਵੀ ਨਹੀਂ ਕੀਤਾ ਹੈਗਾ। ਬਿਲਕੁਲ ਬਿਲਕੁਲ, ਮੈਂ ਪਿਛਲੇ ਬਹੁਤ ਡਿਟੇਲ ਗੱਲ ਕੀਤੀ ਇਸ ਮਸਲੇ ਦੇ। ਜੀ ਜੀ ਸਰ, ਮੈਂ ਇਹੀ ਗੱਲ ਕਰਨਾ ਚਾਹੁੰਦਾ ਸੀ, ਜਿੱਦਾਂ ਹੁਣ ਸਾਡੇ ਕੰਪੀਟੀਸ਼ਨ ਚੱਲੇ ਆ ਪ੍ਰਾਇਮਰੀ ਪੱਧਰ ਦੇ, ਉਹਦੇ ਵਿੱਚ ਵੀ ਸਕਿੱਟ ਦੀ ਗੱਲ ਹੋ ਰਹੀ ਸੀ। ਹੁਣ ਕੀ ਕੀਤਾ ਟੀਚਰ ਸਾਹਿਬਾਨ ਨੇ, YouTube ਦੇ ਉੱਪਰੋਂ ਸਾਰੇ ਕਨਸੈਪਟ ਚੱਕ ਲਏ। ਹੁਣ ਉਹ ਇਹ ਨੇ, ਕੋਈ ਕੋਰੀਓਗ੍ਰਾਫੀ ਕਰ ਰਿਹਾ, ਕੋਈ ਐਕਸ਼ਨ ਸੌਂਗ ਕਰ ਰਿਹਾ, ਕਰ ਕਿਹਦੇ ਵਿੱਚ ਰਹੇ ਨੇ? ਸਕਿੱਟ ਦੇ ਵਿੱਚ। ਹੁਣ ਮੈਂ ਵੀ ਉੱਥੇ ਜੱਜ ਬੈਠਾ ਸੀ ਤੇ ਉਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੀ ਹੈ ਜੀ, ਤੁਹਾਡੇ ਨਾਲ ਗੁਰੂ ਜੀ ਕਾਫੀ ਬਚਪਨ ਤੋਂ ਜੁੜੇ ਹੋਏ ਆ ਵੀ ਥੀਏਟਰ ਦੀ ਆਈਟਮ ਹੈਗੀ ਹੈ, ਫਿਜ਼ੀਕਲੀ ਡਾਇਲੌਗ ਅਸੀਂ ਬੋਲਣੇ ਹੈਗੇ ਆ, ਠੀਕ ਹੈ ਜੀ। ਹੁਣ ਉੱਥੇ ਉਹ ਸਾਨੂੰ ਕਹਿੰਦੇ 2 ਇਸ ਤਰ੍ਹਾਂ ਦੇ ਜਿਨ੍ਹਾਂ ਨੇ ਐਕਟ ਪਲੇ ਕੀਤਾ ਸੀ, ਫਸਟ ਸੈਕਿੰਡ ਕੱਢਤਾ, ਸਾਨੂੰ ਕਹਿੰਦੇ ਜੀ ਸਾਡੀ ਵੀ ਤਾਂ ਸਕਿੱਟ ਸੀਗੀ ਇਹ। ਜੇਕਰ ਤੁਹਾਡੀ ਸਕਿੱਟ ਨਹੀਂ ਸੀ, ਤੁਸੀਂ ਸਿਰਫ ਕੀ ਕੀਤਾ ਹੈਗਾ, ਮਿਊਜ਼ਿਕ ਦੇ ਉੱਪਰ ਐਕਟ। ਤੁਹਾਡੇ ਬੱਚਿਆਂ ਨੇ ਫਿਜ਼ੀਕਲੀ ਕੋਈ ਡਾਇਲੌਗ ਨਹੀਂ ਬੋਲਿਆ, ਕੋਈ ਐਕਟ ਨਹੀਂ ਕੀਤਾ, ਤੁਸੀਂ ਸਿਰਫ ਡਾਂਸ ਕੀਤਾ। ਡਾਂਸ ਔਰ ਸਕਿੱਟ ਇੱਕ ਵੱਖਰੀ ਤਰ੍ਹਾਂ ਦੇ ਕਨਸੈਪਟ ਨੇ। ਇਸ ਕਰਕੇ ਇਹੀ ਪ੍ਰੋਬਲਮ, ਜੇ ਕਿ ਕੋਈ ਨਹੀਂ ਹੁੰਦਾ ਤਾਂ ਉੱਥੇ ਜੱਜਮੈਂਟ ਦੇ ਉੱਪਰ ਸਾਰਿਆਂ ਨੂੰ ਦਿੱਕਤ ਆਉਂਦੀ ਹੈ। ਕਮ ਸੇ ਕਮ ਤੁਸੀਂ ਇਹ ਮੰਨੋ ਵੀ 2 ਆਈਟਮਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਪਰ ਸਕਿੱਟ ਸੀ, ਨਹੀਂ 15 ਦੇ ਵਿੱਚੋਂ 13 ਆਈਟਮਾਂ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਸਾਰੇ ਹੀ ਗਰੁੱਪ ਸੌਂਗ ਸੀਗੇ, ਗਰੁੱਪ ਐਕਸ਼ਨ ਸੀਗੇ, ਐਕਸ਼ਨ ਸੌਂਗ ਸੀਗੇ। ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਕਰਨਾ ਚਾਹੀਦਾ। ਜੇ ਆਪਾਂ ਕਰੀਏ ਤਰਾਸਦੀ ਹੈ, ਸਾਡੇ ਤੋਂ ਲੈ ਕੇ ਅਸੀਂ ਹੁਣ ਟੀਚਰ ਬਣ ਗਏ ਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਬਰੀਕੀਆਂ ਹਲੇ ਤੱਕ ਕਲੀਅਰ ਨਹੀਂ ਹੋਈਆਂ। ਜੇ ਆਪਾਂ ਕਵਿਤਾ ਦੀ ਗੱਲ ਲਾਈਏ, ਕਵਿਤਾ ਗਾਇਨ ਤੇ ਉਚਾਰਨ ਦੀ, ਸ਼ਾਇਦ ਗੁਰੂ ਜੀ ਇੱਕ ਵਾਰ ਆਪਾਂ ਗਏ ਸੀਗੇ ਬੁਢਲਾਡਾ, ਉੱਥੇ ਮੈਂ ਕਵਿਤਾ ਗਾਈ ਸੀ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਸ਼ੈਤਾਨ ਹੋ ਗਿਆ। ਤੇ ਉੱਥੇ ਜਦੋਂ ਗੱਲ ਕਰੀ, ਕਹਿੰਦੇ ਜੀ ਬੱਚਾ ਤੁਹਾਡਾ ਫਸਟ ਹੈ, ਬਹੁਤ ਅੱਛਾ ਗਾਇਆ, ਪਰ ਇਹਨੇ ਗਾਈ ਹੈ ਕਵਿਤਾ, ਇਹ ਤਾਂ ਕਵਿਤਾ ਉਚਾਰਨ ਦਾ ਹੈ। ਉਹਦੇ ਵਿੱਚ ਨਹੀਂ ਸੀਗਾ ਵੀ ਇਹ ਇਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ। ਸੋ ਆਪਾਂ ਜੇ ਰਲ ਮਿਲ ਕੇ ਇਸ ਤਰ੍ਹਾਂ ਤੁਸੀਂ ਸਾਡੇ ਗੱਲਾਂ
ਕੇ ਜਾਣ। ਇਸ ਤਰ੍ਹਾਂ ਵਰਕਸ਼ਾਪ ਜਿਸ ਤਰ੍ਹਾਂ ਹੁਣ ਆਪਾਂ ਸਾਰਿਆਂ ਨੇ ਸੈਮੀਨਾਰ ਕੀਤਾ ਹੈ ਤੇ ਜ਼ੂਮ ਮੀਟਿੰਗ ਰਾਹੀਂ, ਤਾਂ ਜੇ ਆਪਾਂ ਰਲ ਮਿਲ ਕੇ ਥੋੜੇ ਜਿਹੜੇ ਕਨਸੈਪਟ ਹੈਗੇ ਬਰੀਕੀਆਂ ਡਿਪਾਰਟਮੈਂਟ ਤੱਕ ਲੈ ਕੇ ਜਾਈਏ, ਤਾਂ ਜਿਹੜੇ ਸੂਝਵਾਨ ਨੇ ਜਿਸ ਤਰ੍ਹਾਂ ਪਾਲੀ ਜੀ ਨੇ, ਸਾਰੇ ਬੰਦੇ ਬੈਠੇ ਹੈਗੇ ਆਪਾਂ, ਤਾਂ ਆਪਾਂ ਉੱਥੇ ਇਹ ਗੱਲ ਪਹੁੰਚਾਈਏ ਕਿ ਸਾਡੇ ਸੈਮੀਨਾਰ ਲੱਗਣ ਤਾਂ ਕਿ ਜੱਜਮੈਂਟ ਦੇ ਵਿੱਚ ਪ੍ਰੋਪਰ ਉਹ ਬੰਦੇ ਬੈਠਣ ਜਿਸ ਨੂੰ ਉਸ ਵਿਧਾ ਦੀ ਜਾਣਕਾਰੀ ਹੈ। ਬਿਲਕੁਲ ਬਿਲਕੁਲ ਸਰ। ਸਾਨੂੰ ਜਿਹੜੀ ਕਲੀਅਰ ਕਰਨੀ ਚਾਹੀਦੀ ਹੈ ਨਾ, ਆਈਟਮ ਤੇ ਵੰਨਗੀ, ਇਹਦਾ ਫਰਕ ਸਾਨੂੰ ਸਮਝਣਾ ਪਊਗਾ। ਹਾਂਜੀ, ਆਈਟਮਾਂ ਤਾਂ ਸਾਰੀਆਂ ਨੇ, ਕੋਰੀਓਗ੍ਰਾਫੀ ਵੀ ਆਈਟਮ ਹੈ, ਐਕਸ਼ਨ ਸੌਂਗ ਵੀ ਆਈਟਮ ਹੈ, ਕਵਿਤਾ ਵੀ ਆਈਟਮ ਹੈ, ਭਾਸ਼ਣ ਵੀ ਆਈਟਮ ਹੈ, ਪਰ ਵੰਨਗੀ ਇੱਕ ਵਿਧਾ ਹੁੰਦੀ ਹੈ। ਜਦੋਂ ਤੁਸੀਂ ਕਹਿੰਦਾ ਕੋਰੀਓਗ੍ਰਾਫੀ, ਤਾਂ ਕੋਰੀਓਗ੍ਰਾਫੀ ਇੱਕ ਫਾਰਮ ਹੈ, ਇੱਕ ਵੰਨਗੀ ਹੈ। ਜਦੋਂ ਤੁਸੀਂ ਆਈਟਮ ਦੀ ਜਜਮੈਂਟ ਕਰਦੇ ਹੋ ਰਿਜ਼ਲਟ ਹੋਰ ਹੋਊਗਾ, ਜਦੋਂ ਵੰਨਗੀ ਦੀ ਜਜਮੈਂਟ ਕਰਦੇ ਹੋ ਰਿਜ਼ਲਟ ਹੋਰ ਹੋਊਗਾ। ਬਿਲਕੁਲ ਪਾਲੀ ਨੇ ਠੀਕ ਹੈ, ਮੇਰਾ ਵੀ ਬਿਲਕੁਲ ਇਹੀ ਤਜਰਬਾ ਹੈ ਕਿ ਮੈਂ 12 ਟੀਮਾਂ ਦੇ ਵਿੱਚੋਂ 10 ਟੀਮਾਂ ਨੂੰ ਡਿਸਕੁਆਲੀਫਾਈ ਕਰਕੇ ਆਇਆ ਸੀ। ਮੈਂ ਉੱਤੇ ਕਹਿੰਦਾ ਸੀ ਕਿ ਇਹ ਸਕਿੱਟਾਂ ਬਣਦੀਆਂ ਹੀ ਨਹੀਂ ਹੈਗੀਆਂ ਜੀ, ਇਹਦੇ ਵਿੱਚ ਸਿਰਫ ਦੋ ਹੀ ਨੇ, ਇਹਨਾਂ ਦੋ ਨੂੰ ਜਿਹਨੂੰ ਮਰਜ਼ੀ ਕਰ ਲਓ, ਜਿਹਨੂੰ ਮਰਜ਼ੀ ਸੈਕਟ ਕਰ ਲਓ, ਇੱਥੇ ਤਾਂ ਮੈਂ ਸਮਝੌਤਾ ਕਰ ਸਕਦਾ, ਪਰ ਆ ਜਿਹੜੇ 10 ਨੇ ਇਹਨਾਂ ਸਮਝੌਤਾ ਨਹੀਂ ਕਰ ਸਕਦਾ ਹੈਗਾ, ਕਿਉਂਕਿ ਇਹ ਸਕਿੱਟਾਂ ਹੈ ਹੀ ਨਹੀਂ ਗੀਆਂ। ਸੋ ਮਤਲਬ ਅਸੀਂ ਪੇਸ਼ ਕਰ ਦਿੰਦੇ ਆ, ਅਸੀਂ ਸਕਿੱਟ ਦੇ ਵਿੱਚ ਕੋਰੀਓਗ੍ਰਾਫੀ ਪਾ ਦਿੰਦੇ ਆ, ਕੋਰੀਓਗ੍ਰਾਫੀ ਦੇ ਵਿੱਚ ਐਕਸ਼ਨ ਸੌਂਗ ਪਾ ਦਿੰਦੇ ਆ, ਐਕਸ਼ਨ ਸੌਂਗ ਦੇ ਵਿੱਚ ਗਰੁੱਪ ਡਾਂਸ ਪਾ ਦਿੰਦੇ ਆ, ਗਰੁੱਪ ਡਾਂਸ ਦੇ ਵਿੱਚ ਸੋਲੋ ਡਾਂਸ ਪਾ ਦਿੰਦੇ ਆ, ਨਾਟਕ ਦੇ ਵਿੱਚ ਅਸੀਂ ਸਕਿੱਟ ਪਾ ਦਿੰਦੇ ਆ, ਸਕਿੱਟ ਦੇ ਵਿੱਚ ਅਸੀਂ ਨੁੱਕੜ ਨਾਟਕ ਪਾ ਦਿੰਦੇ ਆ। ਮਤਲਬ ਇਹਨਾਂ ਚੀਜ਼ਾਂ ਬਾਰੇ ਜਿੰਨੀ ਦੇਰ ਤੱਕ ਸਾਨੂੰ ਵੰਨਗੀਆਂ ਬਾਰੇ ਸਪਸ਼ਟਤਾ ਨਹੀਂ ਹੁੰਦੀ ਹੈਗੀ, ਤੇ ਅਸੀਂ ਹਰੇਕ ਵੰਨਗੀ ਨੂੰ ਆਈਟਮਾਂ ਬਣਾ ਕੇ ਪੇਸ਼ ਕਰ ਦਾਂਗੇ, ਜਿੱਥੇ ਮਰਜ਼ੀ ਜਿਹੜੀ ਆਈਟਮ ਪੇਸ਼ ਕਰ ਦਿੰਦੇ ਉੱਥੇ ਰੋਲ ਘਚੋਲਾ ਪੈਣਾ ਹੀ ਹੈ। ਇਹਦੇ ਵਿੱਚ 3 ਧਿਰਾਂ ਸ਼ਾਮਲ ਨੇ, ਇੱਕ ਪ੍ਰਬੰਧਕ, ਇੱਕ ਅਧਿਆਪਕ, ਇੱਕ ਜੱਜ। ਤਿੰਨਾਂ ਨੂੰ ਇਹ ਕਨਸੈਪਟ ਕਲੀਅਰ ਹੋਣੇ ਜ਼ਰੂਰੀ ਨੇ। ਜਿਹੜੇ ਡਿਜ਼ਾਈਨ ਕਰਦੇ ਨੇ ਪ੍ਰੋਗਰਾਮ ਨੂੰ ਉੱਪਰੋਂ, ਜਿਹੜੇ ਤਿਆਰ ਕਰਾਉਂਦੇ ਨੇ, ਤੇ ਜਿਹੜੇ ਉਹਨੂੰ ਜੱਜ ਕਰਦੇ ਨੇ, ਤੇ ਇਸ ਵੇਲੇ ਤਿੰਨਾਂ ਪੱਧਰਾਂ ਤੇ ਰੋਲ ਘਚੋਲਾ ਹੈ। ਬਿਲਕੁਲ ਸਰ, ਤਿੰਨਾਂ ਸਮਝ ਦੀ ਨਹੀਂ ਕਿਸੇ ਕਲੈਰਿਟੀ ਨਹੀਂ ਗੁਰਨਾਇਕ ਸਰ, ਤੁਹਾਡਾ ਸਵਾਲ ਹੈਗੀ। ਕਲੈਰਿਟੀ ਹੈ, ਜਿਹੜੇ ਮਤਲਬ ਤਿਆਰ ਕਰਕੇ ਭੇਜਦੇ ਨੇ ਸਾਨੂੰ, ਹੁਣ ਕਾਵ ਗਾਇਨ ਦੇ ਨਾਂ ਤੇ, ਕਾਵ ਉਚਾਰਨ ਦੇ ਨਾਂ ਤੇ ਕਾਵ ਰਚਨਾ ਕਰਕੇ ਭੇਜ ਦਿੰਦੇ ਨੇ। ਉਹਨਾਂ ਨੂੰ ਐਕਸ਼ਨ ਸੌਂਗ ਦੇ ਮੁਕਾਬਲੇ ਦਾ ਨਹੀਂ ਪਤਾ ਹੈਗਾ, ਉਥੋਂ ਨਿਜ਼ਮ ਕਲੀਅਰ ਕਰਕੇ ਨਹੀਂ ਬਣਾਉਂਦੇ ਹੈਗੇ, ਕੋਈ ਕਿਤਾਬ ਚ ਨਹੀਂ ਸਾਡੇ ਕੋਲੇ ਭੇਜਦੇ ਹੈਗੇ। ਅਸੀਂ ਇਹ ਤੇ ਲੱਗਦਾ ਕੀ ਹੈ, ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਘੱਟੋ ਘੱਟ 50-50 ਹਜ਼ਾਰ ਰੁਪਏ ਦੀਆਂ ਕਿਤਾਬਾਂ, ਲੱਖ ਰੁਪਏ ਦੀਆਂ ਕਿਤਾਬਾਂ ਲਾਇਬ੍ਰੇਰੀ 'ਚ ਭੇਜਤੀਆਂ, ਪਰ ਅਸੀਂ ਕਦੇ ਕਵਿਤਾਵਾਂ ਦੀ ਕਿਤਾਬ ਭੇਜੀ ਹੈ ਵੀ ਆਹ ਮੁਕਾਬਲਿਆਂ ਲਈ ਗੀਤ ਹੋ ਸਕਦੇ ਨੇ ਜੀ, ਆਹ ਦੇਸ਼ ਭਗਤੀ ਦੇ ਗੀਤ ਹੋ ਸਕਦੇ ਨੇ ਜੀ, ਆਹ ਆਜ਼ਾਦੀ ਦੇ ਗੀਤ ਹੋ ਸਕਦੇ ਨੇ ਜੀ, ਆਹ ਸਕਿੱਟਾਂ ਹੋ ਸਕਦੀਆਂ ਨੇ ਜੀ, ਆਹ ਕੋਰੀਓਗ੍ਰਾਫੀਆਂ ਹੋ ਸਕਦੀਆਂ ਨੇ ਜੀ। ਅਸੀਂ ਕਾਹਤੋਂ ਨਹੀਂ ਡਿਜ਼ਾਈਨ ਕਰਦੇ? ਅਸੀਂ ਰੂਲਾਂ ਦੀ ਕਿਤਾਬ ਕਿਉਂ ਨਹੀਂ ਡਿਜ਼ਾਈਨ ਕਰਦੇ ਪ੍ਰੋਪਰ ਤੌਰ ਤੇ, ਜਿਹਦੇ ਵਿੱਚ ਹਰੇਕ ਵਿਧਾ ਦੇ ਰੂਲ ਹੋਣ? ਮਤਲਬ ਇਹਨਾਂ ਚੀਜ਼ਾਂ ਤੇ ਕਦੇ ਸਾਡਾ ਏਜੰਡਾ ਹੀ ਨਹੀਂ ਬਣਿਆ ਹੈਗਾ, ਕਿਉਂਕਿ ਜਿਹੜੇ ਸਾਨੂੰ ਉੱਪਰੋਂ ਪ੍ਰਬੰਧਕ ਭੇਜਦੇ ਨੇ ਨਾ, ਉਹਨਾਂ ਦਾ ਆਪਣਾ ਕੋਈ ਏਜੰਡਾ ਜਾਂ ਆਪਣਾ ਕੋਈ ਇਸ ਕਿਸਮ ਦਾ ਧਰਾਤਲ ਨਹੀਂ ਹੈਗਾ। ਫਿਰ ਉਦੋਂ ਬਾਅਦ ਅਧਿਆਪਕ ਤਾਂ ਵਿਚਾਰੇ ਮਜਬੂਰੀ ਦੇ ਵੱਜੇ ਹੋਏ ਨੇ, ਉਹਨਾਂ ਨੂੰ ਤਾਂ ਤੁਸੀਂ ਕੁਛ ਮਰਜ਼ੀ ਕਹਿ ਦਿਓ, ਉਹਨਾਂ ਨੂੰ ਤਾਂ ਕਹਿ ਤੁਸੀਂ ਬ੍ਰੇਕ ਡਾਂਸ ਕਰਾਉਣਾ ਹੈ, ਉਹਦੇ ਵਿੱਚ ਵੀ ਸੋਲੋ ਡਾਂਸ ਪਾ ਦੇਣਗੇ, ਉਹਦੇ ਵਿੱਚ ਵੀ ਕਵਿਸ਼ਰੀ ਪਾ ਦੇਣਗੇ। ਉਹ ਤਾਂ ਮਿਹਨਤ ਕਰਨ ਵਾਲੇ ਨੇ ਵਿਚਾਰੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਜਦੋਂ ਉਹਨਾਂ ਦਾ ਲੈ ਕੇ ਜਾਣੀ ਆਈਟਮ, ਉਹਨਾਂ ਨੂੰ ਤਾਂ ਕਹਿਤਾ, BPO ਨੇ ਕਹਿਤਾ, DO ਨੇ ਕਹਿਤਾ ਵੀ ਹਾਂ ਜੀ ਹਰੇਕ ਸਕੂਲ ਭਾਗ ਲਵੇ, ਉਹਦੇ ਭਾਵੇਂ ਬੱਚਾ ਕੁਛ ਮਰਜ਼ੀ ਤਿਆਰ ਕਰ ਲੇ, ਉਹਦਾ ਇੱਕ ਖਾਨਾ ਪੂਰਤੀ ਉਹਨੇ ਵਿਚਾਰੇ ਨੇ ਕਰਕੇ ਆਉਣੀ ਹੈ। ਬਹੁਤ ਸਾਰੇ ਟੀਚਰ ਮਿਹਨਤ ਕਰਦੇ ਨੇ, ਵਰਦੀਆਂ ਬਣਾਉਂਦੇ ਨੇ, ਤਿਆਰੀ ਕਰਦੇ ਨੇ, ਪਰ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਆਈਟਮ ਹੈ ਕੀ। ਇਹੀ ਗੱਲ ਜੱਜਮੈਂਟ ਦੀ ਹੈ। ਜਿਹੜੇ ਬੱਚੇ ਨੇ ਸਟੇਟ ਲੈਵਲ ਤੇ ਜਾਣਾ ਹੈ, ਉਹਨੂੰ ਅਸੀਂ ਬਲਾਕ ਲੈਵਲ ਤੇ ਮੁਕਾਬਲੇ ਚ ਬਾਹਰ ਕੱਢ ਦਿੰਦੇ ਹਾਂ। ਕਿੰਨੇ ਵਾਰੀ ਇਸ ਤਰ੍ਹਾਂ ਦਾ ਹੋਇਆ ਹੈ। ਮੈਨੂੰ ਪਤਾ ਹੁੰਦਾ ਕਿ ਸਟੇਟ ਲੈਵਲ ਤੱਕ ਜਾ ਸਕਦਾ ਹੈ, ਇਹ ਸੰਭਾਵਨਾਵਾਂ ਪਈਆਂ ਨੇ, ਪਰ ਜੱਜਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਉਹ ਇਹ ਕਵਿਤਾ ਗਾਇਨ ਨਹੀਂ ਹੈਗਾ ਜੀ, ਇਹ ਕਵਿਤਾ ਉਚਾਰਨ ਹੈ, ਉੱਥੇ ਉਹਨੂੰ ਡਿਸਕੁਆਲੀਫਾਈ ਕਰ ਦਿੰਦੇ ਨੇ। ਸਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਪਹਿਲੇ ਸਟੈਪ ਤੇ ਪਹਿਲੇ ਜਿਹੜੀ ਜੱਜਮੈਂਟ ਉਹ ਐਕਸਪਰਟ ਬੰਦਿਆਂ ਦੀ ਹੋਣੀ ਚਾਹੀਦੀ ਹੈ। ਬਿਲਕੁਲ ਜੀ ਬਿਲਕੁਲ ਸਰ, ਜੱਜਮੈਂਟ ਦੀ ਤੇ ਗੱਲ ਮੈਂ ਥੋੜੀ ਜਿਹੀ ਕਰਦਾ, ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਇਸ ਵਾਰ ਕੀ ਹੋਇਆ, ਬਲਾਕ ਪੱਧਰ ਤੇ ਹੀ ਮੇਰੀ ਟੀਮ ਡਿਸਕੁਆਲੀਫਾਈ ਕਰਤੀ, ਮਤਲਬ ਸਕਿੱਟ ਦੀ ਟੀਮ, ਇੱਕ ਥੀਏਟਰ ਨਾਲ ਜੁੜੇ ਹੋਏ ਬੰਦੇ ਦੀ ਟੀਮ ਵੀ ਡਿਸਕੁਆਲੀਫਾਈ ਕਰਤੀ। ਕਾਰਨ ਕੀ? ਹੁਣ ਅਗਰ ਤੁਸੀਂ ਦੇਸ਼ ਦੀਆਂ ਸਮੱਸਿਆਵਾਂ ਦੱਸਦੇ ਹੋ ਤੇ ਉਹਨਾਂ ਦਾ ਹੱਲ ਦੱਸਦੇ ਹੋ, ਤਾਂ ਕੀ ਇਹ ਦੇਸ਼ ਭਗਤੀ ਨਹੀਂ ਹੈ? ਬਿਲਕੁਲ। ਮਤਲਬ ਉਹ ਕਹਿੰਦੇ ਵੀ ਤੁਹਾਡੇ 'ਚ ਦੇਸ਼ ਭਗਤੀ ਹੈ ਨਹੀਂ ਸੀ, ਇਹ ਵਿਸ਼ੇ ਤੋਂ ਬਾਹਰ ਸੀ। ਮੈਂ ਕਿਹਾ ਜੀ ਮੈਂ ਦੇਸ਼ ਦੀਆਂ ਸਮੱਸਿਆਵਾਂ ਦੱਸੀਆਂ ਤੇ ਉਹਦਾ ਹੱਲ ਦੱਸਿਆ, ਉਹਨਾਂ ਨੇ ਮੈਨੂੰ ਡਿਸਕੁਆਲੀਫਾਈ ਕਰਤਾ। ਉਹੀ ਹਾਂ, ਮਤਲਬ ਅੱਜ ਮੈਂ ਤਹਿਸੀਲ ਪੱਧਰ ਦੇ ਮੁਕਾਬਲੇ ਤੇ ਜੱਜਮੈਂਟ ਤੇ ਬੈਠਾ, ਉਹਨਾਂ ਨੇ ਸਮੱਸਿਆਵਾਂ ਦੱਸੀਆਂ, ਉਹਦਾ ਹੱਲ ਦੱਸਿਆ, ਮੈਂ ਟੀਮ ਫਸਟ ਲਾ ਕੇ ਆਇਆ ਜੀ। ਮਤਲਬ ਸਾਡੇ ਜੱਜ ਪਤਾ ਹੀ ਨਹੀਂ ਹੈ
ਇਹ ਮਤਲਬ ਆਪਣੀ ਦੇਸ਼ ਭਗਤੀ ਤੇ ਉਹਨਾਂ ਦੀ ਦੇਸ਼ ਭਗਤੀ ਦੇ ਮਾਡਲ ਦਾ ਫਰਕ ਬਹੁਤ ਹੈ ਨਾ ਫਰਕ ਆ। ਮੈਂ ਤਾਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਇਹ ਕਿੱਦਾਂ ਦਾ ਵੀ ਮਤਲਬ ਹੋਇਆ ਵੀ ਇਹ ਆਜ਼ਾਦੀ ਨਾਲ ਸੰਬੰਧਿਤ। ਮੈਂ ਸਮੱਸਿਆਵਾਂ ਦੱਸੀਆਂ ਦੇਸ਼ ਦੀਆਂ ਔਰ ਉਹਨਾਂ ਦਾ ਮੈਂ ਹੱਲ ਦੱਸਤਾ, ਤੇ ਤੁਸੀਂ ਇਹਨੂੰ ਦੇਸ਼ ਭਗਤੀ ਨਹੀਂ ਮੰਨਦੇ। ਮੈਂ ਹੈਰਾਨ ਆ ਜੀ। ਕਹਿੰਦੇ ਨਹੀਂ ਜੀ, ਹੈ ਹੀ ਨਹੀਂ, ਇਹ ਵਿਸ਼ੇ ਤੋਂ ਬਾਹਰ ਆ। ਤੁਸੀਂ ਸਿਰਫ ਕਹਾਣੀ ਕਰੋ, ਉਹ ਲਿਖ ਕੇ ਜਿਹੜਾ ਦੇਤਾ ਉਹਨਾਂ ਨੇ। ਤੁਸੀਂ ਸਿਰਫ ਭਗਤ ਸਿੰਘ ਦੀ ਕਹਾਣੀ ਕਰੋ, ਤੁਸੀਂ ਊਧਮ ਸਿੰਘ ਦੀ ਕਰੋ, ਬਸ ਇਹੀ ਕੁਝ ਕਰਨਾ, ਹੋਰ ਇਸ ਤੋਂ ਬਾਅਦ ਕੋਈ ਆਜ਼ਾਦੀ ਨਹੀਂ ਹੈ। ਮੈਂ ਕਿਹਾ ਫਿਰ ਆਜ਼ਾਦੀ ਬੋਲਣ ਦੀ ਜਦ ਆਜ਼ਾਦੀ ਹੀ ਨਹੀਂ ਹੈਗੀ ਤਾਂ ਆਜ਼ਾਦੀ ਦਿਵਸ ਅਸੀਂ ਕਾਹਦਾ ਮਨਾ ਰਹੇ ਹਾਂ? ਬਿਲਕੁਲ ਬਿਲਕੁਲ। ਜੇ ਅਸੀਂ ਆਪਣੀ ਗੱਲ ਹੀ ਨਹੀਂ ਕਹਿ ਸਕਦੇ, ਅਸੀਂ ਸਕਿੱਟ ਦੇ ਥਰੂ, ਅਸੀਂ ਨਾਟਕ ਦੇ ਥਰੂ ਅਸੀਂ ਆਪਣੀ ਗੱਲ ਹੀ ਨਹੀਂ ਕਹਿ ਸਕਦੇ, ਅਸੀਂ ਦੇਸ਼ ਦੀਆਂ ਸਮੱਸਿਆਵਾਂ ਹੀ ਨਹੀਂ ਦੱਸ ਸਕਦੇ, ਅਸੀਂ ਉਹਨਾਂ ਦਾ ਹੱਲ ਨਹੀਂ ਦੱਸ ਸਕਦੇ, ਫਿਰ ਅਸੀਂ ਆਜ਼ਾਦੀ ਦਿਵਸ ਕਾਹਦਾ ਮਨਾਉਣਾ? ਫਿਰ ਤਾਂ ਅਸੀਂ ਭਗਤ ਸਿੰਘ ਦੀ ਸਕਿੱਟ ਕਰੀ ਚੱਲੋ, ਊਧਮ ਸਿੰਘ ਦੀ ਸਕਿੱਟ ਕਰੀ ਚੱਲੋ, ਬਸ ਇਹਨਾਂ ਕੰਮਾਂ ਜੋਗੀ ਰਹਿ ਗਏ। ਅਸੀਂ ਮਤਲਬ ਅਧਿਆਪਕਾਂ ਨੂੰ ਇੰਨਾ ਕੁ ਡਰਾ ਦਿੰਦੇ ਹਾਂ ਕਈ ਵਾਰੀ ਇਹਨਾਂ ਮਾਮਲਿਆਂ 'ਚ ਵੀ ਨਾ ਜੀ, ਇਹ ਤਾਂ ਜਿਵੇਂ ਤੁਸੀਂ ਕਿਹਾ ਵੀ ਤੇ ਦੇਸ਼ ਭਗਤੀ ਹੁੰਦੀ ਨਹੀਂ। ਕਿਸੇ ਨੇ ਮੈਂ ਧਰਤੀ ਦੇਸ਼ ਪੰਜਾਬ ਦੀ ਬਸਤੀ ਉਜੜ ਗਈ, ਉਹਨੂੰ ਲੱਗਦਾ ਦੇਸ਼ ਭਗਤੀ ਨਹੀਂ ਹੈਗੀ। ਚੋਰਾਂ ਦੇ ਬਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਹੈ, ਉਹਨਾਂ ਲੱਗਦਾ ਦੇਸ਼ ਭਗਤੀ ਨਹੀਂ ਹੈਗੀ। ਮਤਲਬ ਕਹਿਣ ਦਾ ਭਾਵ ਸਾਡਾ ਦੇਸ਼ ਭਗਤੀ ਦਾ ਜਿਹੜਾ ਕਨਸੈਪਟ ਹੈ ਉਹ ਬਹੁਤ ਚੀਕਣਾ, ਚੋਪੜਿਆ ਹੋਇਆ, ਪਲੋਸਿਆ ਹੋਇਆ, ਬਹੁਤ ਕੋਮਲ ਜਾ, ਜੇ ਉਹਨੂੰ ਹਵਾ ਲੱਗ ਗਈ ਉਹਨੇ ਮੋਮਬੱਤੀ ਵਾਂਗੂ ਖੁਰ ਜਾਣਾ ਹੈ। ਤੁਸੀਂ ਜਿਹੋ ਜਿਹਾ ਸਾਡਾ ਅੱਜ ਦਾ ਕਿਰਦਾਰ ਹੈ, ਸਾਡੇ ਲੋਕਾਂ ਦਾ, ਸਾਡੀ ਸਿਆਸਤ ਦਾ ਕਿਰਦਾਰ ਹੈ, ਉਹ ਤੇ ਗੱਲ ਕਰਨੀ ਵੀ ਤਾਂ ਦੇਸ਼ ਭਗਤੀ ਹੈ, ਉਹ ਤੇ ਸਵਾਲ ਖੜੇ ਕਰਨੇ ਵੀ ਤਾਂ ਦੇਸ਼ ਭਗਤੀ ਹੈ ਨਾ। ਕੱਲਾ ਅਸੀਂ ਇਹ ਥੋੜੀ ਹੈ ਕਿ ਅਸੀਂ ਸੈਰੀਮੋਨੀਅਲ ਤੌਰ ਤੇ ਅਸੀਂ ਗੁਣਗਾਨ ਕਰਕੇ ਆ ਜਾਈਏ। ਸੋ ਇਹ ਇੱਕ ਬੜਾ ਅਹਿਮ ਸਵਾਲ ਹੈ ਜਿਹੜਾ ਸਾਨੂੰ ਇਹੋ ਜਿਹੇ ਮਾਮਲੇ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ। ਇੱਕ ਸਵਾਲ ਮੈਡਮ ਬਲਜਿੰਦਰ ਕੌਰ ਨੇ ਇੱਧਰ ਕੀਤਾ ਕਮੈਂਟਾਂ ਦੇ ਵਿੱਚ ਕਿ ਝਾਕੀ ਬਾਰੇ ਵੀ ਜ਼ਰੂਰ ਦੱਸਿਆ ਜਾਵੇ। ਇੱਕ ਗੱਲ, ਹਾਂਜੀ ਇੱਕ ਮਿੰਟ ਪਲੀਜ਼। ਝਾਕੀ ਤੁਸੀਂ ਇੱਕ ਦ੍ਰਿਸ਼ ਡਿਜ਼ਾਈਨ ਕਰਦੇ ਹੋ, ਉਹ ਦ੍ਰਿਸ਼ ਆਮ ਤੌਰ ਤੇ ਹੁੰਦਾ ਉਹ ਸਟਿਲ ਪੋਜ਼ ਦੇ ਵਿੱਚ। ਸਟਿਲ ਪੋਜ਼ ਦੇ ਵਿੱਚ ਜਦੋਂ ਤੁਸੀਂ ਪਹਿਰਾਵੇ ਰਾਹੀਂ ਜਾਂ ਕਿਸੇ ਐਕਸ਼ਨ ਰਾਹੀਂ ਕੋਈ ਦ੍ਰਿਸ਼ ਪੇਸ਼ ਕਰਦੇ ਹੋ, ਝਾਕੀ ਹੈ, ਪਰ ਉਹਦੇ ਵਿੱਚ ਕਿਤੇ ਕਿਤੇ ਹਲਕਾ ਜਾਂ ਥੋੜਾ ਬਹੁਤ ਅਸੀਂ ਉਹਨੂੰ ਮੂਵੇਬਲ ਵੀ ਬਣਾ ਸਕਦੇ ਹਾਂ। ਅੱਜ ਕੱਲ ਇਹ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ। ਬੇਸਿਕਲੀ ਤੁਸੀਂ ਕਿਸੇ ਕਨਸੈਪਟ ਨੂੰ ਜਦੋਂ ਮੁਖੌਟਿਆਂ ਦੇ ਰੂਪ ਦੇ ਵਿੱਚ, ਜਦੋਂ ਬੁੱਤਾਂ ਦੇ ਰੂਪ ਦੇ ਵਿੱਚ, ਜਾਂ ਸਟਿਲ ਪੋਜ਼ ਦੇ ਵਿੱਚ, ਚਾਹੇ ਤੁਸੀਂ ਜਿਉਂਦੇ ਜਾਗਦੇ ਕਰੈਕਟਰ ਵੀ ਲਓ, ਸਟਿਲ ਪੋਜ਼ ਦੇ ਵਿੱਚ ਤੁਸੀਂ ਕਿਸੇ ਥੀਮ ਨੂੰ ਐਲੈਬੋਰੇਟ ਕਰਨਾ ਚਾਹੁੰਦੇ ਹੋ ਤਾਂ ਉਹ ਇੱਕ ਝਾਕੀ ਬਣ ਜਾਂਦੀ ਹੈ। ਉਹਦੇ ਵਿੱਚ ਕੋਈ ਉਵੇਂ ਡਾਇਲੌਗ ਨਹੀਂ ਸ਼ਾਮਲ ਹੁੰਦੇ ਹੈਗੇ। ਹਾਂ, ਕੋਈ ਅੱਜ ਕੱਲ ਅਸੀਂ ਥੋੜਾ ਬਹੁਤ ਐਕਸਪੈਰੀਮੈਂਟ ਕਰ ਲਾਂਗੇ, ਪਰ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ, ਫਿਰ ਉਹ ਨਾਟਕ ਬਣ ਜੂਗੀ ਜੇ ਅਸੀਂ ਉਹਦੇ ਵਿੱਚ ਡਾਇਲੌਗ ਪਾ ਦਾਂਗੇ। ਅਸੀਂ ਝਾਕੀ ਦਾ ਮਤਲਬ ਇਹੀ ਹੈ ਕਿ ਤੁਸੀਂ ਚਾਹੇ ਉਹ ਮਖੌਟਿਆਂ ਦੀ ਫਾਰਮ 'ਚ ਕਰ ਲਓ, ਚਾਹੇ ਉਹਨੂੰ ਬੁੱਤਾਂ ਦੀ ਫਾਰਮ 'ਚ ਕਰ ਲਓ, ਚਾਹੇ ਉਹਨੂੰ ਜਿਉਂਦੇ ਜਾਗਦੇ ਕਰੈਕਟਰਾਂ ਦੀ ਫਾਰਮ 'ਚ ਕਰ ਲਓ, ਪਰ ਸਟਿਲ ਪੋਜ਼ ਦੇ ਵਿੱਚ ਤੁਹਾਡੇ ਸਾਹਮਣੇ ਆਪਣੀਆਂ ਮੁਦਰਾਵਾਂ ਰਾਹੀਂ, ਆਪਣੀਆਂ ਸਟਿਲ ਮੁਦਰਾਵਾਂ ਰਾਹੀਂ, ਜੇ ਮੰਨ ਲਓ ਭਗਤ ਸਿੰਘ ਦਾ ਬੁੱਤ ਆਪਾਂ ਬਣਾਤਾ, ਉਹਨੇ ਉਂਗਲ ਹੱਥ ਉੱਪਰ ਕੀਤੀ ਹੋਈ ਹੈ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਦੇ ਰਹੀ ਹੈ। ਜਿਹਦੇ ਹੱਥ 'ਚ ਕਿਤਾਬ ਫੜੀ ਹੋਈ ਹੈ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਦੇ ਰਹੀ ਹੈ। ਪਿਸਤੌਲ ਫੜਿਆ ਹੈ ਤਾਂ ਉਹ ਇੱਕ ਵੱਖਰਾ ਮੈਸੇਜ ਦੇ ਰਿਹਾ ਹੈ। ਸੋ ਮਤਲਬ ਤੁਸੀਂ ਉਹਨਾਂ ਮੁਦਰਾਵਾਂ ਰਾਹੀਂ ਆਪਣਾ ਜਿਹੜਾ ਭਾਵ ਹੈ, ਆਪਣਾ ਜਿਹੜਾ ਥੀਮ ਹੈ ਉਹ ਪੇਸ਼ ਕਰਦੇ ਹੋ। ਉਹਦਾ ਕੰਟੈਂਟ ਕੋਈ ਵੀ ਹੋ ਸਕਦਾ ਹੈ, ਦੇਸ਼ ਭਗਤੀ ਵੀ ਹੋ ਸਕਦੀ ਹੈ, ਸਮਾਜਿਕ ਬੁਰਾਈਆਂ ਦਾ ਕੰਟੈਂਟ ਵੀ ਹੋ ਸਕਦਾ, ਕੋਈ ਵੀ ਕੰਟੈਂਟ ਹੋ ਸਕਦਾ ਜੀ। ਜੀ ਸਰ, ਹੋਰ ਸਾਡੇ ਕਿਸੇ ਐਡਮਿਨ ਸਾਥੀ ਕੋਲ ਸਵਾਲ ਹੋਵੇ ਤਾਂ ਜ਼ਰੂਰ ਕੀਤਾ ਜਾਵੇ। ਹੈਲੋ ਜੀ। ਇੱਕ ਤਾਂ ਸਰ ਕੁਝ ਮੁਕਾਬਲੇ ਨੇ ਉਹ ਸਕੂਲ ਪੱਧਰ ਦੇ ਭਾਵੇਂ ਨਹੀਂ ਹੈਗੇ, ਪਰ ਕਾਲਜ ਪੱਧਰ ਦੇ, ਯੂਨੀਵਰਸਿਟੀ ਪੱਧਰ ਦੇ ਕਾਫੀ ਅਹਿਮ ਮੁਕਾਬਲੇ ਨੇ, ਜਿਵੇਂ ਗਜ਼ਲ ਗਾਇਨ ਹੋ ਗਿਆ, ਇੱਕ ਕਲਾਸੀਕਲ ਵੋਕਲ ਤੇ ਕਲਾਸੀਕਲ ਇੰਸਟਰੂਮੈਂਟਲ। ਇਹ ਮਿਊਜ਼ਿਕ ਦੇ ਤਿੰਨੋਂ ਮੁਕਾਬਲੇ ਨੇ ਤੇ ਮੈਨੂੰ ਲੱਗਦਾ ਵੀ ਭੁਪਿੰਦਰ ਸਰ ਨਾਲ ਆਪਾਂ ਇਹਨਾਂ ਬਾਰੇ। ਜੀ ਭੁਪਿੰਦਰ ਸਿੰਘ। ਹਾਂਜੀ, ਗੱਲ ਕਰਦੇ ਹਾਂ ਜੀ ਆਪਾਂ ਕਲਾਸੀਕਲ ਵੋਕਲ ਤੇ ਕਲਾਸੀਕਲ ਇੰਸਟਰੂਮੈਂਟ। ਕਲਾਸੀਕਲ ਵੋਕਲ ਦੇ ਵਿੱਚ ਅਸੀਂ ਗਾਇਨ ਸ਼ੈਲੀ ਰਾਹੀਂ ਜਿਹੜਾ ਉਹ ਗਾ ਕੇ ਪੇਸ਼ ਕਰਦੇ ਹਾਂ। ਕਲਾਸੀਕਲ ਇੰਸਟਰੂਮੈਂਟ ਦੇ ਵਿੱਚ ਗੱਲ ਕਰਦੇ ਹਾਂ ਜਿਹਦੇ ਵਿੱਚ ਤਬਲਾ ਜਿਸ ਤਰ੍ਹਾਂ ਹੈਗਾ, ਜਾਂ ਕਲਾਸੀਕਲ ਜਿੰਨੇ ਸਾਜ਼ ਹੈਗੇ ਆ ਅਸੀਂ ਉਹ ਵਜਾ ਕੇ ਦੇ ਰਾਹੀਂ ਪੇਸ਼ ਕਰਦੇ। ਨਾਲ ਦੋ ਤਿੰਨ ਦੇਖਦੇ ਫਿਰ ਮੈਂ ਜਿੱਦਣ ਆਏਗਾ ਬੰਦੇ। ਆਵਾਜ਼ ਕਿਹਦੀ ਆ ਰਹੀ ਹੈ? ਪਲੀਜ਼ ਮਿਊਟ ਕਰ ਲਓ ਆਪਣੇ ਆਪ। ਇੱਕ ਮਿੰਟ ਜੀ। ਹਾਂਜੀ, ਕਲਾਸੀਕਲ ਗਾਇਨ ਤੇ ਕਲਾਸੀਕਲ ਇੰਸਟਰੂਮੈਂਟ ਦਾ, ਵੋਕਲ ਦਾ ਤੇ ਇਹਦਾ ਫਰਕ ਹੈ। ਵੋਕਲ ਦੇ ਵਿੱਚ ਅਸੀਂ ਗਾ ਕੇ ਪੇਸ਼ ਕਰਨਾ ਹੁੰਦਾ ਕਲਾਸੀਕਲ ਨੂੰ, ਔਰ ਇੰਸਟਰੂਮੈਂਟ ਦੇ ਵਿੱਚ ਅਸੀਂ ਗਾਉਣਾ ਨਹੀਂ ਹੁੰਦਾ, ਉਹਦੇ ਵਿੱਚ ਸਾਜ਼ ਵਜਾਉਣਾ ਹੁੰਦਾ। ਰਾਗਾਂ ਦੇ ਆਧਾਰ ਤੇ ਅਸੀਂ ਕੋਈ ਕੰਪੋਜੀਸ਼ਨ ਕੋਈ ਵੀ ਲੈਂਦੇ ਹੈਗੇ ਆ, ਉਹਦੇ ਵਿੱਚ ਪ੍ਰੋਪਰ ਸਾਰਾ ਅਸੀਂ ਵਜਾ ਕੇ ਪੇਸ਼ ਕਰਨਾ ਹੁੰਦਾ। ਦੂਸਰੀ ਗੱਲ ਅਸੀਂ ਕਰਦੇ ਹਾਂ ਗਜ਼ਲ ਦੀ। ਗਜ਼ਲ ਸਾਡੇ ਛੋਟੇ ਬੱਚਿਆਂ ਦੇ ਲੈਵਲ ਦੀ ਨਹੀਂ ਹੁੰਦੀ, ਕਿਉਂਕਿ ਗਜ਼ਲ ਵੈਸੇ ਤਾਂ ਸਾਰੇ ਗੀਤ ਹੀ ਰਾਗਾਂ ਤੋਂ ਬਿਨਾਂ ਕੋਈ ਗੀਤ ਨਹੀਂ ਹੁੰਦਾ,
ਔਰ ਇੱਕ ਕਲਾਸੀਕਲ ਵਿਧਾ ਹੈ, ਗੀਤ ਹੀ ਹੈ ਔਰ ਕਲਾਸੀਕਲ ਵਿਧਾ ਗਾਈ ਜਾਂਦੀ ਹੈ, ਬੋਲੀ ਨਹੀਂ ਜਾਂਦੀ। ਉਹਦੀ ਇੱਕ ਮੁਦਰਾ ਵੀ ਅਲੱਗ ਆਪਾਂ ਦੇਖਦੇ ਹਾਂ, ਮੋਸਟਲੀ ਗੁਲਾਮ ਅਲੀ ਸਾਹਿਬ ਤੋਂ ਲੈ ਕੇ ਜਗਜੀਤ ਸਿੰਘ ਜੀਆਂ ਤੋਂ ਲੈ ਕੇ ਆਪਾਂ ਗਜ਼ਲਾਂ ਸੁਣਦੇ ਆ ਰਹੇ ਹਾਂ। ਉਹਦੀ ਮੁਦਰਾ ਵੀ ਅਲੱਗ ਹੈ, ਉਹਨੂੰ ਬੈਠ ਕੇ ਆਪਾਂ ਦੇਖਦੇ ਹੈਗੇ ਆ ਵੀ ਬੈਠ ਕੇ ਗਜ਼ਲ ਪਲੇ ਕੀਤੀ ਜਾਂਦੀ ਹੈਗੀ। ਬਹੁਤ ਘੱਟ ਚਾਂਸ ਹੁੰਦਾ ਵੀ ਜਦੋਂ ਗਜ਼ਲ ਹੈ ਜਿਹੜੀ ਅਸੀਂ ਖੜ ਕੇ ਜਾਂ ਉਹਦੇ ਉੱਤੇ ਜਦੋਂ ਹੁਣ ਜਿੱਦਾਂ ਆਪਾਂ ਗੀਤ ਗਾਉਣੇ ਹੈਗੇ ਉਹਦੇ ਤੇ ਆਪਾਂ ਐਕਸ਼ਨ ਵੀ ਕਰਦੇ ਹੈਗੇ, ਨੱਚ ਟੱਪ ਵੀ ਲੈਂਦੇ ਆ, ਪਰ ਗਜ਼ਲ ਇੱਕ ਇਸ ਤਰ੍ਹਾਂ ਦੀ ਵਿਧਾ ਹੈਗੀ ਹੈ ਜਿਹੜੀ ਇੱਕ ਨਰੋਲ ਕਲਾਸੀਕਲ, ਪੂਰਨ ਤੌਰ ਤੇ ਕਲਾਸੀਕਲ ਵਿਧਾ ਹੈਗੀ ਜੀ। ਸਰ ਗੁਰਨੈਬ ਸਾਹਿਬ ਨੇ ਹੱਥ ਖੜਾ ਕੀਤਾ ਹੈ, ਚਲੇ ਗਏ ਵਿੱਚੋਂ ਗੁਰਨੈਬ ਸਰ ਨੇ ਕੁਛ? ਸਰ ਮੇਰੇ ਖਿਆਲ ਚਲੇ ਗਏ ਨੇ। ਹਾਂ ਮੈਡਮ, ਮਨਿੰਦਰ ਤੁਸੀਂ ਕੋਈ ਗੱਲ ਕਰਨ ਲੱਗੇ ਸੀ? ਹਾਂਜੀ, ਭੁਪਿੰਦਰ ਸਰ ਤੋਂ ਵਾਰ ਸੁਣਨ ਲਈ ਕਿਹਾ ਗਿਆ ਸੀਗਾ। ਹਾਂਜੀ ਯੈਸ ਹਾਂਜੀ ਯੈਸ ਮੈਡਮ, ਉਹਦਾ ਇੱਕ ਅੰਤਰ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿਉਂਕਿ ਵਾਰ ਤੁਹਾਨੂੰ ਪਤਾ ਹੈ ਕਾਫੀ ਹਾਈ ਸਕੇਲ ਵਾਲਾ ਹੈਗੀ ਆ, ਵਿਧਾ ਹੈਗੀ ਆ। ਉਹਦਾ ਮੈਂ ਤੁਹਾਡੇ ਨਾਲ, ਮੇਰੀ ਯੂਨੀਵਰਸਿਟੀ ਚੋਂ ਲਗਾਤਾਰ 3 ਸਾਲ ਗੋਲਡ ਮੈਡਲ ਰਿਹਾ ਮੈਂ ਵਾਰ ਗਾਇਨ ਦੇ ਵਿੱਚ, ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰੂੰਗਾ। 2 ਬੋਲ। ਹੱਲਾ ਆਖਰੀ ਕੀ ਤਾਜਰ ਨੈਲ ਨੇ ਹੋ ਦਾਦ ਹੋ ਸਤਿਗੁਰੂ ਮੇਰਿਆ ਕਲਗੀ ਵਾਲਿਆ ਪੰਥ ਦਿਆ ਮਾਲਕਾ ਜੀ ਓਟਾਂ ਤੇਰੀਆਂ। ਹੱਲਾ ਆਖਰੀ ਕੀਤਾ ਜਰਨੈਲ ਨੇ ਜਾ ਮੋਚਾਂ ਚ ਘੇਰੇ ਅੰਗਰੇਜ਼ ਵਦੇ ਜਿੱਦੇ ਨੂੰ ਪਾਸੇ ਜਾਵੇ ਸਿੱਖਦਾ ਹੋ ਵੀਰਨ ਮੇਰਿਓ ਸਬੱਬੀ ਮੇਲੇ ਹੋਣਗੇ ਵੀ ਐਸ ਜਹਾਨ ਤੇ ਹੋ ਪੈੜਾ ਕੂੜੀਆਂ। ਕੀ ਬਾਤ ਵਾਹ ਜੀ ਵਾਹ, ਬਹੁਤ ਅੱਛਾ ਜੀ, ਬਹੁਤ ਵਧੀਆ ਬਹੁਤ ਸਰ। ਅੱਛਾ। ਬਹੁਤ ਵਧੀਆ ਸਰ, ਬਹੁਤ ਵਧੀਆ। ਪਾਲੀ ਸਰ ਮੇਰਾ ਇੱਕ ਸਵਾਲ ਵੀ ਰਹਿੰਦਾ ਹੈ। ਜੀ ਜੀ ਮੈਂ ਬੇਨਤੀ ਕਰ ਰਿਹਾ ਪਾਲੀ ਖਾਤਮ ਜੀ ਨੂੰ, ਜੇ ਉਹਨਾਂ ਦੇ ਵੀ ਅਲਗੋਜ਼ੇ ਕੋਲ ਹੀ ਪਏ ਆ ਤੇ 2 ਮਿੰਟ ਹਾਂਜੀ ਹਾਂ ਬਿਲਕੁਲ ਬਿਲਕੁਲ ਲੈ ਜਾਣ। ਖਾਲੀ ਜੇ ਲਗੋਜੇ ਨਾ ਹੋਣ ਫਿਰ ਗੱਲ ਬਣਨੀ ਨਹੀਂ। ਉਹਦੇ ਥੱਲੇ ਪਏ ਆ, ਤੁਸੀਂ ਥੋੜੀ ਜਿਹੀ ਗੱਲ ਕਰੋ, ਮੈਂ ਚੱਕ ਲਿਆਉਣਾ ਬਸ। ਹਾਂ ਬਿਲਕੁਲ ਬਿਲਕੁਲ। ਮੈਂ ਸੁਖਜੀਵਨ ਨੂੰ ਇੱਕ ਗੱਲ ਨੋਟ ਕਰਾਉਣੀ ਚਾਹੁੰਦਾ ਜੇ ਮੇਰੀ ਗੱਲ ਸੁਣ ਰਿਹਾ ਹੋ, ਬਾਕੀ ਜਾਂ ਜੀ ਸਰ, ਨੋਟ ਕਰ ਲੈਣ। ਜੀ ਆਪਾਂ ਇਸ ਲੜੀ ਦੇ ਵਿੱਚ ਇੱਕ ਪ੍ਰੋਗਰਾਮ ਮਤਲਬ ਇਸੇ ਜੇ ਵਿਦਿਅਕ ਮੁਕਾਬਲਿਆਂ ਦੀ ਲੜੀ ਦੇ ਵਿੱਚ ਇਕੱਲੇ ਇਹਨਾਂ ਵੰਨਗੀਆਂ ਤੇ ਪ੍ਰੋਗਰਾਮ ਕਰ ਰਹੇ ਹਾਂ। ਜੀ ਜੀ ਆਪਾਂ ਲੰਮੀ ਹੇਕ ਦੇ ਗੀਤ ਨੇ, ਉਹਦਾ ਚਾਹੇ 4 ਲਾਈਨਾਂ ਦਾ ਆਪਾਂ ਗਵਾ ਦਈਏ ਕਿਸੇ ਤੋਂ, ਜਾਂ ਮੰਨ ਲਓ ਕੋਰਡਾ ਛੰਦ ਹੈ ਜਾਂ ਦੋਹਰਾ ਛੰਦ ਹੈ ਜਾਂ ਵਾਰ ਹੈ, ਮਤਲਬ ਇਹਨੂੰ ਕਲੈਰਿਟੀ ਇਹ ਕਰਨੀ ਹੈ ਕਿ ਇਹਦੀ ਫਾਰਮ ਕਿਹੜੀ ਹੈ ਪ੍ਰੋਪਰ ਆ। ਵਾਰ ਜਿਵੇਂ ਇਹਨੇ ਭੁਪਿੰਦਰ ਨੇ ਗਾ ਕੇ ਦਿਖਾਈ ਹੈ, ਹੁਣ ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਵਾਰ ਐਂ ਗਾਈ ਜਾਂਦੀ ਹੈ। ਕਿੰਨੇ ਗਰੁੱਪ ਨੇ ਮੰਨ ਲਓ ਕੁਇਸ਼ੀ ਦੇ ਪ੍ਰੋਗਰਾਮ ਕਰੋ, ਉਹਦੇ ਵਿੱਚ ਦੋਹਰਾ ਛੰਦ ਤੋਂ ਲੈ ਕੇ ਕੋਰਡਾ ਛੰਦ ਤੋਂ ਲੈ ਕੇ ਇੱਕ ਬਿੱਤ ਦਵਈਆ ਸਵਈਆ ਉਹਨੇ ਦੇ 2-2 ਲੈਣਾ, 2-3 ਬੰਦੇ ਆਪਾਂ ਬਿਠਾ ਲਾਂਗੇ, ਆਪਣੇ ਕੋਲ ਬਹੁਤ ਸਾਰੇ ਕਵਿਸ਼ਰ ਹੈਗੇ ਨੇ ਪੰਜਾਬੀ ਦੇ ਵਿੱਚ, ਉਹ ਗਾਉਣ। ਇਸ ਤਰ੍ਹਾਂ ਹੀ ਲੋਕ ਗੀਤਾਂ ਦੇ ਜਿੰਨੇ ਰੂਪ ਨੇ, ਚਾਹੇ ਟੱਪੇ ਨੇ, ਢੋਲੇ ਨੇ, ਮਾਹੀਏ ਨੇ, ਸਿੱਠਣੀਆਂ ਨੇ, ਹੋਰ ਬਹੁਤ ਸਾਰੇ ਗੀਤ ਨੇ, ਸੰਮੀ ਹੈ, ਉਹਨਾਂ ਨੂੰ ਕਿਵੇਂ ਗਾਇਆ ਜਾ ਸਕਦਾ ਹੈ, ਕਿੱਕਲੀ ਹੈ ਉਹਨੂੰ ਕਿਵੇਂ ਗਾਇਆ ਜਾ ਸਕਦਾ ਹੈ। ਇਹ ਮਤਲਬ ਇੱਕ ਆਪਾਂ ਪ੍ਰੋਗਰਾਮ ਇਹਨਾਂ ਤੇ ਇਸੇ ਲੜੀ ਦੇ ਵਿੱਚ ਅੱਗੇ ਡਿਜ਼ਾਈਨ ਕਰੀਏ ਤਾਂ ਕਿ ਇਹਨਾਂ ਮੁਕਾਬਲਿਆਂ ਦੀਆਂ ਜਿਹੜੀਆਂ ਸੱਚਮੁੱਚ ਰੀਅਲ ਕੰਪੋਜੀਸ਼ਨ ਨੇ, ਜਿਹੜੀਆਂ ਰਵਾਇਤੀ ਕੰਪੋਜੀਸ਼ਨ ਨੇ, ਉਹ ਸਾਹਮਣੇ ਆਉਣ। ਘੋੜੀ ਕੀ ਹੈ, ਸੁਹਾਗ ਕੀ ਨੇ, ਟੱਪੇ ਕਿਵੇਂ, ਟੱਪਿਆਂ 'ਚ ਕੀ ਫਰਕ ਹੈ, ਦੋਹੇ ਜਿਹੜੇ ਵਿਆਹਾਂ 'ਚ ਲਾਏ ਜਾਂਦੇ ਨੇ ਉਹ ਕਿਹੜੇ ਨੇ, ਤੇ ਜਿਹੜਾ ਦੋਹਰਾ ਛੰਦ ਹੈ ਉਹਦੇ ਵਿੱਚ ਕੀ ਫਰਕ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਉਹਨਾਂ ਦੇ ਨਾਲ। ਸਿਧਾਂਤਕ ਤੌਰ ਤੇ ਮੈਂ ਬਹੁਤ ਸਾਰੀਆਂ ਗੱਲਾਂ, ਹੋਰ ਕਵਿਸ਼ਰਾਂ ਨੂੰ ਵੀ ਬਿਠਾ ਲਾਂਗੇ ਆਪਾਂ, ਪਰ ਪ੍ਰੈਕਟੀਕਲ ਤੌਰ ਤੇ ਆਪਾਂ ਕੁਝ ਬੰਦੇ ਗਾਉਣ ਵਾਲੇ ਰੱਖਾਂਗੇ, ਉਹ ਆਪਾਂ ਨੂੰ ਉਹਦੀਆਂ ਵੰਨਗੀ ਨਾਲ ਦੀ ਨਾਲ ਪੇਸ਼ ਕਰਨਗੇ ਕਿ ਲਓ ਜੀ ਆਹ ਵੰਨਗੀ ਹੈ ਘੋੜੀ ਦੀ, ਆਹ ਵੰਨਗੀ ਆਗ ਦੀ, ਆਹ ਵੰਨਗੀ ਟੱਪੇ ਦੀ, ਆ ਢੋਲੇ ਦੀ, ਆ ਮਾਹੀਏ ਦੀ, ਆ ਕਿੱਕਲੀ ਦੀ, ਆ ਸੰਮੀ ਦੀ। ਇਸ ਤਰ੍ਹਾਂ ਕਰਕੇ ਇਹ ਪ੍ਰੋਗਰਾਮ ਆਪਾਂ ਇਸ ਲੜੀ ਦੇ ਵਿੱਚ ਜ਼ਰੂਰ ਕਰਨਾ, ਇਹਨੂੰ ਯਾਦ ਰੱਖਿਓ। ਜੀ ਸਰ ਜ਼ਰੂਰ। ਤੇ ਮੈਨੂੰ ਲੱਗਦਾ ਕੁਝ ਸਵਾਲ ਹਲੇ ਸ਼ਾਇਦ ਰਹਿੰਦੇ ਨੇ ਜੀ। ਪਾਲੀ ਤੋਂ ਆਪਾਂ ਪਹਿਲਾਂ ਸੁਣ ਲਈਏ, ਫਿਰ ਆਪਾਂ ਸਵਾਲ ਇੱਕ ਅੱਧਾ ਹੋਰ ਲੈ ਲਾਂਗੇ ਜਿਹੜੇ ਵੀ ਜਾਂਦੇ ਕੋਈ ਗੱਲ। ਪਾਲੀ ਜੀ ਆਵਾਜ਼ ਘੱਟ ਹੋ ਗਈ, ਮੈਨੂੰ ਲੱਗਦਾ
ਕੀ ਬਾਤ, ਬਹੁਤ ਅੱਛਾ, ਬਹੁਤ ਵਧੀਆ। ਬਹੁਤ ਖੂਬ ਧਾਮੀ ਸਾਹਿਬ ਇਹ ਬਹੁਤ ਜੂਮ ਸੋਹਣਾ ਵਾਲਿਆਂ ਨੂੰ ਪਤਾ ਨਹੀਂ ਹੈਗਾ ਵੀ ਜੂਮ ਤੇ ਕਦੇ ਅਲਗੋਜੇ ਵੀ ਗਾਏ ਜਾਣਗੇ ਤੇ ਵਾਰਾਂ ਵੀ ਗਾਈਆਂ ਜਾਣਗੀਆਂ। ਨਾ ਦਿੰਦੀਆਂ ਸਾਡੀਆਂ ਲੋਕ ਵਾਲੀਆਂ ਜਿਹੜੀਆਂ ਹੈਗੀਆਂ ਨੇ। ਬਾ ਕਮਾਲ ਬਹੁਤ ਵਧੀਆ। ਸਰ ਤੁਸੀਂ ਸਵਾਲ ਕਰ ਰਹੇ ਸੀ। ਹਾਂਜੀ ਸਰ, ਇੱਕ ਸਵਾਲ ਸੀ ਪਾਲੀ ਸਰ ਨੂੰ ਹੀ। ਹਾਂਜੀ, ਹਾਂਜੀ। ਆਰਕੈਸਟਰਾ ਤੇ ਫੋਕ ਆਰਕੈਸਟਰਾ ਵਿੱਚ ਕੀ ਫਰਕ ਹੈ ਤੇ ਇਹਨਾਂ ਦੇ ਨਿਯਮ ਤੇ ਸ਼ਰਤਾਂ ਕੀ ਨੇ? ਜੀ ਬਹੁਤ ਵਧੀਆ ਸਵਾਲ ਹੈ ਜੀ। ਆਰਕੈਸਟਰਾ ਤੇ ਫੋਕ ਸੇਮ ਉਹੀ ਡਾਂਸ ਵਾਲਾ ਹੀ ਆ। ਜਿਹੜਾ ਆਰਕੈਸਟਰਾ ਉਹ ਕਲਾਸੀਕਲ ਹੋ ਜਾਂਦਾ ਜੀ, ਉਹਨੂੰ ਕਲਾਸੀਕਲ ਆਰਕੈਸਟਰਾ ਵੀ ਕਹਿ ਦਿੰਦੇ ਨੇ। ਤੇ ਫੋਕ ਆਰਕੈਸਟਰਾ ਉਹ ਸਾਡਾ ਲੋਕ ਸਾਜ਼ਾਂ ਦਾ ਜਿਹੜਾ ਆਰਕੈਸਟਰਾ ਕਿਹਾ ਜਾਂਦਾ। ਆਰਕੈਸਟਰੇ ਤੋਂ ਭਾਵ ਕਿ ਇੱਕ ਗਰੁੱਪ ਦੇ ਵਿੱਚ ਜਿਨ੍ਹਾਂ ਦੀ ਗਿਣਤੀ 10 ਤੋਂ ਹੋ ਸਕਦੀ ਆ, ਤੁਸੀਂ 10 ਤੋਂ 12 ਜਿਹੜੇ ਪਾਰਟਿਸਿਪੇਟ ਨੇਗੇ ਉਹ ਕਰ ਸਕਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ, ਸਿੱਖਿਆ ਵਿਭਾਗ ਵੱਲੋਂ ਸਿਰਫ ਇੱਕ ਵਾਰੀ ਮੁਕਾਬਲਾ ਹੋਇਆ ਜਦੋਂ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਈ ਗਈ ਸੀ। ਉਦੋਂ ਸਾਡੇ ਸਕੂਲ ਦੀ ਟੀਮ ਨੇ ਪੰਜਾਬ ਪੱਧਰ ਤੇ ਇਸ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਜਿਹੜਾ ਉਹ ਹਾਸਲ ਕੀਤਾ ਸੀ। ਔਰ ਬੱਚਿਆਂ ਲੋਕ ਸਾਜ਼ ਜਿਹੜੇ ਨੇ ਪੰਜਾਬ ਦੇ ਲੋਕ ਸਾਜ਼ 18 ਲੋਕ ਸਾਜ਼ ਜਿਹੜੇ ਉਹ ਆਪ ਹੀ ਪਲੇ ਕੀਤੇ ਸੀ, ਬੱਚਿਆਂ ਨੇ ਆਪ ਹੀ ਵਜਾਏ। ਬਹੁਤ ਅੱਛਾ। ਤੇ ਆਰਕੈਸਟਰੇ ਦੀ ਗੱਲ ਕਰਦੇ ਆ, ਉਹਦੇ ਵਿੱਚ ਸਾਰੇ ਕਲਾਸੀਕਲ ਇੰਸਟਰੂਮੈਂਟ ਵੱਜਦੇ ਆ। ਹੁਣ ਇਹਦੇ ਜਿਵੇਂ ਨਗਾਰੇ ਤੋਂ ਲੈ ਕੇ ਨਗਾਰਾ, ਟੱਲੀਆਂ, ਪੌੜਾ, ਸ਼ੰਖ, ਅਲਗੋਜ, ਚਿਮਟਾ, ਘੁੰਗਰੂ, ਕਾਫੀ ਸਾਰੇ ਸਾਜ਼ ਜਿਹੜੇ ਨੇਗੇ ਉਹ ਇਹਦੇ ਵਿੱਚ ਆਉਂਦੇ ਨੇ। ਸਾਡੇ ਸਿਰਫ ਤੇ ਸਿਰਫ ਲੋਕ ਸਾਜ਼ ਜਿਹੜੇ ਨੇ ਉਹ ਇਹਦੇ ਵਿੱਚ ਕੀ ਆ। ਹੁਣ ਇੱਕ ਹੋਰ ਵੱਡੀ ਗੱਲ ਆ, ਹੋਰ ਨੁਕਤਾ ਜਿਹੜਾ ਉਹ ਇਹ ਆ, ਜਿਹੜੀ ਗਲਤੀ ਕਰਦੀਆਂ ਨੇ ਟੀਮਾਂ ਉਹ ਇਹ ਕਰਦੀਆਂ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਇਸ ਦੇ ਉੱਤੇ ਕਿਹੜੀ ਧੁਨ ਵਜਾਉਣੀ ਹੈ। ਹੁਣ ਉੱਤੇ ਨਾਗ ਸਾਂਭ ਲੈ ਜ਼ੁਲਫਾਂ ਦੇ, ਹੁਣ ਇਹ ਗੀਤ ਹੈ, ਇਹ ਗੀਤ ਤਾਂ ਹੈਗਾ ਮਤਲਬ ਆਮ ਤੌਰ ਤੇ ਗੀਤ ਆ, ਇਹਨੂੰ ਲੋਕ ਨਹੀਂ ਕਿਹਾ ਜਾ ਸਕਦਾ। ਹੁਣ ਇੱਕ ਔਰ ਅਸੀਂ ਉਹ ਟੀਮ ਡਿਸਕੁਆਲੀਫਾਈ ਕੀਤੀ ਆ, ਨਹੀਂ ਵਜਾਏ ਜਾ ਸਕਦੇ। ਇਹਦੇ ਤੇ ਤੁਹਾਨੂੰ ਇਹਦੇ ਤੇ ਵਜਾਈ ਆ ਦੋ ਤਾਰਾ ਵੱਜਦਾ ਵੀ ਰਾਂਝਣਾ ਨੂਰ ਮਹਿਲ ਦੀ ਮੋਰੀ, ਹੁਣ ਇਹਦੇ ਤੇ ਇਹੀ ਵੱਜਣਾ ਵਾ। ਬਿਲਕੁਲ, ਮਤਲਬ ਕਹਿਣ ਦਾ ਭਾਵ ਹੈ ਜਿਹੜੇ ਸਾਜ਼ ਤੇ ਜਿਹੜੀ ਧੁਨ ਵੱਜਣੀ ਆ ਉਹ ਉਹੀ ਧੁਨਾਂ ਵੱਜਣਗੀਆਂ। ਸਾਡੀਆਂ ਜੋ ਲੋਕ ਧੁਨਾਂ ਨਿਰਧਾਰਤ ਨੇਗੀਆਂ ਫੋਕ ਆਰਕੈਸਟਰੇ ਦੇ ਵਿੱਚ, ਉਹੀ ਧੁਨਾਂ ਜਿਹੜੀਆਂ ਨੇਗੀਆਂ ਉਹ ਸਾਡੀਆਂ ਵੱਜਣੀਆਂ। ਹੈਲੋ, ਬਹੁਤ ਅੱਛਾ, ਪਾਲੀ ਸਰ, ਥੋੜਾ ਥੈਂਕ ਯੂ। ਇਹਦੇ ਵਿੱਚ ਜੀ ਗੱਲ ਜੀ ਭੁਪਿੰਦਰ। ਪਹਿਲੀ ਗੱਲ ਆਪਾਂ ਆਰਕੈਸਟਰਾ ਜਦੋਂ ਨਾ ਸਾਹਮਣੇ ਆਪਣੇ ਦਿਮਾਗ 'ਚ ਅੱਜ ਕੱਲ੍ਹ ਜੋ ਚੱਲਦਾ ਆਰਕੈਸਟਰਾ ਆਪਣੇ ਉਹ ਦਿਮਾਗ ਦੇ ਵਿੱਚ ਆਉਂਦਾ। ਜਦੋਂ ਯੂਨੀਵਰਸਿਟੀ 'ਚ ਸ਼ੁਰੂ ਕੀਤਾ 2003 ਦੇ ਵਿੱਚ, ਮੇਰੇ ਖਿਆਲ ਅਸੀਂ ਪਹਿਲੀ ਵਾਰੀ ਮੈਂ BA 1 'ਚ ਐਡਮਿਸ਼ਨ ਲਈ, ਸਾਡਾ ਗੋਲਡ ਆਇਆ ਇੱਥੋਂ। ਮੈਡਮ ਕਪਲਾ ਨਰੂਲਾ ਜੀ ਸੀਗੇ, ਉਹਨਾਂ ਕੋਲ ਅਸੀਂ ਤਿਆਰੀ ਕੀਤੀ ਫੋਕ ਆਰਕੈਸਟਰੇ ਦੀ। ਤੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕ ਇਸ ਤਰ੍ਹਾਂ ਦੇ ਸਾਰੇ ਗੀਤਾਂ ਨੂੰ ਇਹਦੇ ਵਿੱਚ ਇਨਵੋਲਵ ਕਰ ਲੈਂਦੇ ਹੈਗੇ ਆ, ਪਰ ਫੋਕ ਆਰਕੈਸਟਰੇ ਦਾ ਮਤਲਬ ਇਹਦੇ ਵਿੱਚ ਫੋਕ ਗੀਤ ਹੀ ਫੋਕ ਗੀਤਾਂ ਦੀਆਂ ਅਲੱਗ-ਅਲੱਗ ਵੰਨਗੀਆਂ ਹੁੰਦੀਆਂ। ਜਿੱਦਾਂ ਤੁਸੀਂ ਅਲਗੋਜ਼ਾ ਪਲੇ ਕਰਦੇ ਹੋ, ਤੁਸੀਂ ਦੋ ਤਾਰਾ ਵੱਜਦਾ ਵੀ ਉਹ ਕਰਤਾ, ਤੂੰਬੀ ਦੇ ਉੱਪਰ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਅਲੱਗ-ਅਲੱਗ ਸਾਡੇ ਕੋਲੇ ਆਪਾਂ ਪਾਰਟ ਕਰਕੇ ਵੰਡ ਲੈਂਦੇ ਆ। ਤੇ ਔਰ ਇਹਦੇ ਵਿੱਚ ਹੁਣ ਤਾਂ ਇਹ ਵੀ ਹੋਣ ਲੱਗਿਆ ਪਾਲੀ ਸਰ ਵੀ ਜ਼ਿਆਦਾ ਨੱਚਣ ਲੱਗ ਗਏ ਵਿੱਚ ਆ ਕੇ। ਹੈਲੋ, ਹਾਂਜੀ, ਨਾਚ ਨਹੀਂ ਹੈ ਫੋਕ ਆਰਕੈਸਟਰਾ, ਨੱਚਦੇ ਨੇ ਉਹਨੂੰ ਡਿਸਕੁਆਲੀਫਾਈ ਕਰ ਦਿੰਦੇ ਨੇ। ਹਾਂ, ਤੁਸੀਂ ਅੱਗੇ ਆ ਕੇ ਜ਼ਰੂਰ ਸਾਜ਼ ਪਲੇ ਕਰਨਾ, ਪਰ ਉਹਦੇ ਵਿੱਚ ਨੱਚਣਾ ਨਹੀਂ ਹੁੰਦਾ। ਉਹਦੇ ਵਿੱਚ ਫੋਕ ਸਾਜ਼ ਯੂਜ਼ ਹੁੰਦੇ ਨੇ ਔਰ ਫੋਕ ਹੀ ਗੀਤ ਸਾਡੇ ਜਿਹੜੇ ਯੂਜ਼ ਹੋਣਗੇ, ਅਸੀਂ ਉਹਨਾਂ ਦੀਆਂ ਧੁਨਾਂ ਹੀ ਪਲੇ ਕਰ ਸਕਦੇ ਹਾਂ ਉਹਦੇ ਵਿੱਚ। ਬਾਕੀ ਕੋਈ ਵੀ ਸਾਜ਼ ਤੁਸੀਂ ਨਾ ਇਹਦੇ ਵਿੱਚ ਗਿਟਾਰ ਪਲੇ ਕਰ ਸਕਦੇ ਹੋ, ਨਾ ਤਬਲਾ ਪਲੇ ਕਰ ਸਕਦੇ ਹੋ, ਨਾ ਕੋਈ ਹਾਰਮੋਨੀਅਮ ਪਲੇ ਕਰ ਸਕਦੇ ਹੋ ਤੁਸੀਂ। ਇਸ ਤਰ੍ਹਾਂ ਦੇ ਸਾਜ਼ਾਂ ਦੀ ਪੂਰਨ ਤੌਰ ਤੇ ਮਨਾਹੀ ਹੁੰਦੀ ਹੈ। ਫੋਕ ਆਰਕੈਸਟਰਾ ਦੇ ਵਿੱਚ ਸਾਡੇ ਸੱਭਿਆਚਾਰਕ ਫੋਕ ਸਾਜ਼ ਨੇ ਔਰ ਫੋਕ ਸਾਡੇ ਜੋ ਲੋਕ ਗੀਤ ਨੇ, ਉਹਨਾਂ ਤੇ ਆਧਾਰ ਤੇ ਜਿਹੜਾ ਫੋਕ ਆਰਕੈਸਟਰਾ ਹੋਂਦ ਦੇ ਵਿੱਚ ਆਇਆ ਜੀ। ਬਹੁਤ ਖੂਬਸੂਰਤ ਗੱਲਾਂ ਹੋਈਆਂ ਅੱਜ ਸੰਗੀਤ ਤੇ ਡਾਂਸ ਬਾਰੇ, ਬੜੇ ਹੀ ਨੁਕਤੇ ਸਾਂਝੇ ਕੀਤੇ ਗਏ ਨੇ। ਮੈਨੂੰ ਲੱਗਦਾ ਸਾਡੇ ਸਿਰਜਕ ਸਾਥੀ, ਸਾਡੇ ਦੋਸਤ ਜਿਹੜੇ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣਨਗੇ ਵੀ ਬਾਅਦ ਵਿੱਚ, ਉਹ ਇਹਨਾਂ ਨੁਕਤਿਆਂ ਤੋਂ ਭਰਪੂਰ ਲਾਭ ਲੈਣਗੇ ਤੇ ਉਹਨਾਂ ਦੇ ਵਿਦਿਆਰਥੀ ਵੀ ਜਾਂ ਜਿਹੜੇ ਮੁਕਾਬਲਿਆਂ 'ਚ ਜਾਣਗੇ ਤੇ ਉਹ ਕਾਫੀ ਸਾਰੇ ਉਹਨਾਂ ਨੂੰ ਨੇਮ ਜਿਹੜੇ ਆ ਉਹ ਪਤਾ ਲੱਗਣਗੇ।
ਮੈਂ ਮੁੜ ਬੇਨਤੀ ਕਰਾਂਗੇ ਡਾਕਟਰ ਕੁਲਦੀਪ ਸਿੰਘ ਦੀਪ ਨੂੰ ਕਿ ਮੁੜ ਫਿਰ ਉਹ ਮਹਿਮਾਨ ਤੋਂ ਮੇਜ਼ਬਾਨ ਬਣਨ ਤੇ ਸਾਡੇ ਆਏ ਹੋਏ ਮਹਿਮਾਨਾਂ ਦਾ ਜਿਹੜਾ ਉਹ ਸ਼ੁਕਰਾਨਾ ਕਰਨ। ਮੈਡਮ ਮੈਨੂੰ ਬਹੁਤ ਸੰਤੁਸ਼ਟੀ ਹੈ ਇਸ ਗੱਲ ਦੀ ਕਿ ਜਿਹੜੀ ਭਾਵਨਾ ਦੇ ਨਾਲ ਅਸੀਂ ਪਿਛਲੇ ਸੈਟਰਡੇ ਤੋਂ ਇਹ ਲੜੀ ਸ਼ੁਰੂ ਕੀਤੀ ਸੀ, ਉਹ ਭਾਵਨਾ ਬਹੁਤ ਖੂਬਸੂਰਤੀ ਨਾਲ ਇਹਨਾਂ 2 ਪ੍ਰੋਗਰਾਮਾਂ ਦੇ ਵਿੱਚ ਉਜਾਗਰ ਹੋਈ ਹੈ ਤੇ ਅਸੀਂ ਬਹੁਤ ਸਾਰੇ ਨੁਕਤੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਮੁਕੰਮਲ ਕੋਈ ਬੰਦਾ ਨਹੀਂ ਹੁੰਦਾ, ਹੋ ਸਕਦਾ ਹੈ ਕੁਝ ਸਮਝਾਉਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਸਾਡੇ ਅੰਦਰ ਵੀ ਕੋਈ ਅਸਪਸ਼ਟਤਾ ਪਈ ਹੋਵੇ, ਪਰ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਸਾਰੀਆਂ ਵੰਨਗੀਆਂ ਦੇ ਜਿਹੜੇ ਐਕਸਪਰਟ ਨੇ ਉਹ ਅਸੀਂ ਤੁਹਾਡੇ ਸਾਹਮਣੇ ਬਿਠਾਏ ਨੇ। ਮੈਂ ਥੀਏਟਰ ਦੇ ਨਾਲ ਜੁੜਿਆ ਹੋਇਆ, ਪਾਲੀ ਥੀਏਟਰ ਨਾਲ ਜੁੜੇ ਹੋਏ ਨੇ, ਡਾਂਸ ਨਾਲ ਜੁੜੇ ਹੋਏ ਨੇ, ਭੁਪਿੰਦਰ ਸੰਗੀਤ ਨਾਲ ਜੁੜਿਆ ਹੋਇਆ ਹੈ। ਅਗਲੀ ਲੜੀ ਦੇ ਵਿੱਚ ਜਿਹੜੇ ਮਤਲਬ ਵਿਜ਼ੂਅਲ ਆਰਟਸ ਨੇ ਸਾਡੀਆਂ, ਪੇਂਟਿੰਗ ਨੇ ਸਾਡੀਆਂ, ਕੈਲੀਗ੍ਰਾਫੀ ਹੈ, ਸੁੰਦਰ ਲਿਖਾਈ ਹੈ, ਭਾਸ਼ਣ ਹੈ, ਹੋਰ ਬਹੁਤ ਸਾਰੇ ਮੁਕਾਬਲੇ ਜਿਹੜੇ ਰਹਿ ਗਏ ਅਸੀਂ ਉਹਨਾਂ ਦੇ ਐਕਸਪਰਟ ਵੀ ਉਹਦੇ ਵਿੱਚ ਬਿਠਾਵਾਂਗੇ। ਸੋ ਮੈਨੂੰ ਲੱਗਦਾ ਕਿ ਜਿਹੜੀ ਭਾਵਨਾ ਦੇ ਨਾਲ ਅਸੀਂ ਇਹ ਗੱਲ ਸ਼ੁਰੂ ਕੀਤੀ ਸੀ ਉਹ ਤੇ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ ਤੇ ਮੈਂ ਬੇਨਤੀ ਕਰਦਾ ਸਾਰੇ ਦੋਸਤਾਂ ਨੂੰ, ਸਾਰੇ ਅਧਿਆਪਕਾਂ ਨੂੰ ਕਿ ਇਹਦਾ ਲਿੰਕ ਵੀ ਵੱਧ ਤੋਂ ਵੱਧ ਸਾਂਝਾ ਕਰੋ, ਇਹਨੂੰ ਵੱਧ ਤੋਂ ਵੱਧ ਅਧਿਆਪਕਾਂ ਦੇ ਵਿੱਚ ਲੈ ਕੇ ਜਾਓ। ਮੈਂ ਪਰਸੋਂ ਚੌਥੇ ਇੱਕ ਜਜਮੈਂਟ ਕਰਕੇ ਆਇਆ, ਉੱਥੇ ਫਿਰ ਇਹੀ ਰੌਲਾ ਕਿ ਇਹ ਕੋਰੀਓਗ੍ਰਾਫੀ ਕਿਵੇਂ ਬਣ ਗਈ ਜੀ, ਇਹ ਐਕਸ਼ਨ ਸੌਂਗ ਬਣ ਗਿਆ ਜੀ। ਮੈਂ ਉਹਨਾਂ ਨੂੰ ਫਿਰ ਉਹ ਲਿੰਕ ਦਿੱਤਾ ਪਿਛਲੇ ਪ੍ਰੋਗਰਾਮ ਦਾ ਤੇ ਬਾਅਦ ਦੇ ਵਿੱਚ ਮੈਨੂੰ ਫੋਨ ਵੀ ਆਏ ਕਈ ਵੀ ਹੁਣ ਸਾਨੂੰ ਬਹੁਤ ਕੁਝ ਸਪਸ਼ਟ ਹੋਇਆ ਜਿਹਦੇ ਵਿੱਚ। ਸੋ ਅੱਜ ਵਾਲਾ ਪ੍ਰੋਗਰਾਮ ਵੀ ਬਹੁਤ ਸਾਰੇ ਲੋਕਾਂ ਕੋਲੇ, ਬਹੁਤ ਸਾਰੇ ਅਧਿਆਪਕ ਸਾਥੀਆਂ ਕੋਲੇ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਜਿਹੜੇ ਤੌਖਲੇ ਨੇ, ਉਹਨਾਂ ਦੇ ਜਿਹੜੇ ਸ਼ੰਕੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵਿਧਾ ਪ੍ਰਤੀ ਜਿਹੜੀਆਂ ਅਸਪਸ਼ਟਤਾਵਾਂ ਨੇ ਉਹ ਕਲੀਅਰ ਹੋ ਸਕਣ ਤੇ ਅਸੀਂ ਇਹ ਸਿਲਸਿਲਾ ਅੱਗੇ ਤੋਰਾਂਗੇ ਜਦੋਂ ਤੱਕ ਸਾਨੂੰ ਲੱਗੂਗਾ ਕਿ ਅਸੀਂ ਇਹਨੂੰ ਇਸ ਸਾਰੇ ਸੀਨ ਨੂੰ ਅਸੀਂ ਮੁਕੰਮਲ ਨਾ ਕਰ ਲਿਆ। ਉਦੋਂ ਤੱਕ ਅਸੀਂ ਜੇ 3 ਭਾਗ, 4 ਭਾਗ, 5 ਭਾਗ ਜਿੰਨੇ ਵੀ ਸਾਨੂੰ ਕਰਨੇ ਪਏ ਅਸੀਂ ਕਰਾਂਗੇ, ਕਿਉਂਕਿ ਬਹੁਤ ਇੰਪੋਰਟੈਂਟ ਗੱਲ ਹੈ। ਇਸ ਪ੍ਰੋਗਰਾਮ ਨੇ ਇੱਕ ਦਸਤਾਵੇਜ਼ ਬਣਨਾ ਹੈ। ਇਹ ਅੱਜ ਦਾ ਪ੍ਰੋਗਰਾਮ ਨਹੀਂ ਹੈਗਾ ਕਿ YouTube ਤੇ 10 ਸਾਲਾਂ ਬਾਅਦ, 20 ਸਾਲਾਂ ਬਾਅਦ ਵੀ ਇਸਨੇ ਘੱਟੋ ਘੱਟ ਐਜੂਕੇਸ਼ਨ ਮਹਿਕਮੇ ਦੇ ਵਿੱਚ ਇਹਨੇ ਇੱਕ ਬਹੁਤ ਮਹੱਤਵਪੂਰਨ ਥੰਮ ਦੇ ਤੌਰ ਤੇ ਇਸ ਪ੍ਰੋਗਰਾਮ ਨੇ ਖੜੇ ਹੋਣਾ ਹੈ। ਜਦੋਂ ਵੀ ਕਿਸੇ ਨੂੰ ਜ਼ਰੂਰਤ ਪਊਗੀ ਲੋਕ ਇੱਥੇ ਆ ਕੇ ਦੇਖਣਗੇ, ਇੱਥੇ ਆ ਕੇ ਲੱਭਣਗੇ ਤੇ ਕੋਸ਼ਿਸ਼ ਕਰਾਂਗੇ ਕਿ ਇੱਥੇ ਕੋਈ ਕਿਤਾਬ ਵਗੈਰਾ ਵੀ ਅਗਲੇ ਸਮੇਂ ਦੇ ਵਿੱਚ ਬਣ ਸਕੇ, ਜਿਹੜੀਆਂ ਇਹਨਾਂ ਸਾਰੀਆਂ ਵੰਨਗੀਆਂ ਦੇ ਰੂਲਸ, ਇਹਨਾਂ ਦੀਆਂ ਟੈਕਨੀਕਲਟੀਜ਼, ਇਹਨਾਂ ਚੋਂ ਪੈਦਾ ਹੁੰਦੇ ਸਵਾਲਾਂ ਬਾਰੇ, ਜਿਵੇਂ ਕੋਰੀਓਗ੍ਰਾਫੀ ਤੇ ਐਕਸ਼ਨ ਸੌਂਗ ਚ ਕੀ ਅੰਤਰ ਹੈ, ਇਹੋ ਜਿਹੇ ਬਹੁਤ ਸਾਰੇ ਸਵਾਲ ਅਸੀਂ ਇਕੱਠੇ ਕਰਕੇ ਉਹਨਾਂ ਸਵਾਲਾਂ ਦੇ ਜਵਾਬ ਕਿਤਾਬ ਦੇ ਰੂਪ ਦੇ ਵਿੱਚ ਵੀ ਅਸੀਂ ਦੇਣ ਦੀ ਕੋਸ਼ਿਸ਼ ਕਰੀਏ। ਇਹ ਅਗਲੇ ਪੜਾਅ ਨੇ। ਸਿਰਜਣਾਤਮਕ ਸਿੱਖਿਆ ਸੰਸਾਰ ਦੀ ਕਮਿਟਮੈਂਟ ਹੀ ਇਹ ਹੈ ਅਸੀਂ ਸਿਰਜਣਾ ਦੇ ਖੇਤਰ ਦੇ ਵਿੱਚ ਜੋ ਕੁਝ ਵੀ ਸਾਡੇ ਸਾਹਮਣੇ ਅੜਿੱਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਦੂਰ ਕਰੀਏ ਤੇ ਸਾਡੇ ਅਧਿਆਪਕਾਂ ਨੂੰ ਹੋਰ ਕ੍ਰੀਏਟਿਵ ਬਣਾਈਏ, ਹੋਰ ਐਕਸਪਰਟ ਬਣਾਈਏ, ਹੋਰ ਵਿਸ਼ੇਸ਼ਕ ਬਣਾਈਏ ਤਾਂ ਕਿ ਉਹ ਹੋਰ ਵੱਧ ਮਜ਼ਬੂਤੀ ਨਾਲ ਸਿਰਜਣਾ ਦੇ ਖੇਤਰ ਦੇ ਵਿੱਚ ਕੰਮ ਕਰ ਸਕਣ। ਮੈਂ ਸਾਡੇ ਜਿਹੜੇ ਪ੍ਰਬੰਧਕ ਹੋਸਟ ਨੇ, ਸਾਡੇ ਜਿਹੜੇ ਧਾਮੀ ਸਾਹਿਬ, ਇਹਨਾਂ ਦਾ ਵੀ ਧੰਨਵਾਦ ਕਰਦਾ, ਮੈਡਮ ਰੁਪਿੰਦਰ ਇਹਨਾਂ ਦਾ ਵੀ ਧੰਨਵਾਦ ਕਰਦਾ, ਮੈਡਮ ਮਨਿੰਦਰ ਦਾ ਵੀ ਧੰਨਵਾਦ ਕਰਦਾ ਤੇ ਨਾਲ ਹੀ ਜਿਹੜੇ ਗੈਸਟ ਸਾਡੇ ਆਏ ਨੇ ਭੁਪਿੰਦਰ ਉੱਡਤ ਤੇ ਪਾਲੀ ਖਾਦਮ, ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਆਪਣੇ ਆਪ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਹੋਸਟ ਵੀ ਹਾਂ ਤੇ ਗੈਸਟ ਵੀ ਹਾਂ। ਤੇ ਨਾਲ ਇੱਧਰ ਕੁਝ ਸਾਥੀ ਮੈਡਮ ਰਣਜੀਤ ਕੌਰ ਚਾਹਲ ਸਾਡੇ ਸ਼ਾਮਲ ਹੋਏ, ਗੁਰਨੈਬ ਸਾਡੇ ਸ਼ਾਮਲ ਹੋਇਆ, ਅਮਨਦੀਪ ਰਿੰਪੀ ਸਾਡੇ ਸ਼ਾਮਲ ਹੋਏ, ਮੈਡਮ ਬਲਜਿੰਦਰ ਸ਼ਾਮਲ ਹੋਏ, ਮੈਡਮ ਗੁਰਜੋਤ ਕੌਰ ਸਾਡੇ ਸ਼ਾਮਲ ਹੋਏ ਨੇ। ਇਹਨਾਂ ਸਾਰਿਆਂ ਦਾ ਵੀ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਸਾਰਿਆਂ ਦਾ ਜਿਹੜੇ ਫੇਸਬੁੱਕ ਤੇ ਸਾਡੇ ਨਾਲ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਵਿੱਚ ਸਾਡੇ ਨਾਲ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦਾ ਕਿ ਆਪਾਂ ਇਸ ਸਿਲਸਿਲੇ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਈਏ ਤਾਂ ਕਿ ਬਹੁਤ ਸਾਰੀਆਂ ਗੱਲਾਂ ਸਿੱਖਣ ਵਾਲੀਆਂ ਪਈਆਂ ਨੇ ਜਿਹੜੀਆਂ ਉਹ ਸਿੱਖੀਏ ਤੇ ਆਪਣੇ ਆਪ ਨੂੰ ਮੁਕੰਮਲ ਹੋਣ ਵਾਲੇ ਪਾਸੇ ਵਧੀਏ। ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਸ਼ੁਕਰੀਆ ਸਰ। ਸ਼ੁਕਰੀਆ ਸਰ।